देश दुनिया च बसते पंजाबियों को खुशामदीद। मैं हरजिंदर सिंह रंधावा, तुस देख रहे हो पंजाब टेलीविजन और मेरे नाल ने डॉक्टर SP सिंह, गुरु नानक देव यूनिवर्सिटी के साबका वाइस चांसलर और सिख हलकियां दे विच वड्डे स्कॉलर वजों जाने जाते डॉक्टर SP सिंह की पकड़ पंजाब के राजनीतिक मामलों ते भी उन्नी है जिन्नी सभ्याचारक और साहित्यक मामलों की। मैं इस वेले जदों ये गल कर रहा ਤਾਂ ਉਦੋਂ ਪੰਜਾਬ ਦੇ ਵਿੱਚ ਕੌਂਸਲ ਨਗਰ ਕੌਂਸਲਾਂ ਦੀਆਂ ਚੋਣਾਂ ਸਿਰੇ ਚੜ ਚੁੱਕੀਆਂ। ਦਾਅਵਿਆਂ ਦਾ ਪੂਰਾ ਜ਼ੋਰ ਹੈ ਔਰ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਇੱਕ ਤਰ੍ਹਾਂ ਨਾਲ ਬ੍ਰਹਮ ਮਹਿੰਦਰਾ ਜੋ ਉਹਨਾਂ ਦੇ ਮੰਤਰੀ ਨੇ ਉਹਨਾਂ ਅਨੁਸਾਰ ਠੱਪਾ ਲੱਗ ਗਿਆ, ਉਹ ਜੇਤੂ ਨੇ। ਦੂਜੇ ਬੰਨੇ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਸਟੇਟਮੈਂਟ ਦਿੰਦੇ ਨੇ कि अकाली सरकार 2022 च आ रही है, धक्केशाइयां दे बावजूद असी चंगी हाजरी दर्ज कराई है। तीजे बन्ने माझे दे विच बिक्रम सिंह मजीठिया दा हलका हुंजा फेर जित वल वधदा है। इहदे की संकेत है कि अकाली दल दी जिहड़ी लीडरशिप है उहदे नजरियों में कोई गल अगे तुरदी दिसदी है। डॉक्टर साहब कि जदों अकाली दल वख-वख पद्धरां ते इह कह रहा कि इस नतीजे तो बाद 2022 ਦੇ ਵਿੱਚ ਅਕਾਲੀ ਸਰਕਾਰ ਨਿਸ਼ਚਿਤ ਆ, ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਖਤਰੇ ਚ ਮੰਨੀਏ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਦਾਅਵਾ ਕਰ ਚੁੱਕੇ ਆ ਕਿ ਅਗਲੀ ਵਾਰ ਵੀ ਮੁੱਖ ਮੰਤਰੀ ਮੈਂ ਹੀ ਬਣਨਾ ਹੈ ਔਰ ਕਾਂਗਰਸ ਦੇ ਵਿੱਚ ਪਹਿਲਾਂ ਅਨਾਉਂਸਮੈਂਟ ਤੋਂ ਬਾਅਦ ਉਹ ਕਹਿ ਚੁੱਕੇ ਨਹੀਂ ਇਲੈਕਸ਼ਨ ਲੜਨੀ ਹੈ, ਉਹਨਾਂ ਲਈ ਉਹਨਾਂ ਦੀ ਕੁਰਸੀ ਲਈ ਖਤਰਾ ਹੈ 2022 ਚ? ਦੇਖੋ ਇਹ ਗੱਲ ਜਿਹੜੀ ਤੁਸੀਂ ਕੀਤੀ ਹੈ ਇਹਦੇ ਕਈ ਜਿਹੜੇ ਨੇ ਉਹ ਪੱਖ ਨੇ। ਸਭ ਤੋਂ ਪਹਿਲਾਂ ਮੈਂ ਇੰਪੋਰਟੈਂਟ ਗੱਲ ਇਹ ਕਹਿਣਾ ਕਿ ਅਸੈਂਬਲੀ ਦੀਆਂ ਜਿਹੜੀਆਂ ਚੋਣਾਂ ਸਨ ਉਹਨਾਂ ਦੇ ਵਿੱਚ ਕਾਂਗਰਸ ਜਿਹੜੇ ਸੀ ਨੰਬਰ 1 ਸੀ, ਆਪ ਜਿਹੜੀ ਨੰਬਰ 2 ਸੀ ਔਰ ਅਕਾਲੀ ਦਲ ਨੰਬਰ 3 ਸੀ। ਇਸ ਵੇਲੇ ਅਕਾਲੀ ਦਲ ਦੀ ਸਰਬ ਸੰਤੁਸ਼ਟੀ ਵਾਲੀ ਗੱਲ ਇਹ ਹੋ ਸਕਦੀ ਹੈ ਕਿ ਉਹਨਾਂ ਦੀ ਪੋਜੀਸ਼ਨ ਜਿਹੜੀ ਹੈ ਉਹ ਨੰਬਰ 2 ਹੋ ਗਈ ਹੈ। ਭਾਵੇਂ ਉਹ ਸੀਟਾਂ ਨਹੀਂ ਵਧੀਆਂ, ਬਲਕਿ ਇਸ ਤਰ੍ਹਾਂ ਲੱਗਦਾ ਹੈ ਕਿ ਆਪ ਦਾ ਵੋਟ ਬੈਂਕ ਵੀ ਔਰ BJP ਦਾ ਵੀ ਤੇ ਅਕਾਲੀਆਂ ਦਾ ਉਹ ਵੋਟ ਬੈਂਕ ਜਿਹੜਾ ਅਕਾਲੀਆਂ ਨਾਲ ਸੰਤੁਸ਼ਟ ਨਹੀਂ, ਉਹ ਸਾਰੇ ਦਾ ਸਾਰਾ ਕਰ ਗਿਆ। ਕਿਉਂਕਿ ਸ਼ਾਇਦ ਨਗਰ ਕੌਂਸਲ ਔਰ ਨਗਰ ਪੰਚਾਇਤਾਂ ਦੇ ਵਿੱਚ ਜਿਹੜੀਆਂ ਨੇ ਇਵਨ ਕਾਰਪੋਰੇਸ਼ਨ 6 ਕਾਰਪੋਰੇਸ਼ਨ ਵੀ ਨੇ, ਅਜਿਹਾ ਜਿਹੜਾ ਹੈ ਕਾਂਗਰਸ ਨੂੰ ਕਦੀ ਵੀ ਅਜਿਹਾ ਮੈਂਡੇਟ ਜਿਹੜਾ ਉਹ ਪ੍ਰਾਪਤ ਨਹੀਂ ਹੋਇਆ। ਇਹ ਮੈਂਡੇਟ ਜਿਹੜਾ ਹੈ ਇਹ ਅਨਪ੍ਰੈਸੀਡੈਂਟਡ ਹੈ। ਹੁਣ ਇਹਦੇ ਜਿਹੜੇ ਨੇ ਜਦੋਂ ਤੁਸੀਂ ਕਾਰਨ ਦੇਖਦੇ ਹੋ ਤੇ ਕਾਰਨ ਬੜੇ ਸਪਸ਼ਟ ਜਿਹੜੇ ਨੇ ਨਜ਼ਰ ਆਉਂਦੇ ਨੇ। ਪਹਿਲੀ ਗੱਲ ਤੇ ਇਹ ਹੈ ਕਿ ਆਪ ਪਾਰਟੀ ਜਿਹੜਾ ਲੀਡਰਸ਼ਿਪ ਦਾ ਉਹਨਾਂ ਦਾ ਆਪਸ ਜਿਹੜਾ ਸੀ ਉਹ ਵਖਰੇਵਾਂ ਸੀ ਔਰ ਕੋਈ ਚਿਹਰਾ ਜਿਹੜਾ ਹੈ ਉਹ ਲੀਡਰਸ਼ਿਪ ਦਾ ਅੱਗੇ ਅਮਰਜ ਨਹੀਂ ਹੋ ਰਿਹਾ। ਭਾਵੇਂ ਉਹ ਰਪਾਲ ਚੀਮਾ ਹੋਵੇ ਤੇ ਭਾਵੇਂ ਜਿਹੜਾ ਉਹ ਭਗਵੰਤ ਮਾਨ ਹੋਵੇ, ਉਹ ਨਾ ਹੀ ਮਤਲਬ ਜਿਹੜਾ ਉਹ ਮੁੱਖ ਮੰਤਰੀ ਦਾ ਚਿਹਰਾ ਬਣ ਸਕੇ ਨੇ ਤੇ ਨਾ ਹੀ ਉਹ ਜਿਹੜੇ ਨੇ ਉਹ ਪਾਰਟੀ ਦੇ ਨੰਬਰ 1 ਲੀਡਰ ਜਿਹੜੇ ਨੇ ਬਣ ਸਕੇ ਨੇ। ਤੇ ਲਗਾਤਾਰ ਜਿਹੜੀ ਗੱਲ ਸੁਖਪਾਲ ਖਹਿਰਾ ਕਹਿੰਦੇ ਹੁੰਦੇ ਸੀ ਕਿ ਉਹ ਲਗਾਤਾਰ ਕੇਂਦਰ ਹੀ ਆਪਣੇ ਆਪ ਦੇ ਰੱਖਦੀ। ਇਸ ਵੇਲੇ ਰਾਘਵ ਚੱਡਾ ਜਿਹੜਾ ਇਸ ਤਰ੍ਹਾਂ ਲੱਗਦਾ ਜਿਵੇਂ ਆਪ ਦਾ ਜਿਹੜਾ ਲੀਡਰ ਹੈ ਜਿਹਨੂੰ ਕੋਈ ਪ੍ਰਵਾਨ ਜਿਹੜਾ ਉਹ ਨਹੀਂ ਕਰ ਰਿਹਾ। ਸੋ ਆਪ ਦਾ ਦੂਜੇ ਪਾਸੇ ਅਕਾਲੀਆਂ ਦਾ ਜਿਹੜਾ ਹੈ ਇਹ ਹਾਲ ਜਿਹੜਾ ਹੈ ਲੱਗਦਾ ਇਹ ਸੀ ਕਿ ਉਹਨਾਂ ਦਾ ਆਰਗੇਨਾਈਜੇਸ਼ਨਲ ਢਾਂਚਾ ਜਿਹੜਾ ਉਹ ਕਾਇਮ ਹੈ, ਇਸ ਕਰਕੇ ਉਹਨਾਂ ਦੇ ਰਿਜ਼ਲਟ ਜਿਹੜੇ ਨੇ ਉਹ ਚੰਗੇ ਮਿਲਣਗੇ। ਪਰ ਕਈ ਕਾਰਨਾਂ ਦੇ ਵਿੱਚ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਰਾਮ ਰਹੀਮ ਦਾ ਮਾਫੀ ਦੇਣਾ, ਬੇਅਦਬੀ ਦੀਆਂ ਘਟਨਾਵਾਂ ਔਰ ਉਸ ਦੇ ਨਾਲ ਉਹ ਭ੍ਰਿਸ਼ਟਾਚਾਰ ਤੇ ਦੂਜੀਆਂ ਗੱਲਾਂ ਦੇ ਨਾਲ ਨਾਲ ਕਿਸਾਨੀ ਮੋਰਚਾ ਵੀ ਜਿਹੜਾ ਉਹ ਨਾਲ ਜੁੜ ਗਿਆ ਔਰ ਇਹ ਸਾਰਾ ਕੁਝ ਰਲ ਕੇ ਅਕਾਲੀ ਦਲ ਜਿਹੜਾ ਹੈ ਉਹ ਨੰਬਰ 2 ਦਾ ਬਣ ਗਿਆ। ਲੇਕਿਨ 2 ਦੇ ਨਾਲ ਕੰਫਰਟੇਬਲ ਜਾਂ ਕਿਸੇ ਲੈਵਲ ਦੇ ਉੱਤੇ ਇੱਜ਼ਤ ਵਾਲਾ ਨੰਬਰ 2 ਨਹੀਂ ਬਣਿਆ, ਨੈਗਲੀਜੀਬਲ ਨੰਬਰ 2 ਬਣਿਆ, ਜਿਹੜੀ ਕਿ ਆਪਣੇ ਆਪ ਹੀ ਸੰਤੁਸ਼ਟੀ ਨਹੀਂ ਦਿੰਦਾ। ਤੁਸੀਂ ਜਿਹੜੀ ਗੱਲ ਕੀਤੀ ਹੈ ਹਰਸਿਮਰਤ ਬਾਦਲ ਉਹਨਾਂ ਦੀ, ਆਪੋਜੀਸ਼ਨ ਦਾ ਕੰਮ ਇਹ ਹੈ ਕਿ ਜੇਕਰ ਆਪਣੇ ਕੇਡਰ ਨੂੰ ਬਚਾਈ ਰੱਖਣਾ ਤੇ ਝੂਠ ਜੋ ਬੋਲ ਕੇ ਕਹਿਣਾ ਕਿ ਸਾਡੀ ਸਰਕਾਰ ਆਈ ਹੈ, ਸਰਕਾਰ ਆਈ ਹੈ, ਨਹੀਂ ਤਾਂ ਥੱਲੇ ਸਾਰਾ ਜਿਹੜਾ ਉਹ ਕੇਡਰ ਜਿਹੜਾ ਉਹ ਬਿਖਰ ਜਾਂਦਾ ਹੈ। ਇਹ ਉਹਨਾਂ ਦੀ ਇੱਕ ਮਜਬੂਰੀ ਹੈ, ਉਹਦੇ ਚ ਉਹਨਾਂ ਨੇ ਕਹਿਣਾ ਹੀ ਹੈ। ਚੌਥੀ ਗੱਲ ਕਹੀ ਹੈ ਬਿਕਰਮ ਮਜੀਠੀਆ ਦੀ ਜਿਹੜਾ ਮਜਾਇਲ ਹੈ ਮਜਾਇਲ ਇੱਕ ਕੰਡੀਸ਼ਨ ਸੀ, ਹੈ ਵੀ ਹੈ, ਰਹੇਗਾ ਵੀ ਕਿ ਸਿੱਖਾਂ ਦੇ ਵਿੱਚ ਔਰ ਸਿੱਖ ਰਾਜਨੀਤੀ ਦੇ ਵਿੱਚ ਜਿਹੜੀ ਹੈ ਉਹ ਮਾਝਾ ਜਿਹੜਾ ਉਹ ਲੀਡ ਕਰੇ ਔਰ ਮਾਝਾ ਜਿਹੜਾ ਉਹ ਲੀਡ ਕਰਦਾ ਰਿਹਾ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਦੇ ਐਮਰਜੈਂਸ ਨਾਲ, ਸੰਤ ਫਤਿਹ ਸਿੰਘ ਦੇ ਆਉਣ ਨਾਲ ਉਹ ਜਿਹੜਾ ਫੋਕਸ ਜਿਹੜਾ ਹੈ ਉਹ ਮਾਲਵੇ ਵੱਲ ਜਿਹੜਾ ਸ਼ਿਫਟ ਹੋ ਗਿਆ ਔਰ ਮਾਲਵੇ ਦੀ ਕਿਉਂਕਿ ਗਿਣਤੀ ਵੀ ਵੱਧ ਹੈ, ਸਾਰਾ ਕੁਝ ਉਹ ਠੀਕ। ਇਹਦੇ ਨਾਲ ਹੀ ਜਿਹੜਾ ਉਹ
ਵਿਕਰਮ ਮਜੀਠੀਆ ਦਾ ਜਿਹੜਾ ਪੈਦਾ ਹੋਣਾ। ਵਿਕਰਮ ਮਜੀਠੀਆ ਜਿਹੜਾ ਹੈ ਉਹ ਇਹ ਗੱਲ ਨਿਰਸੰਦੇਹ ਮੰਨੀ ਜਾ ਸਕਦੀ ਹੈ ਕਿ ਉਸਨੇ ਆਪਣੀ ਕੌਨਸਟੀਟਿਊਂਸੀ ਦੇ ਵਿੱਚ ਜਿਹੜੀ ਮਜੀਠਾ ਦੀ ਕੌਨਸਟੀਟਿਊਂਸੀ ਹੈ ਉਸ ਦੇ ਵਿੱਚ ਵਿਕਾਸ ਦਾ ਵੀ ਔਰ ਉਸ ਵਿੱਚ ਲੋਕਾਂ ਦੇ ਕੰਮਾਂ ਦਾ ਵੀ ਔਰ ਲੋੜ ਪੈਣ ਦੇ ਉੱਤੇ ਧੱਕਾ ਕਰਨਾ ਵੀ ਔਰ ਲੋੜ ਪੈ ਕੇ ਧੱਕੇ ਦਾ ਮੁਕਾਬਲਾ ਕਰਨਾ ਵੀ ਇੱਕ ਲਗਾਤਾਰ ਉਹਨੇ ਮਜੀਠੇ ਦੇ ਵਿੱਚ ਜਿਹੜਾ ਉਹ ਮੇਨਟੇਨ ਕੀਤਾ ਹੈ, ਜਿਹਦਾ ਉਹਨੂੰ ਨਤੀਜਾ ਜਿਹੜਾ ਉਹ ਪ੍ਰਾਪਤ ਹੋਇਆ। ਔਰ ਇਹ ਉਹਦੀ ਇੰਡੀਵਿਜੂਅਲ ਜਿਹੜੀ ਹੈ ਉਹਦੀ ਤੁਸੀਂ ਜਿੱਤ ਕਹਿ ਸਕਦੇ ਹੋ ਔਰ ਉਹਨੂੰ ਕ੍ਰੈਡਿਟ ਦੇ ਸਕਦੇ ਹੋ। ਸ਼ਾਇਦ ਮਤਲਬ ਜਿਹੜਾ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸਨ ਬਾਦਲ ਨੂੰ ਜਿਹੜਾ ਅਨਓਫੀਸ਼ੀਅਲ ਗੱਲਾਂ ਦੇ ਵਿੱਚ ਗੱਲਾਂ ਚੱਲਦੀਆਂ ਸਨ ਕਿ ਕਿਤੇ ਇਹ ਨਾ ਹੋਏ ਕਿ ਤੇਰਾ ਸਾਲਾ ਹੀ ਤੇਰੇ ਤੇ ਭਾਰੂ ਹੋ ਜਾਏ। ਤੇ ਨਿਰੰਤਰ ਤੌਰ ਦੇ ਉੱਤੇ ਸੁਖਬੀਰ ਬਾਦਲ ਹੋਰੀ ਪਿਛਲੇ ਸਮੇਂ ਦੇ ਉੱਤੋਂ ਵਿਕਰਮ ਮਜੀਠੀਆ ਨੂੰ ਪਿੱਛੇ ਰੱਖ ਰਹੇ ਸਨ, ਉਹਨੂੰ ਅੱਗੇ ਨਹੀਂ ਸੀ ਆਉਣ ਦੇ ਰਹੇ। ਔਰ ਕਈ ਥਾਂ ਦੇ ਉੱਤੇ ਇਹ ਗੱਲ ਹੁੰਦੀ ਸੀ ਸ਼ਾਇਦ ਇਹਨਾਂ ਦਾ ਆਪਸ ਵਿੱਚ ਜਿਹੜਾ ਹੈ ਉਹ ਕੋਈ ਤਾਲਮੇਲ ਜਿਹੜਾ ਬਹੁਤਾ ਨਹੀਂ। ਪਰ ਇਸ ਮਜੀਠਾ ਚੋਣ ਜਿੱਤਣ ਤੋਂ ਬਾਅਦ ਵਿਕਰਮ ਮਜੀਠੀਆ ਜ਼ਿਆਦਾ ਕੌਨਫੀਡੈਂਟ, ਜ਼ਿਆਦਾ ਜਿਹੜਾ ਉਹ ਆਪਣੇ ਆਪ ਨੂੰ ਵੱਡਾ ਲੀਡਰ ਬਣਾਉਣ ਔਰ ਆਪਣੀ ਅਸਰਸ਼ਨ ਜਿਹੜੀ ਹੈ ਸੁਖਬੀਰ ਬਾਦਲ ਦੇ ਉੱਤੇ ਜਿਹੜੀ ਹੈ ਰੱਖਣ ਦੇ ਵਿੱਚ ਉਹ ਜ਼ਰੂਰ ਇੱਕ ਵਾਰੀ ਬਿਹੇਵ ਕਰੇਗਾ ਜਿਹੜਾ ਉਹਦਾ ਸੁਭਾਅ ਹੈ। ਔਰ ਇਹ ਮਤਲਬ ਤੁਸੀਂ ਇਸ ਨੂੰ ਵਿਕਰਮ ਮਜੀਠੀਆ ਦੀ ਐਮਰਜੈਂਸੀ ਤਾਂ ਨਹੀਂ ਕਹਿ ਸਕਦੇ, ਲੇਕਿਨ ਇਹ ਕਹਿ ਸਕਦੇ ਹੋ ਕਿ ਅਕਾਲੀ ਦਲ ਵਿੱਚ ਇੱਕ ਨਵਾਂ ਬੁਖੇੜ ਜਿਹੜਾ ਹੈ, ਇੱਕ ਨਵੀਂ ਅੰਦਰ ਦੀ ਲੜਾਈ ਜਿਹੜੀ ਹੈ ਉਹ ਪੈਗੀ, ਜਿਹੜੀ ਕਿ ਖੁੱਲ੍ਹੀਆਂ ਮੀਟਿੰਗਾਂ ਵਿੱਚ ਕੋਰ ਕਮੇਟੀ ਵਿੱਚ ਹੋਏਗਾ। ਤੇ ਸ਼ਾਇਦ ਭੈਣ ਜਿਹੜੀ ਹੈ ਉਹ ਭੈਣ ਨਾਲ ਹੁੰਦੀ ਹੈ ਕਿ ਪਤੀ ਨਾਲ ਹੁੰਦੀ ਹੈ, ਇਹ ਵਕਤ ਜਿਹੜਾ ਦੱਸੇਗਾ। ਤੇ ਜ਼ਿਆਦਾ ਇੰਡੀਕੇਸ਼ਨ ਹਮੇਸ਼ਾ ਹੁੰਦੇ ਨੇ ਕਿ ਭੈਣਾਂ ਭਰਾਵਾਂ ਨੂੰ ਬਹੁਤਾ ਜਿਹੜਾ ਛੱਡ ਵੀ ਨਹੀਂ ਸਕਦੀਆਂ। ਸੋ ਇੱਕ ਅਕਾਲੀ ਲੀਡਰਸ਼ਿਪ ਦੇ ਵਿੱਚ ਜਿਹੜੇ ਸੁਖਬੀਰ ਬਾਦਲ ਦਾ ਰਾਈਵਲ ਜਿਹੜਾ ਵਿਕਰਮ ਮਜੀਠੀਆ ਜਿਹੜਾ ਉਹ ਬਣ ਸਕਦਾ ਹੈ। ਔਰ ਰਾਈਵਲ ਬਣਨ ਨਾਲ ਜਿਹੜੀ ਆ ਉਹ ਕੰਟਰਡਿਕਸ਼ਨ ਜਿਹੜੀਆਂ ਨੇ ਅੰਦਰ ਵੱਧ ਜਾਣਗੀਆਂ, ਜਿਹੜਾ ਕਿ ਹੁਣ ਸੁਖਬੀਰ ਬਾਦਲ ਨੂੰ ਅਧਿਕਾਰ ਦੇ ਦਿਓ, ਸੁਖਬੀਰ ਬਾਦਲ ਜੋ ਮਰਜ਼ੀ ਕਰ ਲਵੇ, ਜਿਹੜੀ ਮਰਜ਼ੀ ਕੋਰ ਕਮੇਟੀ ਜੋ ਮਰਜ਼ੀ, ਸ਼ਾਇਦ ਉਹਨੂੰ ਉਹ ਅੰਦਰ ਬੈਠ ਕੇ ਚੈਲੰਜ ਕਰਨਾ ਸ਼ੁਰੂ ਕਰੇ। ਪਾਰਟੀ ਤਾਂ ਨਹੀਂ ਛੱਡੇਗਾ, ਵਿਰੋਧ ਵੀ ਉਹ ਨਹੀਂ ਕਰੇ, ਲੇਕਿਨ ਉਹ ਆਪਣੇ ਆਪ ਨੂੰ ਪਾਵਰਫੁਲ ਲੀਡਰ ਦੇ ਤੌਰ ਤੇ ਪੁੱਟ ਕਰੇਗਾ। ਅਜੇ ਤੱਕ ਉਹਨੂੰ ਪਾਵਰਫੁਲ ਲੀਡਰ ਨਹੀਂ ਸੀ ਮੰਨਿਆ ਜਾਂਦਾ, ਉਵੇਂ ਹੀ ਧਾਕੜ ਮੰਨਿਆ ਜਾਂਦਾ ਸੀ ਕਿ ਵੱਧ ਬੋਲਦਾ ਜੀ, ਵੱਧ ਲੜਾਕਾ ਜੀ। ਲੇਕਿਨ ਇਸ ਵੇਲੇ ਉਹਨੇ ਆਪਣੇ ਆਪ ਨੂੰ ਆਪਣੀ ਕੌਨਸਟੀਟਿਊਂਸੀ 'ਚ ਇੱਕ ਪਪੂਲਰ ਲੀਡਰ ਦੇ ਤੌਰ ਤੇ ਜਿਹੜਾ ਜ਼ਰੂਰ ਐਸਟੈਬਲਿਸ਼ ਕੀਤਾ ਹੈ। ਔਰ ਇਹ ਅਕਾਲੀ ਦਲ ਲਈ ਕੋਈ ਚੰਗਾ ਸੰਕੇਤ ਨਹੀਂ। ਭਾਵੇਂ ਮਜੀਠੀਆ ਕੌਨਸਟੀਟਿਊਂਸੀ ਜਿੱਤ ਲਈ, ਮਜੀਠੀਆ ਬਹੁਤ ਚੰਗੀ ਗਿਣਤੀ ਲੈ ਲਈ, ਲੇਕਿਨ ਅਕਾਲੀ ਲੀਡਰਸ਼ਿਪ ਦੇ ਲਈ ਬਾਦਲ ਅਕਾਲੀ ਦਲ ਨਹੀਂ, ਇਹ ਮੈਂ ਇਹਨੂੰ ਸ਼ੁਭ ਸੰਕੇਤ ਨਹੀਂ ਸਮਝਦਾ, ਬਲਕਿ ਇੱਕ ਨਵੀਂ ਜਿਹੜੀ ਹੈ ਇੱਕ ਸਮੱਸਿਆ ਜਿਹੜੀ ਹੈ ਅਕਾਲੀ ਦਲ ਲਈ ਪੈਦਾ ਹੋ ਸਕਦੀ। ਇੱਕ ਜਿਹੜੀ ਤੁਸੀਂ ਬੜੀ ਪਿਆਰੀ ਗੱਲ ਛੇੜ ਲਈ ਹੈ, ਮੈਂ ਗੱਲ ਤਾਂ ਇਹਨਾਂ ਨਤੀਜਿਆਂ ਤੇ ਜਾਣਾ ਸੀ ਕਿਉਂਕਿ ਜੇ ਇਸ ਕੋਣ ਨੂੰ ਛੱਡ ਕੇ ਦੁਬਾਰਾ ਲਿਆਉਣਾ ਬੜਾ ਔਖਾ ਹੋ ਜਾਊਗਾ। ਮੈਂ ਦੋਸਤਾਂ ਤੋਂ ਮਾਫੀ ਮੰਗ ਲਵਾਂ ਕਿਉਂਕਿ ਜਿਸ ਤਰੀਕੇ ਨਾਲ ਡਾਕਟਰ ਐਸਪੀ ਸਿੰਘ ਨੇ ਅਕਾਲੀ ਦਲ ਦੀ ਅੰਦਰਲੀ ਰਾਜਨੀਤੀ ਨੂੰ ਪ੍ਰਭਾਸ਼ਿਤ ਕਰਨ ਦਾ ਯਤਨ ਕੀਤਾ, ਇਹ ਸੱਚ ਹੈ ਕਿ ਰਿਸ਼ਤਿਆਂ ਦੇ ਵਿੱਚ ਅਕਸਰ ਰਾਜਨੀਤੀ ਅਸਰਅੰਦਾਜ਼ ਹੁੰਦੀ ਆ। ਕਿਸੇ ਵੀ ਅਹੁਦੇ ਨੂੰ ਗ੍ਰਹਿਣ ਕਰਨ ਲਈ ਵੀ ਕਈ ਵਾਰੀ ਪੌੜੀ ਬਣ ਜਾਂਦੇ ਆ ਰਿਸ਼ਤੇ, ਔਰ ਬਹੁਤ ਵਾਰੀ ਵਖਰੇਵਿਆਂ ਲਈ ਵੀ ਇਹ ਰਿਸ਼ਤੇ ਹੀ, ਕਿਉਂਕਿ ਬਾਹਰੀ ਕੋਈ ਬੰਦਾ ਆ ਕੇ ਸ਼ਾਇਦ ਬਾਦਲ ਪਰਿਵਾਰ ਦੇ ਵਿੱਚ ਉਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ ਜਿੰਨੀ ਵਿਕਰਮ ਸਿੰਘ ਮਜੀਠੀਆ ਦੇ ਲਈ ਕਰਨੀ ਸੌਖੀ ਸੀ। ਮੈਂ ਦੂਜੀ ਗੱਲ ਸਰਦਾਰ ਸਾਹਿਬ ਇਹ ਤੁਹਾਨੂੰ ਪੁੱਛਣੀ ਆ ਕਿ ਜਦੋਂ ਮੁਕਾਬਲਤਨ ਵਿਕਰਮ ਸਿੰਘ ਮਜੀਠੀਆ ਔਰ ਸੁਖਬੀਰ ਸਿੰਘ ਬਾਦਲ ਔਰ ਹਰਸਿਮਰਤ ਬਾਦਲ ਤਿੰਨ ਧਰੁਵ ਨੇ, ਚੌਥੇ ਵੱਡੇ ਬਾਦਲ ਸਾਹਿਬ ਪਿੱਛੇ ਹੋ ਗਏ ਆ, ਇਹਨਾਂ ਦੇ ਵਿੱਚੋਂ ਸਭ ਤੋਂ ਪ੍ਰਭਾਵਸ਼ਾਲੀ ਗੱਲ ਕਰਨ ਲਈ ਸਟੇਜ ਦੇ ਉੱਤੋਂ ਮੌਕੇ ਅਨੁਸਾਰ ਉਹ ਵਿਕਰਮ ਦਾ ਨਾਮ ਆਉਂਦਾ ਰਿਹਾ। ਬੀਬਾ ਹਰਸਿਮਰਤ ਨੇ ਜਿਹੜੀ ਪਾਰਲੀਮੈਂਟ ਦੇ ਵਿੱਚ ਹੁਣੇ ਸਪੀਚ ਦਿੱਤੀ ਆ, ਮੇਰੇ ਖਿਆਲ ਉਹ ਉਹਨਾਂ ਦੀ ਹੁਣ ਤੱਕ ਦੀ ਸਭ ਤੋਂ ਅਗਰੈਸ਼ਨ ਵਾਲੀ ਸੀ, ਸਭ ਤੋਂ ਹਮਲਾਵਰ ਰੁਖ ਸੀਗਾ। ਉਹਨਾਂ ਨੇ ਆਪਣੇ ਪੁਰਾਣੇ ਭਾਈਵਾਲਾ ਨੂੰ ਪੂਰਾ ਸ਼ੀਸ਼ਾ ਵਿਖਾਇਆ ਔਰ ਪੂਰੀ ਤਰ੍ਹਾਂ ਲੜੇ। ਲੇਕਿਨ ਕੁੱਲ ਮਿਲਾ ਕੇ ਜੇਕਰ ਤੁਸੀਂ ਲੀਡਰਸ਼ਿਪ ਦੇ ਆਪਸੀ ਕਲੈਸ਼ ਨੂੰ ਮੰਨਦੇ ਹੋ, ਪਰਿਵਾਰਕ ਆਪਸੀ ਅੱਗੇ ਵਧਣ ਦੀ ਪ੍ਰਕਿਰਿਆ, ਕਿਉਂਕਿ ਕੋਈ ਵੀ ਆਪਣੇ ਆਪ ਨੂੰ ਪਿੱਛੇ ਨਹੀਂ ਰੱਖ ਸਕਦਾ, ਸੋ ਵਿਕਰਮ ਮਜੀਠੀਆ ਦੀ ਜਿਹੜੀ ਤੋਰ ਥੋੜਾ ਜਿਹਾ ਚੁੱਪ ਕਰਕੇ, ਥੋੜਾ ਜਿਹਾ ਨਿਮ ਕੇ ਚੱਲਣ ਵਾਲੀ ਸੀ ਪਿਛਲੇ ਦਿਨਾਂ 'ਚ ਕਿ ਅਕਾਲੀ ਲੀਡਰਸ਼ਿਪ ਇਸ ਗੱਲ ਨੂੰ ਮੰਨਦੀ ਹੈ ਕਿ ਪਰਿਵਾਰਵਾਦ ਹੈ ਜਾਂ ਕੁਝ ਵੀ ਹੈ, ਵਿਕਰਮ ਸਿੰਘ ਮਜੀਠੀਆ ਥੋੜਾ ਪਿੱਛੇ ਚੱਲਦੇ ਪਏ ਸੀ ਔਰ ਕਿਧਰੇ ਵੀ ਉਹ ਮੂਹਰੇ ਹੋ ਕੇ ਗੱਲ ਨਹੀਂ ਸੀ ਕਰਦੇ। ਕੋਰ ਕਮੇਟੀਆਂ 'ਚ ਵੀ ਉਹ ਪਿੱਛੇ ਬੈਠਦੇ ਸੀ, ਪ੍ਰੈਸ ਕਾਨਫਰੰਸਿਸ ਦੇ ਵਿੱਚ ਵੀ ਸੁਖਬੀਰ ਤੋਂ ਡਿਸਟੈਂਸ ਤੇ ਬੈਠਦੇ ਸੀ। ਹੁਣ ਤੁਹਾਨੂੰ ਲੱਗਦਾ ਹੈ ਕਿ ਇਹ ਖੁੱਲ ਕੇ ਪੋਲਿਟਿਕਸ ਕਰਨ ਵਾਲੀ ਗੱਲ, ਅਕਾਲੀ ਦਲ ਨੂੰ ਲੀਡ ਕਰਨ ਵਾਲੀ ਗੱਲ ਦੇ ਵਿੱਚ ਵਿਕਰਮ ਹਰ ਮੰਚ ਤੋਂ ਨਜ਼ਰ ਆਉਣਾ ਸੁਭਾਵਿਕ ਹੋਊਗਾ, ਤਾਂ ਇਹਦੇ ਜਿਹੜੇ ਆ ਇਹਨੂੰ ਅਕਾਲੀ ਦਲ ਨੂੰ ਕਿੰਨਾ ਕੁ ਬੈਨੀਫਿਟ ਔਰ ਲੰਬੇ ਸਮੇਂ ਲਈ ਅਕਾਲੀ ਦਲ ਨੂੰ ਇਹ ਕਿਵੇਂ ਪ੍ਰਭਾਵਿਤ ਕਰਦਾ ਹੈ, ਇਹ ਸਾਰਾ ਜਿਹੜਾ ਪਰਿਵਾਰਕ ਘਟਨਾਕ੍ਰਮ ਹੈ। ਰੰਧਾਵਾ ਜੀ ਜਿਹੜੀ ਤੁਸੀਂ ਕਹਿੰਦੇ ਸੀ ਨਾ ਪਿੱਛੇ ਬੈਠਦਾ, ਪਿੱਛੇ ਦਾ ਨਹੀਂ ਸੀ, ਇਸ ਤਰ੍ਹਾਂ ਲੱਗ ਰਿਹਾ ਸੀ। ਔਰ ਜਿਹੜੀ ਹੈ ਉਹ ਅਨਕਨਫਰਮ ਨਿਊਜ਼ ਦੇ ਵਿੱਚ ਵੀ ਸੀ
ਕਿ ਜੀਜੇ ਦੇ ਸਾਲੇ ਦੇ ਵਿੱਚ ਸਭ ਕੁਝ ਅੱਛਾ ਨਹੀਂ, ਕਈ ਇਸ਼ੂ ਦੇ ਉੱਤੇ ਆਪਸ 'ਚ, ਲੇਕਿਨ ਉਹ ਗੱਲ ਨੂੰ ਬਾਹਰ ਨਹੀਂ ਸੀ ਲਿਆਉਂਦੇ। ਔਰ ਉਸ ਗੱਲ ਇਹ ਗੱਲ ਮੰਨ ਲਈਏ ਕਿ ਮਜੀਠੀਆ ਨੂੰ ਪਿੱਛੇ ਕੀਤਾ ਵੀ ਜਾ ਰਿਹਾ ਸੀ। ਜੇਕਰ ਤੁਸੀਂ ਪੂਰਾ ਦੇਖੋ ਕਿ ਜਿਸ ਵੇਲੇ ਪਹਿਲੀ ਜਿਹੜੀ ਇਹਨਾਂ ਨੇ ਰੈਲੀ ਜਿਹੜੀ ਹੈ ਉਹ ਅਨਾਉਂਸ ਕੀਤੀ ਸੀ, ਔਰ ਉਹ ਰੈਲੀ ਜਿਹੜੀ ਹੈ ਇੱਕ ਜਿਹੜਾ ਉਹਦਾ ਯੂਨਿਟ ਜਿਹੜਾ ਸੀ ਉਹ ਅੰਮ੍ਰਿਤਸਰ ਤੋਂ ਚੱਲਣਾ ਸੀ, ਇੱਕ ਬਠਿੰਡੇ ਤੋਂ ਚੱਲਣਾ ਸੀ, ਔਰ ਉਸ ਵੇਲੇ ਤੱਕ ਵਿਕਰਮ ਮਜੀਠੀਆ ਚੁੱਪ ਰਿਹਾ। ਪਰ ਜਿਸ ਵੇਲੇ ਗੱਲ ਅੰਮ੍ਰਿਤਸਰ ਤੋਂ ਚੱਲਣ ਦੀ ਗੱਲ ਸੀ, ਜਿਹੜੀ ਇੱਕ ਆਪਣਾ ਰੋਡ ਮੈਪ ਵਾਲੀ ਜਿਹੜੀ ਸੀ ਆਈ ਸੀ, ਉਸ ਵੇਲੇ ਫਿਰ ਅੱਗੇ ਹੋ ਕੇ ਆ ਗਿਆ ਤੇ ਮੋਹਾਲੀ ਜਾ ਕੇ ਉਹਨੇ ਆਪਣੀ ਲੀਡਰਸ਼ਿਪ ਦਾ ਰੋਲ ਕੀਤਾ, ਫਿਰ ਉਹ ਚੁੱਪ ਹੋ ਗਿਆ। ਸੋ ਉਹ ਲੜਾਈ ਜਿਹੜੀ ਹੈ ਉਸ ਲੜਾਈ ਨੂੰ ਉਹ ਪਹਿਲਾਂ ਥੱਲੇ ਰੱਖ ਰਿਹਾ ਸੀ, ਕਿਉਂਕਿ ਉਹਨੂੰ ਉਹ ਕੌਨਫੀਡੈਂਸ ਨਹੀਂ ਸੀ ਕਿ ਜਿਹੜਾ ਮੇਰੀ ਫੋਲੋਇੰਗ ਹੈ ਜਾਂ ਮੇਰਾ ਦੂਜਾ ਆਧਾਰ ਹੈ ਉਹ ਖਤਮ ਹੋਏਗਾ। ਦੂਜਾ ਨਾਲ ਤੁਸੀਂ ਇਹ ਗੱਲ ਰੱਖੋ ਕਿ ਉਸੇ ਪੀਰੀਅਡ ਦੇ ਵਿੱਚ ਉਹ ਜਲੰਧਰ, ਲੁਧਿਆਣਾ ਤੇ ਮੋਹਾਲੀ, ਇਹ ਤਿੰਨਾਂ ਥਾਵਾਂ ਤੇ ਫ੍ਰੀਕੁਐਂਟ ਵਿਜ਼ਿਟਸ ਵੀ ਕਰਦਾ ਸੀ, ਜਿਹਦੇ ਨਾਲ ਇਹ ਸੀ ਕਿ ਉਹਨੇ ਜਿਵੇਂ ਲੁਧਿਆਣੇ ਦੇ ਵਿੱਚ ਉਹਨੇ ਆਪਣਾ ਬੇਸ ਭਾਵੇਂ ਗੋਸ਼ੇ ਰਾਹੀਂ ਭਾਵੇਂ ਦੂਜਿਆਂ ਦੇ ਰਾਹੀਂ ਉਹਨੇ ਆਪਣਾ ਬੇਸ ਜਿਹੜਾ ਸੀ ਬਣਾਇਆ ਸੀ, ਔਰ ਉਸ ਦੇ ਵਿੱਚ ਉਹਨੇ ਆਪਣਾ ਗੜ੍ਹ ਜਿਹੜਾ ਲੁਧਿਆਣੇ ਨੂੰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ, ਅੰਮ੍ਰਿਤਸਰ ਵੀ ਕੋਸ਼ਿਸ਼ ਕੀਤੀ। ਇਹ ਵੱਖਰੀ ਗੱਲ ਹੈ ਕਿ ਅੰਮ੍ਰਿਤਸਰ ਜਿਹੜਾ ਉਹ ਲੋਪੋਕੇ ਔਰ ਦੂਜਿਆਂ ਦਾ ਜਿਹੜਾ ਵਿਰੋਧ ਜਿਹੜਾ ਸੀ ਉਹਦੇ ਕਰਕੇ ਉਹਨੂੰ ਥੋੜਾ ਜਿਹਾ ਪਿੱਛੇ ਹਟਣਾ ਪਿਆ ਸੀ, ਲੇਕਿਨ ਉਸ ਨੂੰ ਅੱਗੇ ਜਿਹੜਾ ਉਹ ਚੱਲਣਾ ਪਿਆ। ਪਰ ਇਸੇ ਤਰ੍ਹਾਂ ਵੀ ਉਹ ਸੁਖਬੀਰ ਬਾਦਲ ਦੇ ਮੁਕਾਬਲੇ ਤੇ ਨਾ ਖੁੱਲ ਕੇ ਆਇਆ ਸੀ, ਨਾ ਖੁੱਲ ਕੇ ਆਉਣ ਦੀ ਉਹਦੀ ਇੱਛਾ ਸੀ, ਤੇ ਨਾ ਹੀ ਉਹਦਾ ਜਿਹੜਾ ਕੱਦ ਜਿਹੜਾ ਉਹ ਬਣਿਆ ਸੀ। ਪਰ ਜਿਹੜੀ ਅਕਾਲੀ ਦਲ ਦੀ ਯੂਥ ਲੀਡਰਸ਼ਿਪ ਹੈ ਜਾਂ ਅਕਾਲੀ ਦਲ ਦਾ ਜਿਹੜਾ ਇੱਕ ਵਿੰਗ ਹੈ ਜਿਹੜਾ ਚਾਹੁੰਦਾ ਹੈ ਕਿ ਅਗਰੈਸਿਵ ਹੋ ਕੇ ਅਸੀਂ ਗੱਲ ਕਰੀਏ, ਉਸ ਅਗਰੈਸਿਵ ਹੋਣ ਦਾ ਜਿਹੜਾ ਲੀਡਰ ਹੈ, ਜਿਹਨੂੰ ਅਸੀਂ ਪੁਰਾਣੇ ਜ਼ਮਾਨੇ 'ਚ ਇੱਕ ਕਾਂਗਰਸੀ ਕਹੀਏ ਤੇ ਯੰਗ ਟਰਕ ਵਾਲਾ ਜਿਹੜਾ ਰੋਲ ਹੈ ਉਹ ਅਕਾਲੀ ਦਲ ਦੇ ਵਿੱਚ ਉਹ ਵਿਕਰਮ ਮਜੀਠੀਆ ਜਿਹੜਾ ਹੈ ਉਹ ਨਿਭਾਏਗਾ। ਤੇ ਜੇਕਰ ਸੁਖਬੀਰ ਬਾਦਲ ਉਹਦੀਆਂ ਗੱਲਾਂ ਨੂੰ ਨਹੀਂ ਮੰਨੇਗਾ ਤੇ ਉਹ ਅਗਰੈਸਿਵ ਰੋਲ ਜਿਹੜਾ ਵੱਧਦਾ ਜਾਏਗਾ ਰਹੇਗਾ ਅਕਾਲੀ ਦਲ 'ਚ। ਔਰ ਇਹ ਵੱਖਰੀ ਗੱਲ ਹੈ ਕਿ ਅਕਾਲੀ ਦਲ ਦਾ ਲੀਡਰ ਜਿਹੜਾ ਹੈ ਉਹ ਵਿਕਰਮ ਮਜੀਠੀਆ ਨੰਬਰ 1 ਲੀਡਰ ਕਦੀ ਨਹੀਂ ਬਣ ਸਕਦਾ, ਤੇ ਸ਼ਾਇਦ ਸੁਖਬੀਰ ਬਾਦਲ ਇਹ ਚੈਲੰਜ ਹੈ ਕਿ ਲੋਕ ਉਹਨੂੰ ਅਸੈਪਟ ਨਹੀਂ ਕਰਦੇ। ਇਹ ਅਕਾਲੀ ਦਲ ਦਾ ਵੱਡਾ ਰੋਲ ਹੈ। ਜਿੱਥੋਂ ਤੱਕ ਹਰਸਿਮਰਤ ਬਾਦਲ ਦਾ ਹੈ, ਉਹ ਨਾ ਭਰਾ ਨੂੰ ਛੱਡਣਾ ਉਹਨੇ ਤੇ ਨਾ ਉਹਨੇ ਪਤੀ ਨੂੰ ਛੱਡਣਾ ਹੈ। ਉਹਦਾ ਰੋਲ ਜਿਹੜਾ ਹੈ ਉਹ ਪਿੱਛੇ ਹੀ ਰਹਿਣਾ ਕਿ ਮੈਨੂੰ ਕੋਈ ਤੁਸੀਂ ਵਿੱਚੋਂ ਕੀ ਇਹਦੇ ਵਿੱਚੋਂ ਦੇ ਦਿਓਗੇ ਤੇ ਕਰ ਦਿਓਗੇ। ਉਹ ਕਿਸੇ ਮੀਟਿੰਗ ਦੇ ਵਿੱਚ ਜਾਂ ਦੂਜੇ 'ਚ ਅਗਰੈਸਿਵ ਰੋਲ ਉਹਨੇ ਨਹੀਂ ਨਿਭਾਉਣਾ। ਸੋ ਜਿੱਥੋਂ ਤੱਕ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੀ ਗੱਲ ਹੈ, ਉਹ ਪਰਿਵਾਰ ਦਾ ਜਿਹੜਾ ਹੈ ਉਹ ਵਿਕਰਮ ਮਜੀਠੀਆ ਔਰ ਸੁਖਬੀਰ ਦੇ ਵਿੱਚ ਜਿਹੜਾ ਉਹ ਚੱਲੇਗਾ, ਔਰ ਇਹ ਇੱਕ ਠੰਡੀ ਲੜਾਈ ਜਿਹੜੀ ਚੱਲੇਗੀ, ਲੇਕਿਨ ਚੱਲੇਗੀ ਜ਼ਰੂਰ, ਕਿਉਂਕਿ ਵਿਕਰਮ ਮਜੀਠੀਆ ਵੀ ਆਰਾਮ ਨਾਲ ਬੈਠਣ ਦੇ ਸੁਭਾਅ ਵਾਲਾ ਜਿਹੜਾ ਹਿੱਸਾ ਜਿਹੜਾ ਹੈ ਉਹ ਨਹੀਂ ਹੈਗਾ। ਸੋ ਇਹ ਗੱਲ ਜਿਹੜੀ ਹੈ, ਇਹ ਸਿਚੁਏਸ਼ਨ ਜਿਹੜੀ ਉਹ ਹੈ। ਜਿੱਥੋਂ ਤੱਕ ਹਰਸਿਮਰਤ ਬਾਦਲ ਦਾ ਤੁਸੀਂ ਪਾਰਲੀਮੈਂਟ ਦਾ ਕਹਿੰਦੇ ਹੋ, ਦੂਜੀ ਗੱਲ ਕਰਦੇ ਹੋ, ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਦਮਖਮ ਸੀ ਕਿ ਪਾਰਲੀਮੈਂਟ ਗੱਲ ਕਰਨ ਵਾਸਤੇ ਬਾਕੀਆਂ ਨੂੰ ਕਨਵਿੰਸ ਕਰਨੀ। ਮੇਰੀ ਇਮੋਸ਼ਨਲ ਆਊਟਬਸਟ ਜਿਹੜੀ ਹੈ ਉਹ ਕੰਮ ਨਹੀਂ ਹੁੰਦੀ, ਬਲਕਿ ਤੱਥ ਜਿਹੜੇ ਨੇ ਕੰਮ ਹੁੰਦੇ ਨੇ। ਤੇ ਸ਼ਾਇਦ ਉਹਦੇ ਵਿੱਚ ਜਦੋਂ ਵਿੱਚੋਂ ਪੁਆਇੰਟ ਆਊਟ ਵੀ ਕੀਤਾ ਗਿਆ ਸੀ ਕਿ ਉਹ ਤੱਥ ਜਿਹੜੇ ਨੇ ਕਿ ਤੁਸੀਂ ਆਪ ਰਹੇ ਕਿਸਾਨੀ ਮੋਰਚੇ ਨੂੰ ਖਰਾਬ ਕਰਨ ਲਈ, ਕਿਉਂਕਿ ਸਭ ਤੋਂ ਵੱਡੀ ਗੱਲ ਇਹ ਸੀ ਕਿ ਇੱਕ ਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਅਖੀਰ ਤੱਕ ਅਪੀਲ ਕਰਨੀ ਕਿ ਕਿਸਾਨਾਂ ਨੂੰ ਜਿਹੜਾ ਹੈ ਮੋਰਚਾ ਨਹੀਂ ਲਾਉਣਾ ਚਾਹੀਦਾ, ਕਿਉਂਕਿ ਕਿਸਾਨਾਂ ਦੇ ਹੱਕ 'ਚ ਹੈ। ਔਰ ਰਿਜ਼ਾਈਨ ਕਰਨ ਤੋਂ ਬਾਅਦ ਵੀ ਹਰਸਿਮਰਤ ਬਾਦਲ ਦਾ ਇਹ ਕਹਿਣਾ ਕਿ ਇਹ ਐਕਟ ਠੀਕ ਨੇ, ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ, ਇਸ ਕਰਕੇ ਅਸੀਂ ਕਿਸਾਨਾਂ ਦੇ ਨਾਲ ਜਿਹੜੇ ਨੇ ਉਹ ਚੱਲ ਪਏ। ਅਖੀਰ ਤੇ ਜਾ ਉਹ ਰਿਜ਼ਾਈਨ ਕਰਨ ਤੋਂ ਮਹੀਨਾ ਬਾਅਦ ਜਾ ਕੇ ਫਿਰ ਉਹਨਾਂ ਨੇ ਆਪਣਾ ਅਗਰੈਸਿਵ ਰੋਲ ਜਿਹੜਾ ਉਹਨੇ ਸ਼ੁਰੂ ਕੀਤਾ। ਤੇ ਇਹ ਇਮੋਸ਼ਨਲ ਆਊਟਬਸਟ ਜਿਹੜੀਆਂ ਨੇ ਉਹਦਾ ਪਾਰਲੀਮੈਂਟ ਮੈਂਬਰਾਂ ਕੋਲ ਜਵਾਬ ਕੋਈ ਨਹੀਂ, ਕਿਉਂਕਿ ਨਿਰੀ ਭਾਸ਼ਣਬਾਜ਼ੀ ਕਰੀ ਜਾਣੀ। ਜਿਸ ਪਾਰਟੀ ਨੂੰ, ਜਿਸ ਮੋਦੀ ਨੂੰ, ਜਿਸ ਜਿਹੜੀ ਆ ਬੀਜੇਪੀ ਨੂੰ ਇੱਕ ਲੈਵਲ ਦਾ ਉੱਤੇ ਜਿਹੜੀ ਆ ਕਿਸਾਨੀ ਮੰਗਾਂ ਦੇ ਉੱਤੇ ਵੀ ਜਿਹੜਾ ਸਭ ਤੋਂ ਪਹਿਲ ਦੇ ਕੇ ਰੱਖਿਆ, ਤੇ ਜਦੋਂ ਕੁਰਸੀ ਛੱਡਣੀ ਪਈ ਤਾਂ ਉਦੋਂ ਇੱਕ ਵੱਖਰਾ ਸਟੈਂਡ ਲੈਣਾ, ਉਹ ਕਨਵਿੰਸਿੰਗ ਜਿਹੜਾ ਨਹੀਂ ਹੈ। ਉਹ ਕਨਵਿੰਸਿੰਗ ਤਾਂ ਹੀ ਹੋ ਸਕਦਾ ਸੀ ਜੇਕਰ ਜਿਵੇਂ ਬੰਗਾਲ ਦੀ ਜਿਹੜੀ MP ਹੈ ਮਿੱਤਰ ਹੈ, ਜੇ ਉਹਦੇ ਬਾਕਨ ਫੈਕਟਸ ਔਰ ਫਿਗਰ ਔਰ ਲੌਜੀਕਲ ਨਾਲ ਗੱਲ ਹੁੰਦੀ, ਕਿਉਂਕਿ ਨਿਰੀ ਗੱਲ ਗੈਲਰੀਜ਼ ਨਾਲ ਖੇਡਣ ਨਾਲ ਨਹੀਂ ਹੁੰਦੀ, ਗੱਲ ਕੁਝ ਲੌਜਿਕ ਨਾਲ ਲੋਕਾਂ ਨੂੰ ਨਾਲ ਜੋੜਨ ਦੀ ਔਰ ਕਰਨ ਹੁੰਦੀ ਹੈ। ਉਹ ਹਰਸਿਮਰਤ ਬਾਦਲ ਦੀ ਕੈਪੈਸਿਟੀ ਨਹੀਂ ਹੈਗੀ। ਮੈਂ ਡਾਕਟਰ ਸਾਹਿਬ ਤੁਹਾਨੂੰ ਇੱਕ ਬੇਨਤੀ ਕਰੂੰਗਾ ਕਿ ਬੇਸ਼ੱਕ ਪਾਣੀ ਦਾ ਘੁੱਟ ਲੈ ਲਓ, ਲੇਕਿਨ ਥੋੜਾ ਜਿਹਾ ਉੱਚਾ ਬੋਲਿਓ ਜ਼ਰੂਰ। ਮੈਂ ਜਿਹੜਾ ਮੇਰਾ ਸਵਾਲ ਹੈ ਉਹ ਇਹਦੇ ਨਾਲ ਜੁੜਦਾ ਹੈ, ਕਿਉਂਕਿ ਮੈਂ ਇੱਥੋਂ ਅੱਗੇ ਮੂਵ ਕਰਨਾ ਹੈ ਕਿ ਕੀ ਇਹ ਕੈਪਟਨ ਅਮਰਿੰਦਰ ਸਿੰਘ ਲਈ ਸ਼ੁਭ ਸੰਕੇਤ ਨੇ ਇਸ ਤਰ੍ਹਾਂ ਦੀ ਇਲੈਕਸ਼ਨ ਜਿੱਤਣੀ, ਕਿਉਂਕਿ ਇਤਿਹਾਸ ਗਵਾਹ ਰਿਹਾ ਕਿ ਜਿਹਦੀ ਵੀ ਗਵਰਨਮੈਂਟ ਹੋਈ ਆ ਉਹਨੂੰ ਪੰਚਾਇਤੀ ਇਲੈਕਸ਼ਨਾਂ, ਸੰਮਤੀਆਂ ਦੀਆਂ ਇਲੈਕਸ਼ਨਾਂ ਔਰ ਇਹ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਦਾ
ਕ੍ਰੈਡਿਟ ਮਿਲਦਾ ਹੀ ਰਿਹਾ ਜਾਂ ਉਹ ਜਿੱਤ ਲੈਂਦੇ ਹੀ ਰਹੇ ਆ। ਸਰਕਾਰਾਂ ਦਾ ਜਿਹੜਾ ਵਾ ਉਹ ਆਪਣਾ ਇਨਫਲੂਐਂਸ ਹੁੰਦਾ ਹੈ, ਵੋਟਰਸ ਦੇ ਉੱਤੇ ਵੀ, ਲੀਡਰਾਂ ਦੇ ਉੱਤੇ ਵੀ ਕੰਮਾਂ ਕਾਜਾਂ ਨਾਲ ਲੋਕ ਜੁੜੇ ਆ। ਲੇਕਿਨ ਮੈਂ ਫਿਰ ਇੱਕ ਵਾਰੀ ਆਖਰੀ ਇਹ ਰਾਉਂਡ ਜਿਹੜਾ ਅਕਾਲੀ ਪੋਲਿਟਿਕਸ ਤੇ ਅੰਤਰੀ ਵੀ ਜਿਹੜੇ ਦਵੰਦ ਨੇ ਉਹਨਾਂ ਦੇ ਉੱਤੇ ਰੱਖਣਾ ਚਾਹੂੰਗਾ। ਜਦੋਂ ਮਾਝੇ ਦੀ ਲੜਾਈ ਰਹਿੰਦੀ ਸੀਗੀ, ਇਹਦੇ ਵਿੱਚ ਬ੍ਰਹਮਪੁਰਾ ਸੀਗੇ, ਪਹਿਲਾਂ ਪ੍ਰਕਾਸ਼ ਸਿੰਘ ਮਜੀਠਾ ਤੇ ਬ੍ਰਹਮਪੁਰਾ ਕਹਿੰਦੇ ਰਹੇ, ਮੁੜ ਕੇ ਇਹ ਲੜਾਈ ਬ੍ਰਹਮਪੁਰਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਔਰ ਬਿਕਰਮ ਸਿੰਘ ਮਜੀਠੀਆ 'ਚ ਚਲੇ ਜਾਂਦੀ ਹੈ। ਲੇਕਿਨ ਜਦੋਂ ਉਹ ਸਾਰੇ ਦੇ ਸਾਰੇ ਇੱਕ ਤਰ੍ਹਾਂ ਨਾਲ ਸਾਈਡਲਾਈਨ ਹੁੰਦੇ ਆ, ਖਾਸ ਤੌਰ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿੱਚ ਰਹਿੰਦਿਆਂ ਵੀ ਥੋੜੇ ਸਾਇਲੈਂਟ ਰਹਿੰਦੇ ਆ, ਹਾਲਾਂਕਿ ਉਹਨਾਂ ਦਾ ਰੋਲ ਵੱਡਾ ਹੈ। ਬਿਕਰਮ ਸਿੰਘ ਮਜੀਠੀਆ ਕਾਦੀਆਂ ਹਲਕੇ ਦੇ ਵਿੱਚੋਂ, ਜਿੱਥੇ ਉਹਨਾਂ ਦਾ ਸਿੱਧਾ ਦਖਲ ਸੀ, ਉੱਥੋਂ ਵੀ ਬੰਦਿਆਂ ਨੂੰ ਜਿਤਾ ਲਿਆਉਂਦੇ। ਅੱਜ ਬੋਨੀ ਅਜਨਾਲਾ ਵੀ ਉਹਨਾਂ ਦੇ ਨਾਲ ਸੀਗੇ ਬੈਠੇ ਹੋਏ। ਬਿਕਰਮ ਦੀ ਆਪਣੀ ਇਮੇਜ ਜਿਹੜੀ ਆ ਉਹ, ਕਿਉਂਕਿ ਸੰਜੀਦਾ, ਇਹ ਸਿਆਸਤ ਦੇ ਵਿੱਚ ਸੰਜੀਦਾ ਚਿਹਰੇ ਹੁੰਦੇ ਆ ਔਰ ਸੰਜੀਦਗੀ ਬਹੁਤ ਅਹਿਮ ਰੋਲ ਪਲੇ ਕਰਦੀ ਆ। ਧਾਕੜ ਹੋਣਾ, ਹਰ ਗੱਲ ਦੇ ਉੱਤੇ ਲੜਾਕੂ ਹੋਣਾ, ਆਪਣੇ ਵਿਰੋਧੀ ਨੂੰ ਵੇਖ ਨਾ ਸਕਣਾ, ਇਹ ਸ਼ਾਇਦ ਪ੍ਰਵਿਰਤੀਆਂ ਸਿਆਸਤ ਵਿੱਚ ਕੰਮ ਨਹੀਂ ਕਰਦੀਆਂ। ਸ਼ਾਇਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਉਹ ਜਿਹੜੀਆਂ ਚੀਜ਼ਾਂ ਸਿੱਖਣ ਦੀ ਜ਼ਰੂਰਤ ਸੀਗੀ, ਉੱਥੇ ਅਜੇ ਕੰਮ ਕਰਨ ਦੀ ਲੋੜ ਹੋਊਗੀ। ਲੇਕਿਨ ਇੱਕ ਸਵਾਲ ਬੜਾ ਵੱਡਾ ਹੈ ਕਿ ਜਦੋਂ ਐਨਡੀਏ ਤੋਂ ਬਾਹਰ ਆਉਣ ਦੀ ਗੱਲ ਸੀ, ਬਿਕਰਮ ਮਜੀਠੀਆ ਨੇ ਇਹ ਗੱਲ ਕਹੀ ਸੀ ਕਿ ਇਹ ਅਨਾਉਂਸਮੈਂਟ ਜੇ ਚੰਗਾ ਹੋਵੇ ਪ੍ਰਕਾਸ਼ ਸਿੰਘ ਬਾਦਲ ਕਰਨ, ਅਸੀਂ ਇਹ ਇਥੋਂ ਕੋਰ ਕਮੇਟੀ ਤੋਂ ਵਾਪਸੀ ਦਾ ਫੈਸਲਾ ਨਾ ਕਰਾਈਏ, ਇਹ ਅਧਿਕਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਈਏ। ਸੋ ਤੁਹਾਨੂੰ ਲੱਗਦਾ ਹੈ ਕਿ ਸਿਧਾਂਤਕ ਤੌਰ ਤੇ ਜਾਂ ਸਿਆਸਤ ਦੇ ਜਮਾ ਘਟਾਓ ਦੇ ਤੌਰ ਤੇ ਅਗਲੇ ਦਿਨਾਂ ਦੇ ਵਿੱਚ ਸਟੀਕ ਫੈਸਲਿਆਂ ਲਈ ਬਿਕਰਮ ਮਜੀਠੀਆ ਦੀ ਭੂਮਿਕਾ ਕੰਪੈਰੀਟਿਵਲੀ ਵੱਡੀ ਹੋ ਜਾਊਗੀ ਔਰ ਖਾਸ ਤੌਰ ਤੇ ਜਿਹੜੀ ਲੀਡਰਸ਼ਿਪ ਪੂਰੀ ਸਟੇਟ 'ਚ ਫੈਲੀ ਹੋਈ ਆ ਅਕਾਲੀ ਦਲ ਦੀ, ਉਹ ਹੌਲੀ ਹੌਲੀ ਬਿਕਰਮ ਮਜੀਠੀਏ ਨਾਲ ਉਹਦੇ ਜੇਤੂ ਅੰਦਾਜ਼ ਕਰਕੇ ਜੁੜਨੀ ਸ਼ੁਰੂ ਹੋ ਜਾਏਗੀ। ਐਸੀ ਸਥਿਤੀ ਦੇ ਵਿੱਚ ਬਿਕਰਮ ਦਾ ਤਾਕਤਵਰ ਹੋਣਾ ਇਹ ਕੁਦਰਤੀ ਹੋਊਗਾ ਤੇ ਉਹ ਤਾਕਤਵਰ ਹੋਣ ਨਾਲ ਅਕਾਲੀ ਦਲ ਅਗਲੇ ਸਫ਼ਰ ਤੇ ਕਿਸ ਤਰ੍ਹਾਂ ਤੁਰਦਾ ਵੇਖਦੇ ਹੋ? ਦੇਖੋ, ਜਿੱਥੋਂ ਤੱਕ ਤੁਹਾਡੀ ਗੱਲ ਹੈ ਕਿ ਜਿੱਥੋਂ ਤੱਕ ਬਿਕਰਮ ਮਜੀਠੀਏ ਦਾ ਸੁਭਾਅ ਵੀ ਹੈ ਤੇ ਉਹਦੇ ਆਪਰੇਸ਼ਨ ਵੀ ਹੈ, ਉਹ ਆਪਣੀਆਂ ਰੂਟਸ ਜਿਹੜੀਆਂ ਨੇ, ਇਹ ਵੱਖਰੀ ਗੱਲ ਹੈ ਕਿ ਹੋਰ ਜਿਹੜਾ ਮਾਲਵਾ ਹੈ ਜਿਹਦੇ ਚ ਫਰੀਦਕੋਟ, ਬਠਿੰਡਾ, ਸੰਗਰੂਰ, ਉਹਦੇ ਵਿੱਚ ਉਹਦੀ ਜਿਹੜੀ ਹੈ ਅਜੇ ਪਕੜ ਜਿਹੜੀ ਹੈ ਉਹ ਨਹੀਂ ਬਣਦੀ। ਪਰ ਜਿਸ ਵੇਲੇ ਉਹ ਕੋਰ ਕਮੇਟੀ, ਵਰਕਿੰਗ ਕਮੇਟੀ, ਦੂਜੀਆਂ ਮੀਟਿੰਗ ਦੇ ਵਿੱਚ ਉਹ ਆਪਣੀ ਵੱਖਰੀ ਆਵਾਜ਼ ਰੱਖੇਗਾ ਔਰ ਉਸ ਨੂੰ ਜਿਹੜੇ ਇਸ਼ੂਜ਼ ਦੇ ਵਿੱਚ ਆਪਣੀ ਓਪੀਨੀਅਨ ਦੇ ਕੇ ਉਹਨੂੰ ਮਨਾਉਣ ਦੀ ਗੱਲ ਜਿਹੜੀ ਕਰੇਗਾ, ਤੇ ਇਹ ਜਿਹੜੀ ਲੀਡਰਸ਼ਿਪ ਜਿਹੜੀ ਹੈ ਜਿਨ੍ਹਾਂ ਦੀ ਪੁੱਛ ਪ੍ਰਤੀ ਸੁਖਬੀਰ ਬਾਦਲ ਕੋਲ ਨਹੀਂ ਹੈਗੀ ਇਹਨਾਂ ਇਲਾਕਿਆਂ 'ਚ ਵੀ, ਉਹ ਜਿਹੜੇ ਨੇ ਉਹ ਬਿਕਰਮ ਮਜੀਠੀਏ ਦੇ ਮਗਰ ਇਕੱਠੇ ਹੋਣਗੇ ਆਪਣੀ ਗੱਲ ਕਰਨ ਲਈ, ਆਪਣੀ ਗੱਲ ਮਨਾਉਣ ਲਈ, ਆਪਣਾ ਜਿਹੜਾ ਕੰਮ ਸਰਕਾਰੀ ਦਰਬਾਰੇ ਵਿੱਚ ਵੀ ਕਰਵਾਉਣ ਲਈ ਸਾਰਾ ਕੁਝ ਜਿਹੜਾ ਉਹ ਰੋਲ ਅਦਾ ਕਰੇਗਾ, ਜਿਹਦੇ ਵਿੱਚ ਸ਼ਾਇਦ ਸੁਖਬੀਰ ਬਾਦਲ ਪਿੱਛੇ ਹੋ ਜਾਏਗਾ। ਜਿੱਥੋਂ ਤੱਕ ਤੁਹਾਡੀ ਗੱਲ ਹੈ ਕਿ ਰੈਸ਼ਨਲ ਅਪਰੋਚ ਹੋਣ ਵਾਸਤੇ ਪ੍ਰਕਾਸ਼ ਸਿੰਘ ਬਾਦਲ ਵਰਗੀ ਜਿਹੜੀ ਹੈ ਉਹ ਸਟ੍ਰੈਟਜੀ ਹੋਣ ਵਾਸਤੇ ਉਹ ਸੁਖਬੀਰ ਬਾਦਲ ਦੀ ਕੈਪੈਸਿਟੀ ਹੈ ਹੀ ਨਹੀਂ ਤੇ ਨਾ ਹੀ ਉਹ ਬਿਕਰਮ ਮਜੀਠੀਏ ਦੀ ਹੈ। ਇਸੇ ਕਰਕੇ ਉਹ ਸਫਰ ਕਰਦਾ ਹੈ। ਉਹ ਸਭ ਕੈਪੈਸਿਟੀ ਸੀ ਮਨਪ੍ਰੀਤ ਬਾਦਲ ਦੀ, ਜਿਹਨੂੰ ਜਿਹੜਾ ਹੈ ਉਹ ਸੁਖਬੀਰ ਬਾਦਲ ਔਰ ਬਿਕਰਮ ਮਜੀਠੀਆ ਕੰਬੀਨੇਸ਼ਨ ਨੇ ਮਜਬੂਰ ਕਰਤਾ ਕਿ ਪਾਰਟੀ ਛੱਡ ਕੇ ਜਿਹੜਾ ਉਹ ਚਲਾ ਜਾਏ। ਸੋ ਇਹ ਸਿਚੁਏਸ਼ਨ ਦੇ ਵਿੱਚ ਇਹ ਗੱਲ ਮੰਨ ਕੇ ਚੱਲੋ ਕਿ ਅਕਾਲੀ ਦਲ ਲਈ ਅਗਲਾ ਜਿਹੜਾ ਸਮਾਂ ਉਹਦੇ ਵਿੱਚ ਜ਼ਿਆਦਾ ਜਿਹੜਾ ਹੈ ਉਹ ਸੰਕਟਮਈ ਹੋ ਸਕਦਾ ਹੈ, ਜਿਸ ਵੇਲੇ ਅਕਾਲੀ ਦਲ ਦੇ ਵਿੱਚ ਵਿਧਨ ਦਾ ਪਰਿਵਾਰ ਜਿਹੜਾ ਹੈ ਉਹ ਇੱਕ ਨਵੀਂ ਧਿਰ ਜਿਹੜੀ ਹੈ ਉਹ ਖੜੀ ਹੋ ਸਕਦੀ ਹੈ। ਔਰ ਲੇਕਿਨ ਤੱਕ ਅਖੀਰ ਤੱਕ ਵੀ ਉਹ ਅਕਾਲੀ ਦਲ ਦੀ ਇੰਟਰਨਲ ਲੜਾਈ ਤੱਕ ਰਹੇਗੀ। ਲੇਕਿਨ ਇੰਟਰਨਲ ਲੜਾਈ ਦੇ ਵਿੱਚ ਟਿਕਟਾਂ ਦੀ ਵੰਡ ਤੋਂ ਲੈ ਕੇ ਆਰਗੇਨਾਈਜੇਸ਼ਨ ਦੇ ਤੌਰ ਤੇ ਲੈ ਕੇ ਉਹ ਜਿਹੜਾ ਅਧਿਕਾਰ ਜਿਹੜਾ ਹੈ ਕਿ ਸੁਖਬੀਰ ਬਾਦਲ ਜਿਹਨੂੰ ਮਰਜ਼ੀ ਜੋ ਮਰਜ਼ੀ ਕਰੀ ਜਾਏ, ਜਿਹਨੂੰ ਮਰਜ਼ੀ ਜਿਹੜਾ ਉਹ ਪ੍ਰਧਾਨ ਬਣਾ ਦੇਵੇ, ਜਿਹਨੂੰ ਮਰਜ਼ੀ ਜਿਹੜਾ ਐਮਐਲਏ ਬਣਾ ਦਿਓ, ਉਹਦੇ ਉੱਤੇ ਜਿਹੜਾ ਉਹ ਸ਼ਾਇਦ ਕਿੰਤੂ ਪਰੰਤੂ ਜਿਹੜਾ ਸ਼ੁਰੂ ਹੋਏਗਾ ਔਰ ਉਹਦੇ ਨਾਲ ਸਲੋਲੀ ਉਹ ਬਿਕਰਮ ਮਜੀਠੀਆ ਜਿਹੜਾ ਹੋਏਗਾ। ਔਰ ਬਿਕਰਮ ਮਜੀਠੀਆ ਦੇ ਨਾਲ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਲੁਧਿਆਣੇ ਜਲੰਧਰ ਦੇ ਲੋਕ ਆਲਰੇਡੀ ਜੁੜ ਚੁੱਕੇ ਨੇ। ਲੁਧਿਆਣੇ ਦੇ ਵਿੱਚ ਸੁਖਬੀਰ ਬਾਦਲ ਕੰਪੈਰੀਟਿਵਲੀ ਬਿਕਰਮ ਮਜੀਠੀਆ ਨਾਲੋਂ ਵੀਕ ਹੈ। ਮੇਸ਼ਿੰਦਰ ਗਰੇਵਾਲ ਜਿਹੜਾ ਹੈ ਉਹਦੇ ਜ਼ਰੂਰ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨਾਲ, ਲੇਕਿਨ ਉਹਦੀ ਫੋਲੋਇੰਗ ਨਹੀਂ ਹੈ। ਜਿਨ੍ਹਾਂ ਦੀ ਯੂਥ ਵਿੱਚ ਫੋਲੋਇੰਗ ਹੈ ਉਹ ਸਾਰੇ ਜਿਹੜੇ ਨੇ ਉਹ ਇਸ ਵੇਲੇ ਬਿਕਰਮ ਮਜੀਠੀਆ ਨਾਲ ਚੱਲ ਚੁੱਕੇ ਨੇ ਤੇ ਉਹਦੇ ਵਿੱਚ ਜਿਹੜਾ ਲੀਡਰ ਬਣ ਗਿਆ ਉਹ ਗੋਸ਼ਾ ਬਣ ਗਿਆ, ਜਿਹੜਾ ਉਸੇ ਹੀ ਸੁਭਾਅ ਦਾ ਲੇਕਿਨ ਅਗਰੈਸਿਵਲੀ ਅਕਾਲੀ ਦਲ ਦੇ ਵਰਕਰ ਦੇ ਤੌਰ ਤੇ ਹਰ ਰੈਲੀ ਦੂਜੇ 'ਚ ਕੰਮ ਜਿਹੜਾ ਕਰਦਾ ਹੈ। ਤਾਂ ਇੱਕ ਨਵੀਂ ਲੀਡਰਸ਼ਿਪ ਪਹਿਲਾਂ ਪੈਦਾ ਹੋਏਗੀ ਹਰ ਡਿਸਟ੍ਰਿਕਟ ਦੇ ਵਿੱਚ ਔਰ ਉਹ ਫਿਰ ਟੇਕ। ਮੈਂ ਡਾਕਟਰ ਸਾਹਿਬ ਹੁਣ ਇਹ ਤਾਂ ਸੀ ਉਹ ਗੱਲਾਂ ਜਿਹੜੀਆਂ ਅੱਜ ਵਾਪਰੀਆਂ ਜਿਨ੍ਹਾਂ ਦੇ ਉੱਤੇ ਚਰਚਾ ਬਣਦੀ ਸੀ, ਲੇਕਿਨ ਹੁਣ ਮੈਂ ਇਹਦੇ ਤੋਂ ਇੱਕ ਕਦਮ ਅੱਗੇ ਜਾਊਂਗਾ
ਕਿ ਕੀ ਇਹ ਇਲੈਕਸ਼ਨਸ ਉਸ ਵੇਲੇ ਹੋਈਆਂ ਜਦੋਂ ਪੰਜਾਬ ਜਿਹੜਾ ਪਿੰਡ 'ਚ ਵੱਸਦਾ ਹੈ, ਪੰਜਾਬ ਦਾ ਮੁਹਾਂਦਰਾ ਪੇਂਡੂ ਮੁਹਾਂਦਰਾ ਹੈ, ਉਹ ਪੂਰੇ ਦਾ ਪੂਰਾ ਉਦਾਸ ਵੀ ਸੀ ਔਰ ਉਹਦਾ ਫੋਕਸ ਕਿਸਾਨੀ ਅੰਦੋਲਨ ਸੀਗਾ। ਹੁਣ ਇਸ ਸ਼ਹਿਰੀ ਜਿਹੜੀ ਖਾਸ ਤੌਰ ਤੇ ਸੈਮੀ ਅਰਬਨ ਲਾ ਲਓ ਜਾਂ ਸ਼ਹਿਰੀ ਵੋਟਰਸ ਦੀ ਗੱਲ ਹੈ, ਇਹਦੇ ਵਿੱਚੋਂ ਇਹ ਸੰਕੇਤ ਤਾਂ ਲਏ ਜਾ ਸਕਦੇ ਆ ਕਿ ਕਾਂਗਰਸ ਅਜੇ ਮਜ਼ਬੂਤ ਆ, ਲੇਕਿਨ ਅਕਾਲੀ ਦਲ ਨੇ ਦਾਅਵਾ ਠੋਕਤਾ। ਲੇਕਿਨ ਇਸ ਕਲਪਨਾ ਤੋਂ ਅੱਗੇ ਕਿ ਜੋ ਹੁਣ ਹੋ ਰਿਹਾ ਇਹੀ ਅੱਗੇ ਵਧੂਗਾ। ਹੁਣ ਸਚਾਈ ਜਿਹੜੀ ਆ ਧਰਾਤਲੀ ਅਸਾਰ ਨੇ, ਮੈਂ ਉਹਨਾਂ ਵੱਲ ਆਉਣਾ ਚਾਹੂੰਗਾ ਕਿ ਜਿਹੜਾ ਅੰਦੋਲਨ ਹੈ ਇਹਦੀ ਚੇਤਨਾ ਹੁਣ ਕਿੰਨਾ ਅਸਰ ਕਰਦੀ ਦਿਸਦੀ ਆ। ਇਸ ਇਲੈਕਸ਼ਨ ਦਾ ਅੱਜ ਰਾਤ ਤੱਕ ਭੋਗ ਪੈ ਜਾਊਗਾ। ਇਹਦੀ ਜਿੰਨੀ ਚਰਚਾ ਸ਼ਾਇਦ ਕੱਲ ਦੀਆਂ ਅਖਬਾਰਾਂ ਸਵੇਰ ਦੀਆਂ ਤੱਕ ਹੋਊਗੀ, ਉਸ ਤੋਂ ਬਾਅਦ ਸ਼ਾਇਦ ਇਹ ਫਿਰ ਪਿਛਾਂ ਚਲੇ ਜਾਵੇ। ਲੇਕਿਨ ਤੁਸੀਂ ਇਸ ਘਟਨਾਕ੍ਰਮ ਨੂੰ, ਇਹਨਾਂ ਨਤੀਜਿਆਂ ਨੂੰ ਭਵਿੱਖ ਨਾਲ ਜੋੜ ਕੇ ਵੇਖਦੇ ਹੋ ਕਿ ਨਹੀਂ? ਕਿਸਾਨੀ ਅੰਦੋਲਨ ਦੇ ਅਸਰਾਂ ਦੇ ਨਜ਼ਰੀਓਂ ਇਹ ਇਲੈਕਸ਼ਨ ਨੂੰ ਕਿਵੇਂ ਵੇਖਦੇ ਹੋ? ਇਹ ਸਭ ਤੋਂ ਵੱਡਾ ਸਵਾਲ ਹੈ। ਦੇਖੋ, ਇੱਕ ਗੱਲ ਜਿਹੜੀ ਹੈ ਉਹ ਜਿਵੇਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਕਿ ਅਕਾਲੀ ਦਲ ਦਾ ਡਿਸਕ੍ਰੈਡਿਟ ਤੇ ਜਿਹੜਾ ਸਭ ਤੋਂ ਪਹਿਲਾਂ ਬਣਿਆ ਸੀ ਜਦੋਂ ਬੀਜੇਪੀ ਦੇ ਨਾਲ ਚੜੇ ਸੀ, ਔਰ ਉਸ ਤੋਂ ਬਾਅਦ ਦੇ ਪ੍ਰਭਾਵ ਦੇ ਵਿੱਚ ਜਦੋਂ ਰਾਮ ਰਹੀਮ ਨੂੰ ਮਾਫੀ ਦੇਣੀ, ਅਕਾਲ ਤਖਤ ਐਸਜੀਪੀਸੀ ਨੂੰ ਯੂਜ਼ ਕਰਨਾ, ਮਿਸਯੂਜ਼ ਕਰਨਾ, ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਜੋ ਕੋਈ ਬਰਗਾੜੀ ਦੇ ਵਿੱਚ ਵਾਪਰਨਾ ਔਰ ਸੁਮੇਧ ਸਿੰਘ ਨੂੰ ਬਚਾਉਣਾ, ਇਹਦੇ ਨਾਲ ਅਕਾਲੀ ਲੀਡਰਸ਼ਿਪ ਜਿਹੜੀ ਸੀ ਉਹ ਡਿਸਕ੍ਰੈਡਿਟ ਹੋਈ ਸੀ। ਲੇਕਿਨ ਅਜੇ ਵੀ ਉਹਨਾਂ ਦਾ ਬੇਸ ਜਿਹੜਾ ਸੀ ਉਹ ਕਾਇਮ ਸੀ। ਉਸ ਤੋਂ ਬਾਅਦ ਜਦੋਂ ਕਿਸਾਨੀ ਵਾਲੀ ਗੱਲ ਆਈ ਤੇ ਕਿਸਾਨੀ ਵਿੱਚ ਜਿਵੇਂ ਪੀਟੀਸੀ ਚੈਨਲ ਨੇ ਵੀ ਔਰ ਵੱਖ-ਵੱਖ ਪੱਧਰ ਦੇ ਉੱਤੇ ਹਰਸਿਮਰਤ ਬਾਦਲ, ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਔਰ ਬਾਕੀ ਲੀਡਰਸ਼ਿਪ ਨੇ ਕਿਸਾਨੀ ਬਿੱਲਾਂ ਦੀ, ਜਿਨ੍ਹਾਂ ਨੂੰ ਅੱਜ ਕਿਸਾਨ ਵਿਰੋਧ ਕਰ ਰਹੇ ਨੇ ਤੇ ਉਹ ਵੀ ਵਿਰੋਧ ਕਰ ਰਹੇ ਨੇ, ਉਹਨਾਂ ਦੇ ਸਮਰਥਨ ਦੇ ਵਿੱਚ ਜੋ ਕੁਝ ਕਰਨਾ ਸੀ, ਲੌਬਿੰਗ ਕਰਨੀ ਸੀ, ਸਭ ਕੁਝ ਜਿਹੜੀ ਹੈ ਉਹ ਕੀਤੀ। ਔਰ ਜਿਸ ਨੂੰ ਇਹ ਗੱਲ ਲੱਗੀ ਕਿ ਹੁਣ ਤੇ ਕਿਸਾਨ ਜਿਹੜੇ ਨੇ ਉਹ ਬਿਲਕੁਲ ਹੀ ਇਕੱਠੇ ਹੋ ਗਏ ਨੇ, ਤੇ ਉਸ ਵੇਲੇ ਉਹਨਾਂ ਨੇ ਮਜਬੂਰੀ ਬਸ ਲਾਸਟ ਮੋਮੈਂਟ ਤੇ ਜਾ ਕੇ ਆਪਣੇ ਆਪ ਨੂੰ ਵਿਡਰਾ ਕੀਤਾ। ਜਦੋਂ ਕਿ ਆਰਡੀਨੈਂਸ ਜਿਹੜੇ ਹੋਏ, ਉਹਨਾਂ ਨੂੰ ਕੈਬਨਿਟ 'ਚ ਅਪਰੂਵਲ ਹੋਈ, ਸਭ ਕੁਝ ਜਿਹੜਾ ਪ੍ਰੋਸੈਸ ਦੇ ਵਿੱਚ ਹਰਸਿਮਰਤ ਬਾਦਲ ਹਿੱਸੇਦਾਰ ਰਹੀ, ਭਾਵੇਂ ਕਿ ਮੈਨੂੰ ਪੁੱਛਿਆ ਨਹੀਂ। ਆਫਟਰ ਕੈਬਨਿਟ ਯੂਨਾਨੀਮਸ ਡਿਸੀਜਨ ਹੁੰਦਾ, ਜਿਹੜਾ ਵੀ ਉੱਥੇ ਬੈਠਾ ਹੈ ਉਹ ਜ਼ਿੰਮੇਵਾਰ ਹੁੰਦਾ। ਔਰ ਇਹ ਕਹਿਣਾ ਕਿ ਪਤਾ ਹੀ ਨਹੀਂ ਲੱਗਾ ਜੀ, ਸਾਨੂੰ ਦੱਸਿਆ ਹੀ ਨਹੀਂ ਜੀ, ਸਾਨੂੰ ਲਾਰਾ ਹੀ ਲਾਇਆ ਸੀ, ਇਹ ਸਾਰੀਆਂ ਗੱਲਾਂ ਵਾਧੂ ਨੇ, ਕਿਉਂਕਿ ਉਹਨਾਂ ਨੇ ਪਬਲਿਕ ਸਟੇਟਮੈਂਟ ਦਿੱਤੀ। ਔਰ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਸਰਕਾਰ ਛੱਡਣ ਤੋਂ ਬਾਅਦ ਵੀ ਹਰਸਿਮਰਤ ਬਾਦਲ ਨੇ ਕਿਹਾ ਕਿ ਨਹੀਂ, ਇਹ ਕਾਨੂੰਨ ਜਿਹੜੇ ਨੇ ਇਹ ਕਿਸਾਨਾਂ ਦੇ ਹੱਕ 'ਚ ਨੇ। ਸੋ ਅਜੇ ਦੇ ਵਿੱਚ ਕਿਸਾਨੀ ਤੋਂ ਉਹ ਆਈਸੋਲੇਟ ਜਿਹੜੇ ਨੇ ਹੋਏ। ਔਰ ਜੇਕਰ ਤੁਸੀਂ ਪਿੱਛੇ ਜਿਹੜੀਆਂ ਖਬਰਾਂ ਵੀ ਦੇਖੋ ਤੇ ਪਿੰਡਾਂ ਦੇ ਵਿੱਚ ਵੀ ਸੁਖਬੀਰ ਬਾਦਲ ਜਾਂ ਅਕਾਲੀ ਦਲ ਨੂੰ ਬਹੁਤੀ ਪੁੱਛ ਪ੍ਰਤੀਤ ਨਹੀਂ ਸੀ, ਬਲਕਿ ਜਿੱਥੇ ਜਾਂਦੇ ਸਨ ਉੱਥੇ ਉਹਨਾਂ ਦਾ ਵਿਰੋਧ ਵੀ ਜਿਹੜਾ ਹੁੰਦਾ ਸੀ। ਸੋ ਜਿਹੜੀ ਇਹ ਸਾਰੀ ਜਿਹੜੀ ਚੱਲ ਰਹੀ ਸੀ, ਜਿੱਥੇ ਕਿ ਅਕਾਲੀ ਦਲ ਨੇ ਲੂਜ਼ ਕੀਤੀ ਸੀ ਔਰ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ, ਉਹਦੇ ਵਿੱਚ ਕਿਸਾਨੀ ਵਾਲਾ ਜਿਹੜਾ ਵਾਧਾ ਹੋਇਆ। ਨਾਲ ਇਹਦਾ ਜੇ ਅਲਟਰਨੇਟਿਵ ਦੇਖੋ ਤੇ ਜਿਸ ਢੰਗ ਦੇ ਨਾਲ ਅਮਰਿੰਦਰ ਸਿੰਘ ਨੇ ਇਸ ਐਜੀਟੇਸ਼ਨ ਨੂੰ ਸਪੋਰਟ ਕੀਤੀ ਹੈ, ਸਰਕਾਰ 'ਚ ਰਹਿੰਦਿਆਂ ਹੋਇਆਂ ਵੀ ਉਹਨਾਂ ਸਪੋਰਟ ਕੀਤੀ ਹੈ, ਔਰ ਉਹ ਸਪੋਰਟ ਜਿਹੜੀ ਹੈ ਉਹ ਸਟ੍ਰੈਟਜੀਕਲ ਵੀ ਕੀਤੀ ਹੈ, ਫਾਈਨੈਂਸ਼ੀਅਲ ਵੀ ਕੀਤੀ ਹੈ। ਔਰ ਇਹ ਕਹਿਣਾ ਕਿ ਇਹਨਾਂ ਤੇ ਕੋਈ ਕੇਸ ਨਹੀਂ ਬਣੇਗਾ, ਇਹਨਾਂ ਦੇ ਉੱਤੇ ਕੁਝ ਨਹੀਂ ਹੋਏਗਾ, ਜੇ ਉਹ ਸੜਕ ਰੋਕ ਵੀ ਲੈਂਦੇ ਨੇ ਤਾਂ ਉਹਨਾਂ ਨੂੰ ਰੋਕਿਆ ਨਹੀਂ ਜਾਏਗਾ, ਔਰ ਹਰ ਤਰ੍ਹਾਂ ਦੀ ਜਿਹੜੀ ਹੈ ਉਹ ਸਰਕਾਰ ਵੱਲੋਂ ਐਕਟ ਜਿਹੜੇ ਨੇ ਰੱਦ ਕਰਨ ਦੀ ਵੀ ਗੱਲ ਹੁੰਦੀ ਸੀ, ਔਰ ਨੰਗੇ ਚਿੱਟੇ ਸੀ ਕਿ ਅਸੀਂ ਤੇ ਕਿਸਾਨਾਂ ਦੀ ਜਿਹੜੀ ਹੈ ਮਦਦ ਕਰਨੇ ਆ। ਸਰਕਾਰ ਤੋਂ ਵੀ ਲੋਕਾਂ ਨੂੰ ਉਮੀਦ ਨਹੀਂ ਸੀ ਜਿੰਨੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਨੂੰ ਸਪੋਰਟ ਦਿੱਤੀ। ਔਰ ਕੇਂਦਰ ਸਰਕਾਰ ਵੀ ਇਹ ਗੱਲ ਸਮਝਦੀ ਹੈ ਕਿ ਜੇਕਰ ਕੈਪਟਨ ਪੰਜਾਬ ਦੇ ਵਿੱਚੋਂ ਇਹ ਸਪੋਰਟ ਨਾ ਦਿੰਦਾ ਤੇ ਪੰਜਾਬ ਤੋਂ ਐਜੀਟੇਸ਼ਨ ਸ਼ੁਰੂ ਹੋ ਕੇ ਦਿੱਲੀ ਤੱਕ ਜਿਹੜੀ ਹੈ ਉਹ ਪਹੁੰਚਣੀ ਵੀ ਨਹੀਂ ਸੀ। ਸੋ ਇਹ ਸਾਰਾ ਕਿਸਾਨੀ ਜਿਹੜੀ ਹੈ ਔਰ ਉਹ ਕਿਸਾਨੀ ਦਾ ਜਿਹੜਾ ਸਮਰਥਨ ਜਿਹੜਾ ਹੈ ਉਹ ਰਾਜਨੀਤਿਕ ਲਾਈਨਾਂ ਨੂੰ ਛੱਡ ਕੇ ਵੀ ਜਦੋਂ ਪ੍ਰੋ ਫਾਰਮਰ ਜਿਹੜੀ ਲੌਬੀ ਦੇ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਜਿਹੜਾ ਮਹੱਤਵਪੂਰਨ ਹਿੱਸਾ ਹੈ, ਇਹ ਨਿਰਸੰਦੇਹ ਇਹਦੇ ਵਿੱਚ ਸੁਖਬੀਰ ਬਾਦਲ ਔਰ ਦੂਜੇ ਜਿਹੜੇ ਨੇ ਉਹ ਇਹਨਾਂ ਨੂੰ ਕੇਂਦਰ ਨਾਲ ਮਿਲਿਆ ਕਹਿੰਦੇ ਨੇ, ਪਰ ਕੇਂਦਰ ਦਾ ਉਹ ਆਪ ਹਿੱਸਾ ਸਨ। ਇੱਕ ਗੱਲ ਜ਼ਰੂਰ ਕੈਪਟਨ ਦੇ ਉੱਤੇ ਆਉਂਦੀ ਸੀ, ਉਹਨੂੰ ਕਿਸੇ ਤਰ੍ਹਾਂ ਕਵਰ ਕਰ ਲਿਆ ਜਾਏ, ਅਕਾਲੀ ਦਲ ਉਹਨੂੰ ਕੈਸ਼ ਨਹੀਂ ਕਰਵਾ ਸਕਿਆ ਕਿ ਭੁਪਿੰਦਰ ਸਿੰਘ ਮਾਨ ਜਿਹੜਾ ਉਹ ਕਾਂਗਰਸ ਲੌਬੀ ਦਾ ਹੈ ਸੀ ਤੇ ਉਹਦਾ ਉੱਥੇ ਮੈਂਬਰ ਬਣਨਾ ਸੁਪਰੀਮ ਕੋਰਟ ਦੀ ਕਮੇਟੀ ਦਾ, ਔਰ ਬਾਅਦ 'ਚ ਉਹਦਾ ਛੱਡ ਜਾਣ ਨਾਲ ਉਹ ਇਸ਼ੂ ਜਿਹੜਾ ਕਲੋਜ਼ ਹੋ ਜਾਣਾ, ਉਹਦੇ 'ਚ ਇੱਕ ਨੁਕਸਾਨ ਹੋ ਸਕਦਾ ਸੀ, ਉਹ ਕਵਰ ਕਰ ਲਿਆ। ਹੁਣ ਸਰਕਾਰ ਦਾ ਹੋਣਾ ਇੱਕ ਆਸਪੈਕਟ ਹੈ, ਜਿੰਨੀ ਕੁਝ ਲੜਾਈ ਝਗੜੇ ਹੋਏ ਨੇ ਉਹ ਹਰ ਨਗਰ ਪਾਲਿਕਾ ਪੰਚਾਇਤਾਂ ਵਿੱਚ ਹੁੰਦੇ ਹੀ ਹੁੰਦੇ ਨੇ, ਇਹ ਕੋਈ ਵੱਖਰਾ ਨਹੀਂ ਹੋਇਆ ਜਿਹੜਾ ਪਿਛਲੀਆਂ 'ਚ ਨਹੀਂ ਸੀ ਹੁੰਦਾ।
ਇਹ ਸਾਰੀਆਂ ਪਾਸੇ ਛੱਡ ਕੇ ਇਸ ਵੇਲੇ ਕਿਸਾਨੀ ਦੇ ਕੋਲ ਵੀ, ਔਰ ਇਹਦੇ ਵਿੱਚ ਜੇ ਅਸੀਂ ਕਹੀਏ ਕਿ ਇਹਦੇ ਵਿੱਚ ਸੈਮੀ ਅਰਬਨ ਏਰੀਆ ਵੀ ਹੈ, ਅਰਬਨ ਏਰੀਆ ਵੀ ਹੈ, ਔਰ ਉਹ ਵੀ ਵੱਡਾ ਏਰੀਆ ਹੈ ਜਿਹੜਾ ਬੇਸਿਕਲੀ ਬੀਜੇਪੀ ਦਾ ਵੀ ਗੜ੍ਹ ਹੁੰਦੇ ਸਨ। ਉਹ ਸਾਰਿਆਂ ਵਿੱਚ ਕਾਂਗਰਸ ਦਾ ਸ਼ਾਮਲ ਹੋਣ ਦਾ ਮਤਲਬ ਇਹ ਹੈ, ਇਹ ਨਹੀਂ ਕਿ ਉਹਨਾਂ ਨੇ ਬੜਾ ਵਿਕਾਸ ਕੀਤਾ ਹੈ, ਉਹਨਾਂ ਨੇ ਬੜਾ ਪੰਜਾਬ ਦਾ ਭਲਾ ਕਾਂਗਰਸ ਨੇ ਕੀਤਾ ਹੋਏਗਾ। ਪੰਜਾਬੀਆਂ ਲਈ ਅਲਟਰਨੇਟਿਵ ਕੀ ਹੈ? ਪੰਜਾਬੀਆਂ ਕੋਲ ਕੋਈ ਵੀ ਅਲਟਰਨੇਟਿਵ ਨਹੀਂ ਬਚਿਆ, ਕਿਉਂਕਿ ਜੇਕਰ ਅਸੀਂ ਅਕਾਲੀ ਦਲ ਨਾਲ ਸੰਤੁਸ਼ਟ ਨਹੀਂ, ਆਪ ਜਿਹੜੀ ਪਰਫਾਰਮੈਂਸ ਦੇ ਨਹੀਂ ਰਹੀ, ਤੇ ਵੋਟਰ ਜਾਏਗਾ ਕਿੱਥੇ, ਲੋਕ ਜਾਣਗੇ ਕਿੱਥੇ? ਫਿਰ ਉਹਨਾਂ ਕੋਲ ਚੋਇਸ ਕੋਈ ਨਹੀਂ। ਮਤਲਬ ਜੇ ਨੂੰ ਕਹੋ ਕਿ ਨਗੇਸ਼ਨ ਦੇ ਵਿੱਚ ਵੀ ਕਾਂਗਰਸ ਨੂੰ ਬੈਨੀਫਿਟ ਹੋਇਆ, ਸਰਕਾਰ ਹੋਣ ਦਾ ਵੀ ਬੈਨੀਫਿਟ ਹੋਇਆ, ਔਰ ਇਹ ਜਿਹੜੀ ਹੈ ਕਿਉਂਕਿ ਇਸ ਵੇਲੇ ਜਿੰਨੀਆਂ ਵੀ ਟਿਕਟਾਂ ਵੰਡੀਆਂ ਗਈਆਂ ਦੂਜੀਆਂ ਨੇ, ਇਹਨਾਂ ਵਿੱਚ ਵਿਰੋਧ ਵੀ ਕੋਈ ਨਹੀਂ ਹੋਇਆ। ਆਮ ਤੌਰ ਦੇ ਉੱਤੇ ਜਿਹੜੀਆਂ ਟਿਕਟਾਂ ਜਿਹੜੀਆਂ ਨੇ ਕਾਂਗਰਸ ਨੇ ਦਿੱਤੀਆਂ, ਉਹ ਲੋਕਾਂ ਨੇ ਔਰ ਕਾਂਗਰਸੀਆਂ ਨੇ ਉਹਨਾਂ ਨੂੰ ਅਸੈਪਟ ਕਰ ਲਿਆ ਔਰ ਇੱਕ ਯੂਨਿਟੀ ਦੇ ਤੌਰ ਤੇ ਲੜੇ। ਔਰ ਤੁਸੀਂ ਇਹ ਦੂਜੇ ਪਾਸੇ ਵੀ ਦੇਖੋ ਨਾ, ਕਿਸਾਨ ਤੇ ਬੈਠੇ ਨੇ ਬਾਰਡਰ ਦੇ ਉੱਤੇ, ਭਾਵੇਂ ਸਿੰਘੂ ਬੈਠੇ ਨੇ, ਭਾਵੇਂ ਟਿਕਰੀ ਬੈਠੇ ਨੇ, ਲੇਕਿਨ ਪਿੱਛੇ ਜਿਹੜੀਆਂ ਫੋਰਸਸ ਨੇ ਉਹ ਸਧਾਰਨ ਵਰਕਰ ਦੀ, ਸਧਾਰਨ ਲੋਕਾਂ ਦੀਆਂ ਵੀ ਜਿਹੜੀਆਂ ਨੇ ਉਹ ਨੇ ਜਿਨ੍ਹਾਂ ਦੇ ਵਿੱਚੋਂ ਹੋਇਆ। ਔਰ ਅਗਲੀ ਗੱਲ ਜਿਹੜੀ ਹੈ, ਤੁਸੀਂ ਨਾਲ ਇਹ ਸਮਝ ਕੇ ਚੱਲੋ ਕਿ ਜਿਹੜੀ ਪਿੰਡਾਂ ਦੇ ਵਿੱਚ ਜਾਂ ਸੈਮੀ ਅਰਬਨ ਏਰੀਆ ਦੇ ਵਿੱਚ ਜਿਹੜੀ ਬੀਜੇਪੀ ਦੀ ਵੋਟ ਸੀ, ਕੁਝ ਪਰਸੈਂਟ ਵੋਟ ਹੁੰਦੀ ਸੀ, ਉਹ ਵੋਟ ਵੀ ਜਿਹੜੀ ਅਕਾਲੀਆਂ ਨੂੰ ਮਿਲਦੀ ਸੀ ਉਹ ਵੀ ਖਤਮ ਹੋ ਗਈ। ਦੂਜੇ ਪਾਸੇ ਬੀਜੇਪੀ ਦਾ ਐਂਟੀ ਕਿਸਾਨ ਅੰਦੋਲਨ ਹੋਣ ਕਰਕੇ ਇੱਕ ਪਾਸੇ ਫਰਕ ਪਿਆ, ਦੂਜੇ ਪਾਸੇ ਜਿਹੜਾ ਇਹ ਕਿਸਾਨੀ ਮੋਰਚੇ ਨੇ ਪ੍ਰਾਈਡ ਆਫ ਪੰਜਾਬ ਦੀ ਜਿਹੜੀ ਗੱਲ ਬਣਾਈ, ਉਹ ਦੂਜੇ ਪਾਸੇ ਸੀ ਕਿ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ ਅਜਿਹੇ ਇਲਾਕੇ ਸਨ ਜਿਨ੍ਹਾਂ ਨੂੰ ਮਤਲਬ ਜਿਹੜਾ ਉਹ ਮੰਨਿਆ ਜਾਂਦਾ ਸੀ ਕਿ ਇਹਦੇ 'ਚ ਜਿਹੜਾ ਉਹ ਗੜ੍ਹ ਹੈ, ਔਰ ਉਹਨਾਂ ਦੇ ਹਮੇਸ਼ਾ ਜਿਹੜੇ ਨੇ ਉਹ ਜਿੱਤੇ ਵੀ ਸਨ। ਜੇ ਗੁਰਦਾਸਪੁਰ ਤੋਂ MP ਜਿਹੜਾ ਹੈ ਉਹ ਬੀਜੇਪੀ ਦਾ ਜਿੱਤਿਆ, ਹੁਸ਼ਿਆਰਪੁਰ ਤੋਂ ਸੋਮਨਾਥ ਜਿਹੜਾ ਉਹ ਜਿੱਤਿਆ, ਲੇਕਿਨ ਇੱਥੇ ਆ ਕੇ ਉੱਥੇ ਵੀ ਉਹਨਾਂ ਦਾ ਸੋ ਬੀਜੇਪੀ ਦਾ ਪੰਜਾਬ ਵਿੱਚੋਂ ਖਤਮ ਹੋਣਾ, ਔਰ ਜੇ ਦੂਜੀ ਤਰ੍ਹਾਂ ਕਹੀਏ ਕਿ ਉਹਨਾਂ ਦਾ ਇਨਫਲੂਐਂਸ ਖਤਮ ਹੋ ਜਾਣਾ, ਔਰ ਅਕਾਲੀ ਦਲ ਦਾ ਇਨਫਲੂਐਂਸ ਖਤਮ ਹੋ ਜਾਣਾ। ਉਹ ਜਿਹੜਾ ਬੇਸ ਸੀ ਸਟਰਕਚਰ ਦਾ, ਉਹ ਸਾਰਾ ਹਿੱਲ ਗਿਆ। ਹੁਣ ਜਿਵੇਂ ਆਮ ਕਿਹਾ ਜਾਂਦਾ ਹੈ ਕਿ ਪਤਾ ਨਹੀਂ ਇਹ ਫਿਰ ਵੀ ਅਗਲੇ ਇਲੈਕਸ਼ਨ 'ਚ ਇਕੱਠੇ ਹੋ ਜਾਣਗੇ, ਇਕੱਠੇ ਹੋਣ ਨਾਲ ਕੋਈ ਫਾਇਦਾ ਨਹੀਂ ਹੋਣਾ। ਮੰਨ ਕੇ ਚੱਲੀਏ ਕਿ ਜੇਕਰ ਕਾਂਗਰਸ ਦੇ ਵਿੱਚ ਕੋਈ ਵੱਡੀ ਜੋੜ ਤੋੜ ਆਪੋ 'ਚ ਨਾ ਹੋਈ, ਤੇ ਜਿਹੜੀ ਅਸੈਂਬਲੀ ਇਲੈਕਸ਼ਨਾਂ ਨੇ ਉਹ ਕਾਂਗਰਸ ਕੋਲ ਹੋਣੀਆਂ ਨੇ, ਔਰ ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਕੋਈ ਹੋਰ ਚਿਹਰਾ ਹੋਵੇ, ਇਹ ਵੱਖਰੀ ਗੱਲ ਹੈ। ਲੇਕਿਨ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਕਾਂਗਰਸ ਹੈ। ਤੇ ਜਿਵੇਂ ਤੁਸੀਂ ਕਹਿ ਲਓ ਕਿ ਮੋਦੀ ਗਵਰਨਮੈਂਟ ਦੀ ਪਰਫਾਰਮੈਂਸ ਨੂੰ ਤਾਂ ਕੋਈ ਨਹੀਂ ਦੇਖਦਾ, ਹਿੰਦੂਤਵ ਨੂੰ ਵੇਖਦਾ ਹੈ। ਇੱਥੇ ਜਿਹੜਾ ਇਹਦਾ ਪੰਜਾਬੀਅਤ ਦਾ, ਔਰ ਤੁਸੀਂ ਇੱਕ ਹੋਰ ਦੇਖੋ ਸਟ੍ਰੈਟਜੀਕਲ ਦੇ ਤੌਰ ਦੇ ਉੱਤੇ ਕੈਪਟਨ ਦੀ ਜਿਹੜੀ ਹੈ ਪੰਜਾਬ ਦੀ ਪੋਲੀਟੀਕਲ ਸਟ੍ਰੈਟਜੀ ਜਿਹੜੀ ਹੈ, ਉਹ ਇੱਕ ਪਾਸੇ ਪ੍ਰੋ ਫਾਰਮਰ, ਇੱਕ ਪਾਸੇ ਸਿੱਖ ਹੈ, ਦੂਜੇ ਪਾਸੇ ਐਂਟੀ ਖਾਲਿਸਤਾਨੀ, ਜਿਹਦੇ ਨਾਲ ਕਿ ਐਂਟੀ ਖਾਲਿਸਤਾਨੀ ਬਿੱਟੂ ਔਰ ਕੈਪਟਨ ਜਿਹੜੇ ਨੇ ਬੜੇ ਵੋਕਲ ਹੋ ਕੇ ਜਿਹੜੇ ਨੇ ਉਹ ਬੋਲਦੇ ਨੇ, ਔਰ ਉਹ ਬੋਲਣ ਦਾ ਜਿਹੜਾ ਹੈ ਉਹਨਾਂ ਦਾ ਆਧਾਰ ਇਹ ਹੈ ਕਿ ਨਾਲ ਹੀ ਉਹ ਹਿੰਦੂ ਮਸਜਿਦ ਨੂੰ ਵੀ ਨਾਲ ਲੈ ਕੇ ਚੱਲ ਰਹੇ ਨੇ। ਸੋ ਉਹ ਇਕੁਇਲਿਬ੍ਰੀਅਮ ਜਿਹੜਾ ਮੇਨਟੇਨ ਕਰ ਰਹੇ ਨੇ, ਉਹਦੇ ਨਾਲ ਸਟ੍ਰੈਟਜੀਕਲੀ ਵੀ, ਔਰ ਜਾਖੜ ਦਾ ਵਿੱਚ ਆਉਣਾ, ਤੇ ਜਾਖੜ ਦਾ ਇੱਕ ਫਾਰਮਰ ਚਿਹਰਾ ਹੋਣਾ, ਜਾਖੜ ਦਾ ਇੱਕ ਸੋਬਰ ਜਿਹੜਾ ਇੱਕ ਲੀਡਰ ਹੋਣਾ, ਔਰ ਜਾਖੜ ਦਾ ਟੂ ਹੋਣਾ, ਔਰ ਉਸ ਦੇ ਨਾਲ ਨਾਲ ਹੀ ਜਾਖੜ ਦਾ ਕਾਂਗਰਸ ਦਾ ਪ੍ਰਧਾਨ ਹੋਣਾ, ਇਹ ਸਾਰੇ ਦੇ ਵਿੱਚੋਂ ਬੈਲੈਂਸ ਜਿਹੜੇ ਬਣ ਰਹੇ ਨੇ ਉਹ ਅਜੇ ਤੱਕ ਤੇ ਜਿਹੜੇ ਨੇ ਉਹ ਕੈਪਟਨ ਦੇ ਜਾਂ ਕਾਂਗਰਸ ਦੇ ਹੱਕ 'ਚ ਨੇ। ਅੱਛਾ, ਮੈਨੂੰ ਤੁਸੀਂ ਬੜੀ ਪਿਆਰੀ ਗੱਲ ਕੀਤੀ ਹੈ, ਜਿਹਦੇ ਵਿੱਚ ਇੱਕ ਸਵਾਲ ਬੜਾ ਸੁਭਾਵਕ ਉਪਜਦਾ ਹੈ, ਔਰ ਉਹ ਇਹ ਹੈ ਕਿ ਬੀਜੇਪੀ ਦੀ ਰਾਜਨੀਤੀ ਜਿਹੜੀ ਆ ਉਹ ਪੋਲਰਾਈਜੇਸ਼ਨ ਤੇ ਧਰੁਵੀਕਰਨ ਤੇ ਰਹੀ ਹੈ, ਧਰਮਾਂ ਦਾ ਧਰੁਵੀਕਰਨ ਕਹਿ ਲਈਏ, ਜਾਂ ਜਿਵੇਂ ਵੀ ਉਹਨਾਂ ਨੇ ਸ਼ੁਰੂ ਤੋਂ ਹੀ ਦੇਸ਼ ਦੇ ਵਿੱਚ ਉਹ ਕਾਮਯਾਬੀ ਰਹੇ ਆ। ਲੇਕਿਨ ਪੰਜਾਬ ਨੂੰ ਲੈ ਕੇ ਜਦੋਂ ਇੱਥੇ ਅਰੁਣ ਜੇਟਲੀ ਵੀ ਆਉਂਦੇ ਨੇ ਔਰ ਕੈਪਟਨ ਅਮਰਿੰਦਰ ਹੱਥੋਂ ਹਾਰ ਜਾਂਦੇ, ਉਹ ਇੱਕ ਬਹੁਤ ਵੱਡੀ ਮੋਦੀ ਵੇਵ ਸੀ ਜਿਹਦਾ ਅਸਰ ਪੰਜਾਬ ਤੇ ਨਹੀਂ ਹੋਇਆ। ਫਿਰ ਹੁਣ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਆ, ਉਹਦੇ ਵਿੱਚ ਵੀ 19 ਦੇ ਵਿੱਚ ਵੀ ਇਹ ਅਸਰ ਨਹੀਂ ਦੇਖਿਆ ਗਿਆ। ਹੁਣ ਜਿਹੜੀ ਇਲੈਕਸ਼ਨ ਹੋਈ ਆ, ਇਹਦੇ ਤੋਂ ਪਹਿਲਾਂ ਇੱਕ ਖਾਸ ਤਰ੍ਹਾਂ ਦਾ ਬੁੱਧੀਜੀਵੀ ਵਰਗ ਔਰ ਇੱਕ ਜਰਨਲਿਸਟ ਦੇ ਵਿੱਚ ਵੀ ਇੱਕ ਐਸਾ ਵਰਗ ਸੀ ਜਿਹੜਾ ਸੋਚਦਾ ਸੀ ਕਿ ਸ਼ਾਇਦ ਸ਼ਹਿਰੀਕਰਨ ਦੇ ਵਿੱਚ ਧਰੁਵੀਕਰਨ ਦਾ ਅਸਰ ਦੇਖਣ ਨੂੰ ਮਿਲ ਜੇ। ਜਦੋਂ ਰੌਲਾ ਬਹੁਤਾ ਵੱਧ ਗਿਆ ਸੀ, ਜਦੋਂ ਝੰਡਿਆਂ ਦੀ ਰਾਜਨੀਤੀ ਹੋਣ ਲੱਗੀ, ਨਾਅਰਿਆਂ ਦੀ ਰਾਜਨੀਤੀ ਹੋਣ ਲੱਗੀ, ਖਾਸ ਤੌਰ ਤੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਜਦੋਂ ਵਰਗ ਵੰਡ ਸ਼ੁਰੂ ਹੋ ਗਈ ਸੀ, ਕਿਤੇ ਕਿਤੇ, ਮੈਂ ਸਾਰੀ ਨਹੀਂ ਕਹਿੰਦਾ, ਵੈਸੇ ਅੰਦੋਲਨ ਬਹੁਤ ਪਵਿੱਤਰ ਹੈ, ਲੇਕਿਨ ਉਸ ਵੇਲੇ ਇਹ ਸੋਚਿਆ ਜਾ ਰਿਹਾ ਸੀ ਕਿ ਬੀਜੇਪੀ ਦੀ ਲੀਡਰਸ਼ਿਪ ਇਹਨੂੰ ਸ਼ਹਿਰਾਂ 'ਚ ਬਣਾ ਲਊਗੀ। ਲੇਕਿਨ ਜੋ ਹਾਲ ਪੰਜਾਬ ਦੇ ਵਿੱਚ ਹੋਇਆ, ਮੈਨੂੰ ਲੱਗਦਾ ਕਿ ਇੱਥੇ ਪੰਜਾਬੀਆਂ ਨੂੰ
ਸ਼ਾਬਾਸ਼ ਤੇ ਮੁਬਾਰਕਬਾਦ ਦੇਣੀ ਚਾਹੀਦੀ ਆ, ਮੁਬਾਰਕਬਾਦ ਦੇ ਹੱਕਦਾਰ ਵੀ ਆ। ਤੁਹਾਡੇ ਕਮੈਂਟ ਲਾਉਂਗਾ ਕਿ ਇੱਥੇ ਉਹ ਪੱਤਾ ਜਿਹੜਾ ਸਭ ਥਾਂ ਹੀ ਚੱਲਦਾ ਉਹ ਪੰਜਾਬ ਦੀ ਧਰਾਤਲ ਤੇ ਨਹੀਂ ਚੱਲਿਆ। ਬੀਜੇਪੀ ਨੂੰ ਪਠਾਨਕੋਟ ਚ, ਜਿਵੇਂ ਤੁਸੀਂ ਕਿਹਾ, ਪਠਾਨਕੋਟ ਵਰਗੀ ਜਗ੍ਹਾ ਜਿੱਥੋਂ ਉਹਨਾਂ ਦੇ ਸੂਬਾ ਪ੍ਰਧਾਨ ਆ ਰਹੇ ਆ, ਹੁਸ਼ਿਆਰਪੁਰ ਵਰਗੀ ਜਗ੍ਹਾ ਜਿੱਥੇ ਤੀਕਸ਼ਣ ਸੂਦ ਵਰਗੇ ਬੈਠੇ ਆ, ਮਨੋਰੰਜਨ ਕਾਲੀਆ ਜਿੱਥੇ ਜੰਨਾ ਏਰੀਆਸ ਦੇ ਵਿੱਚ ਬੈਠੇ ਆ। ਸੋ ਮੈਨੂੰ ਇਹ ਕਹਿਣ ਚ ਕੋਈ ਝਿਜਕ ਨਹੀਂ, ਔਰ ਮੈਂ ਤੁਹਾਡੇ ਤੋਂ ਇਹ ਸ਼ਬਦ ਲੈਣਾ ਚਾਹੂੰਗਾ, ਇਸ ਰਾਜਨੀਤੀ ਨੂੰ, ਪੰਜਾਬ ਦੇ ਇਸ ਮਹਾਂਦਰੇ ਨੂੰ ਕਿੰਨਾ ਸ਼ਬਦਾਂ ਨਾਲ ਪ੍ਰਭਾਸ਼ਿਤ ਕਰੋਗੇ? ਦੇਖੋ, ਜਿਸ ਵੇਲੇ ਤੁਸੀਂ ਕਿਸਾਨ ਮੋਰਚੇ ਦੀ ਗੱਲ ਕਰਦੇ ਹੋ ਤੇ ਕਿਸਾਨ ਮੋਰਚੇ ਵਿੱਚ ਜਿੰਨੀ ਵੀ ਸਿੰਘੂ ਬਾਰਡਰ ਤੱਕ ਪਹੁੰਚਣ ਤੱਕ ਵੀ ਜਿੰਨੀਆਂ ਜਿਹੜੀਆਂ ਨੇ ਉਹ ਕੇਂਦਰ ਸਰਕਾਰ ਵੱਲੋਂ ਤੋੜ ਫੋੜ ਦੇ ਜਿਹੜੇ ਨੇ ਰਸਤੇ ਅਪਣਾਏ ਗਏ ਨੇ, ਉਹ ਸਾਰਿਆਂ ਨੂੰ ਕਿਸਾਨ ਲੀਡਰਸ਼ਿਪ ਨੇ ਜਿਹੜਾ ਉਹ ਕਾਊਂਟਰ ਬੁਰੀ ਤਰ੍ਹਾਂ ਕੀਤਾ। ਜਿਵੇਂ ਕਦੀ ਖਾਲਸਾ ਕਹਿਤਾ, ਕਦੀ ਸੈਪਰੇਟਸ ਕਹਿਤਾ, ਕਦੀ ਪਾਕਿਸਤਾਨੀ ਕਹਿਤਾ, ਕਦੀ ਜਿਹੜਾ ਉਹ ਚੀਨੀ ਵਾਲਾ ਕਹਿਤਾ, ਕਦੀ ਜਿਹੜਾ ਉਹ NRI ਵਾਲਾ ਜਿਹੜਾ ਉਹ ਫੰਡਿੰਗ ਦੀ ਕਹਿਤੀ, ਕਦੀ ਜਿਹੜਾ ਇਹ ਪਾਸਤਾ ਖਾਂਦੇ ਨੇ, ਨੂਡਲਸ ਖਾਂਦੇ ਨੇ, ਉਹ ਗੱਲਾਂ। ਇਹ ਸਾਰੀਆਂ ਗੱਲਾਂ ਨੂੰ ਜਿਹੜੀ ਕਿਸਾਨ ਲੀਡਰਸ਼ਿਪ ਹੈ ਉਹ ਸਕਸੈਸਫੁਲੀ ਕਾਊਂਟਰ ਕਰਦੇ ਸੀ। 26 ਜਨਵਰੀ ਵਾਲਾ ਇੱਕ ਇੰਸੀਡੈਂਟ ਸੀ ਜਿਹਦੇ ਵਿੱਚ ਉਹਨਾਂ ਨੇ ਮਤਲਬ ਜਿਹੜਾ ਹੈ ਉਹ ਇੱਕ ਸਟੈਪ ਅੱਗੇ ਲੈ ਕੇ ਥੋੜੀ ਜਿਹੀ ਪ੍ਰਾਪਤ ਕੀਤੀ, ਜਿਹਨੂੰ ਕਹਿ ਲਓ ਸਫਲਤਾ ਵੀ ਪ੍ਰਾਪਤ ਕੀਤੀ। ਲੇਕਿਨ 2-3 ਦਿਨਾਂ ਦੇ ਵਿੱਚ ਹੀ ਸਾਰਾ ਗੱਲ ਜਿਹੜੀ ਹੈ ਉਹਨਾਂ ਨੇ ਸੰਭਾਲ ਲਈ, ਭਾਵੇਂ ਉਹਦੇ ਚ ਲੀਡਰਸ਼ਿਪ ਚ ਟਕੈਤ ਜਿਹੜਾ ਜ਼ਿਆਦਾ ਅਮਰਜ ਕਰ ਗਿਆ। ਲੇਕਿਨ ਇਹ ਸਾਰੇ ਸਿਸਟਮ ਦੇ ਵਿੱਚ ਜਿਸ ਸਿਆਣਪ ਨਾਲ ਲੀਡਰਸ਼ਿਪ ਜਿਹੜੀ ਦੀਪ ਸਿੱਧੂ ਨੂੰ ਔਰ ਜਿਹੜਾ ਉਹ ਆਪਣਾ ਦੂਜੇ ਲੀਡਰ ਜਿਹੜੇ ਲੀਡਰ ਦੀ ਗੱਲ ਕਰਦੇ, ਉਹਨਾਂ ਨੂੰ ਸਟੇਜ ਤੇ ਜਾਣਾ ਬੰਦ ਕਰਤਾ, ਉਹਨਾਂ ਦੀ ਸਟੇਜ ਵੱਖਰੀ ਕਰਤੀ। ਤੇ ਇਹ ਐਪਰੈਂਟਲੀ ਕਲੀਅਰ ਹੋ ਗਿਆ ਕਿ ਇਹ ਜਿਹੜੀ ਖਾਲਿਸਤਾਨੀ ਵਾਲੀ ਗੱਲ ਜਿਹੜੀ ਹੈ ਇਹ ਇੱਕ ਉਹ ਗਰੁੱਪ ਕਰ ਰਿਹਾ ਜਿਹੜਾ ਬੇਸਿਕਲੀ ਬੀਜੇਪੀ ਦਾ ਜਾਂ ਸਰਕਾਰ ਦਾ ਏਜੰਟ ਹੈ। ਉਹਦੇ ਨਾਲ ਇਹਨਾਂ ਦਾ ਜਿਹੜਾ ਉਹ ਬਚਾਅ ਜਿਹੜਾ ਹੋ ਗਿਆ। ਅਦਰਵਾਈਜ਼ ਜੇਕਰ ਉਹਨਾਂ ਨੇ ਉੱਥੇ ਜਾ ਕੇ ਝੰਡਾ ਜੈਨੂਅਲ ਲਹਿਰਾਣਾ ਵੀ ਸੀ ਤੇ ਉਹ ਭਾਰਤੀ ਕਿਸਾਨ ਯੂਨੀਅਨ ਦਾ ਲਹਿਰਾਣਾ ਚਾਹੀਦਾ ਸੀ, ਲੇਕਿਨ ਕਿਉਂਕਿ ਉਹਨਾਂ ਨੇ ਇਹ ਇਸ਼ੂ ਬਣਾਉਣਾ ਸੀ। ਸੋ ਇਹ ਸਭ ਤੋਂ ਵੱਡਾ ਜਿਹੜਾ ਦਾਅ ਸੀ ਮੋਦੀ ਵਾਲਾ ਸਰਕਾਰ ਦਾ, ਉਹ ਦਾਅ ਜਿਹੜਾ ਉਹ ਵੀ ਕਾਊਂਟਰ ਹੋ ਗਿਆ। ਔਰ ਅੱਜ ਜਿਹੜਾ ਮੈਂ ਪਿਛਲੇ ਦਿਨਾਂ ਵਿੱਚ ਸਿੰਘੂ ਬਾਰਡਰ ਵੀ ਗਿਆ ਕਿ ਅੱਜ ਉੱਥੇ ਜਿਹੜਾ ਕੋਈ ਇਹ ਇਮੇਜ ਨਹੀਂ ਕਿ ਇਹ ਸਿੱਖ ਲੜਾਈ ਹੈ, ਭਾਵੇਂ ਪਿੱਛੇ ਹੋਣ, ਜਾਂ ਇਹ ਜਿਹੜੀ ਹੈ ਇਹ ਲੜਾਈ ਜਿਹੜੀ ਹੈ ਇਹ ਨਿਰੀ ਪੰਜਾਬ ਦੀ ਲੜਾਈ ਹੈ। ਉਹਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਹਰਿਆਣੇ ਦਾ ਹੈ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਜਿਹੜੇ ਬਾਰਡਰਿੰਗ ਟਾਊਨ ਨੇ ਜਿਵੇਂ ਅਬੋਹਰ ਹੈ ਜਾਂ ਦੂਜਾ, ਉਹਦੇ ਵਿੱਚ ਜਿਹੜਾ ਹਰਿਆਣੇ ਦਾ ਤੇ ਦੂਜਾ ਪੰਜਾਬ ਦੇ ਵਿਰੋਧ ਵਿੱਚ ਪ੍ਰੋ ਹਰਿਆਣਾ ਵਿੱਚ ਲੰਬੀ ਵਰਕ ਕਰਦੀ, ਕਿਉਂਕਿ ਉਹਨਾਂ ਦੇ ਵਪਾਰ ਉਧਰ ਨੇ। ਉਹ ਸਾਰੇ ਜਿਹੜੇ ਇੱਕ ਮਹੀਨੇ ਹੋਏ ਨੇ ਕਿ ਉਹ ਇਸ਼ੂ ਭਾਵੇਂ ਪਜਲ ਦਾ ਹਰ ਵਾਰੀ ਲੈ ਕੇ ਬਹਿ ਜਾਂਦੇ ਸੀ, ਭਾਵੇਂ ਚੰਡੀਗੜ੍ਹ ਦਾ ਲੈ ਕੇ ਬਹਿੰਦੇ ਸੀ, ਉਹ ਸਾਰੇ ਇਸ਼ੂ ਜਿਹੜੇ ਨੇ ਪੰਜਾਬ ਔਰ ਹਰਿਆਣਾ ਦੇ ਲੋਕਾਂ ਦੀ ਸਾਈਕੀ ਦੇ ਵਿੱਚੋਂ ਬਾਹਰ ਹੋ ਗਏ ਨੇ। ਤੇ ਇਹ ਇੱਕ ਨਵੀਂ ਰਾਜਨੀਤੀ ਸ਼ੁਰੂ ਹੋਏਗੀ। ਮੈਨੂੰ ਤਾਂ ਵੈਸੇ ਬੜਾ ਕਲੀਅਰ ਇਹ ਲੱਗਦਾ ਹੈ ਕਿ ਸ਼ਾਇਦ ਕਿਸਾਨੀਆਂ ਦੀ ਜਿਹੜੀ ਸੈਕੰਡ ਲਾਈਨ ਜਿਹੜੀ ਲੀਡਰਸ਼ਿਪ ਉੱਥੇ ਹੈ, ਇਸ ਲੜਾਈ ਦੀ ਜਿੱਤਣ ਤੋਂ ਬਾਅਦ ਜਾਂ ਜੋ ਵੀ ਨਤੀਜੇ ਮਿਲਣ, ਇੱਕ ਸੈਕੰਡ ਲੀਡਰਸ਼ਿਪ ਜਿਹੜੀ ਹੈ ਕਿਸਾਨੀ ਦੀ ਜਿਹੜੀ ਹੈ ਉਹ ਰਾਜਨੀਤੀ 'ਚ ਐਂਟਰ ਕਰੇਗੀ। ਔਰ ਹੋ ਸਕਦਾ ਹੈ ਕਿ ਜਿਵੇਂ ਕਿਸੇ ਵੇਲੇ ਜਿਹੜੀ ਹੈ ਉਹ ਇਹ ਜਿਹੜੀ ਤੁਹਾਡਾ ਜਿਹੜੀ ਅਨਾ ਹਜ਼ਾਰੇ ਵਾਲੀ ਮੂਵਮੈਂਟ ਦੇ ਵਿੱਚੋਂ ਰਾਜਨੀਤਿਕ ਬੈਨੀਫਿਟ ਨਿਕਲੇ ਸਨ, ਇਹ ਬੈਨੀਫਿਟ ਭਾਵੇਂ ਨਿਕਲਣ, ਭਾਵੇਂ ਅਕਾਲੀਆਂ ਨੂੰ ਨਿਕਲਣ, ਤੇ ਜਾਂ ਇੱਕ ਵੱਖਰੀ ਪਾਰਟੀ ਦੇ ਤੌਰ ਤੇ ਆ ਕੇ ਦੋਨਾਂ ਲਈ ਇੱਕ ਜਿਹੜਾ ਉਹ ਸੰਕਟ ਖੜਾ ਕਰ ਦੇਣ। ਤੇ ਉਸ ਦੇ ਵਿੱਚ ਵੀ ਜਿਹੜਾ ਸਭ ਤੋਂ ਵੱਡਾ ਧੱਕਾ ਲੱਗੇਗਾ ਉਹ ਧੱਕਾ ਫਿਰ ਅਕਾਲੀ ਦਲ ਨੂੰ ਲੱਗੇਗਾ। ਕਾਂਗਰਸ ਸ਼ਾਇਦ ਉਸ ਮੁਕਾਬਲੇ ਦੇ ਵਿੱਚ ਥੋੜਾ ਬਹੁਤਾ ਮੁਕਾਬਲਾ ਕਰ ਸਕੇ। ਸੋ ਆਉਣ ਸਮਾਂ ਜਿਹੜਾ ਹੈ ਇਹ ਕਈ ਜਿਹੜੇ ਨੇ ਉਹ ਸਾਨੂੰ ਨਵੇਂ ਜਿਹੜੇ ਨੇ ਉਹ ਨਵੀਂ ਸੋਚ ਦੇਣਗੇ, ਇੱਕ ਨਵੀਂ ਰਾਜਨੀਤੀ ਦੇਣਗੇ। ਔਰ ਨਵੀਂ ਰਾਜਨੀਤੀ ਕਹਿ ਲਓ ਕਿ ਭਾਵੇਂ 62 ਦੀ ਲੜਾਈ ਹੋਈ ਸੀ, ਉਸ ਤੋਂ ਬਾਅਦ ਨਵੇਂ ਨਤੀਜੇ ਆਏ ਸਨ, ਭਾਵੇਂ 70-72 ਦੀ ਲੜਾਈ ਹੋਈ ਸੀ, ਐਮਰਜੈਂਸੀ ਦੀ ਲੜਾਈ ਹੋਈ ਸੀ, 1984 ਦੀ ਲੜਾਈ ਹੋਈ ਸੀ, ਉਹਨੇ ਰਾਜਨੀਤੀ ਦੀਆਂ ਜਿਹੜੀਆਂ ਨੇ ਮੁਹਾਰਾਂ ਮੋੜੀਆਂ ਨੇ। ਇਵੇਂ ਹੀ ਇਹ ਜਿਹੜੀ ਹੈ ਕਿਸਾਨ ਜਿਹੜੀ ਲੀਡਰਸ਼ਿਪ ਹੈ ਉਹ ਇੰਨੀ ਮਤਲਬ ਜਿਹੜੀ ਹੈ ਉਹਦਾ ਪ੍ਰਭਾਵ ਹੈ ਪੰਜਾਬ ਦੇ ਆਮ ਜੀਵਨ ਦੇ ਉੱਤੇ, ਆਮ ਜਿਹੜਾ ਦੁਕਾਨਦਾਰ ਤੇ ਵੀ, ਆੜਤੀ ਤੇ ਵੀ, ਵਪਾਰੀ ਤੇ ਵੀ, ਉਹ ਸਾਰਾ ਜਿਹੜਾ ਅਰਬਨ ਔਰ ਰੂਰਲ ਦਾ ਜਿਹੜਾ ਉਹ ਸੁਮੇਲ ਜਿਹੜਾ ਉਹ ਐਸਾ ਹੋਇਆ ਹੈ ਕਿ ਜਿਹਦੇ ਵਿੱਚ ਪੰਜਾਬ ਦੀ ਇੱਕ ਨਵੀਂ ਰਾਜਨੀਤੀ ਦੇ ਤੁਸੀਂ ਸੰਕੇਤ ਜਿਹੜੇ ਨੇ ਉਹ ਦੇਖ ਸਕਦੇ ਹੋ। ਮੈਂ ਇੱਥੇ ਇੱਕ ਸਵਾਲ ਜਿਹੜਾ ਬੜਾ ਜ਼ਰੂਰੀ ਹੈ, ਕਿਉਂਕਿ ਉਹ ਇੱਕ ਲੜੀ ਹੈ ਔਰ ਉਹਨੂੰ ਅਸੀਂ ਪਾਸੇ ਨਹੀਂ ਰੱਖ ਸਕਦੇ। ਜਿਵੇਂ ਬੀਜੇਪੀ ਇਸ ਵਾਰੀ ਕਾਮਯਾਬ ਨਹੀਂ ਹੋ ਸਕੀ, ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਵੋਟ ਖਿੱਚ ਲਵਾਂਗੇ, ਇਹ ਸ਼ਾਇਦ ਵਰਗ ਵੰਡ ਦੇ ਵਿੱਚੋਂ ਅਸੀਂ ਥੋੜਾ ਜਿਹਾ ਉੱਭਰ ਕੇ ਆ ਜਾਈਏ। ਇਲੈਕਸ਼ਨ ਵੀ ਇੰਜ ਦੀ ਸੀ ਸ਼ਹਿਰੀ ਵੋਟਾਂ ਦੀ। ਲੇਕਿਨ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਨਾਲ ਰਾਘਵ ਚੱਡਾ ਨੂੰ ਬੜੀ ਸੋਚੀ ਸਮਝੇ ਤਰੀਕੇ ਨਾਲ ਅੱਗੇ ਕੀਤਾ, ਜਰਨੈਲ ਸਿੰਘ ਪਿੱਛੇ ਹੋ ਗਏ, ਭਾਵੇਂ ਐਲਾਨੀਆ ਨਹੀਂ ਸੀ, ਸਹਿ ਪ੍ਰਧਾਨ ਸਹਿ ਇੰਚਾਰਜ ਲਾਇਆ ਸੀਗਾ ਇਹਨਾਂ ਨੂੰ ਰਾਘਵ ਚੱਡਾ ਨੂੰ, ਜਿਹੜੇ ਕਿ ਕੇਜਰੀਵਾਲ ਦੇ ਖਾਸਮ ਖਾਸ ਨੇ।
ਸਵਾਲ ਇਹ ਖੜਾ ਹੁੰਦਾ ਹੈ ਕਿ ਪਿਛਲੇ 1.5 ਮਹੀਨੇ ਤੋਂ ਕੈਪਟਨ ਅਮਰਿੰਦਰ ਸਿੰਘ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਟਕਰਾਅ ਸੀ। ਇੱਕ ਬਿਆਨ ਉਧਰੋਂ ਆਉਂਦਾ ਸੀ, ਦੋ ਇਧਰੋਂ ਆਉਂਦੇ ਸੀ, ਦੋ ਇਧਰੋਂ ਆਉਂਦੇ ਸੀ, ਚਾਰ ਉਧਰੋਂ ਆਉਂਦੇ ਸੀ। ਕੇਜਰੀਵਾਲ ਬਨਾਮ ਕੈਪਟਨ ਅਮਰਿੰਦਰ ਸਿੰਘ ਸਿੱਧਾ ਵੀ ਟਵੀਟੋ ਟਵੀਟੀ ਵੀ ਹੋਏ, ਲੇਕਿਨ ਜਿਹੜੀ ਥੱਲੇ ਦੀ ਲੀਡਰਸ਼ਿਪ ਸੀ ਉਹ ਵੀ ਕੈਪਟਨ ਤੇ ਹਮਲਾ ਬੋਲਦੀ ਸੀ ਔਰ ਕੈਪਟਨ ਦੀ ਟੀਮ ਵੱਲੋਂ ਬਕਾਇਦਾ ਉਹਦਾ ਜਵਾਬ ਦਿੱਤਾ ਜਾਂਦਾ ਸੀ। ਮਤਲਬ ਇੰਜ ਤਰ੍ਹਾਂ ਨਾਲ ਲੜਾਈ ਆਮ ਆਦਮੀ ਪਾਰਟੀ ਤੇ ਕੈਪਟਨ ਸਰਕਾਰ ਦੇ ਵਿੱਚ ਬਣਾਈ ਜਾ ਰਹੀ ਸੀ ਕਿ ਸ਼ਾਇਦ ਅਕਾਲੀ ਦਲ ਹਾਸ਼ੀਏ ਤੇ ਆ ਔਰ ਇਹ ਲੜਾਈ ਅਗਲੇ ਸਮੇਂ 'ਚ ਦੋਨਾਂ ਧਿਰਾਂ ਨੇ ਲੜਨੀ ਹੈ। ਇਸ ਮੌਕੇ ਜਿਹੜੀ ਪਰਫਾਰਮੈਂਸ ਆਮ ਆਦਮੀ ਪਾਰਟੀ ਨੇ ਦਿਖਾਈ ਹੈ, ਉਹ ਜੋ ਵੀ ਹਾਲਾਤ ਨੇ ਸਭ ਦੇ ਸਾਹਮਣੇ, ਅੰਕੜਿਆਂ ਦੀ ਖੇਡ 'ਚ ਸਾਰੇ ਦਰਸ਼ਕ ਸਰੋਤੇ ਜਾਣਦੇ, ਤੁਹਾਨੂੰ ਜ਼ਿਆਦਾ ਬਿਹਤਰ ਪਤਾ ਹੈ। ਆਮ ਆਦਮੀ ਪਾਰਟੀ ਇੱਥੋਂ ਹੁਣ ਕਿੱਧਰ ਨੂੰ ਜਾਊਗੀ? ਉਹਦਾ ਥੋੜਾ ਜਿਹਾ ਗ੍ਰਾਫ ਉੱਪਰ ਵੱਧਦਾ ਹੈ ਜਾਂ ਤੁਸੀਂ ਬਿਲਕੁਲ ਚਫਾਲ ਸਿਰਿਓਂ ਡਿੱਗਦੇ ਦੇਖਦੇ ਉਹਨੂੰ? ਦੇਖੋ ਇਹ ਗੱਲ ਜਿਹੜੀ ਹੈ ਬਿਲਕੁਲ ਹੀ ਸਮਝ ਲਵੋ ਕਿ ਭਾਵੇਂ ਰਾਘਵ ਚੱਡਾ, ਜੇ ਜਰਨੈਲ ਸਿੰਘ ਜਿਹੜਾ ਪੱਤਰਕਾਰ ਸੀ ਉਹ ਪੰਜਾਬ ਦਾ ਚਿਹਰਾ ਜਿਹੜਾ ਬਣ ਸਕਦਾ ਸੀ। ਈਵਨ ਇਹ ਜਰਨੈਲ ਸਿੰਘ ਜਿਹੜਾ ਮਾਇਆਪੁਰੀ ਤੋਂ ਜਿੱਤਿਆ ਵੀ ਹੈ, ਇਹ ਪੰਜਾਬ ਦਾ ਚਿਹਰਾ ਨਹੀਂ ਬਣ ਸਕਿਆ। ਈਵਨ ਇਹ ਦਿੱਲੀ ਦੇ ਵਿੱਚ ਵੀ ਸਿੱਖ ਚਿਹਰਾ ਜਿਹੜਾ ਉਹ ਨਹੀਂ ਬਣ ਸਕਿਆ। ਸਿੱਖ ਚਿਹਰਾ ਜਿਹੜਾ ਉਹ ਆਪ ਕੋਲ ਦਿੱਲੀ ਵਿੱਚ ਵੀ ਨਹੀਂ ਲੱਭਿਆ ਤੇ ਪੰਜਾਬ ਵਿੱਚ ਵੀ ਨਹੀਂ ਲੱਭਿਆ। ਤੇ ਮੰਨ ਕੇ ਚੱਲੀਏ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਤੁਸੀਂ ਸਿੱਖ ਚਿਹਰੇ ਨੂੰ ਜਿੰਨਾ ਚਿਰ ਨਹੀਂ ਲਿਆਉਂਦੇ ਔਰ ਮੈਚਿਓਰ ਚਿਹਰੇ ਨੂੰ ਜਿੰਨਾ ਚਿਰ ਨਹੀਂ ਲਿਆਉਂਦੇ, ਉਨਾ ਚਿਰ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਜਿਹੜੀ ਉਹ ਨਹੀਂ ਚੱਲ ਸਕਦੀ। ਲੋਕਲ ਪੱਧਰ ਦੇ ਉੱਤੇ ਕਿਸੇ ਦਾ ਇਨਫਲੂਐਂਸ ਹੈ, ਜਿਵੇਂ ਤੁਸੀਂ ਕਹਿ ਲਓ ਕਿ ਜਿਹੜੇ ਆਪਣਾ ਭਗਵੰਤ ਮਾਨ, ਪਰਵਿੰਦਰ ਹੋਰੀ, ਇਹ ਸਾਰੇ ਆਪਣੇ ਆਪ ਵਿੱਚ ਪਰਸਨਲ ਇਨਫਲੂਐਂਸ ਵਾਲੇ ਇਹਨਾਂ ਦੀ ਲੀਡਰਸ਼ਿਪ ਹੈ। ਉਸ ਪਰਸਨਲ ਇਨਫਲੂਐਂਸ ਤੋਂ ਬਾਹਰ ਜਾ ਕੇ ਇਹਨਾਂ ਦੀ ਲੀਡਰਸ਼ਿਪ ਨਹੀਂ ਬਣਦੀ। ਇਵੇਂ ਹੀ ਆਪ ਪਾਰਟੀ ਦੇ ਜੇ ਕੁਝ ਲੀਡਰ ਹੈ ਨੇ ਉਹ ਪਰਸਨਲ ਤੱਕ ਨੇ, ਉਸ ਤੋਂ ਬਾਅਦ ਉਹਨਾਂ ਦਾ ਰੋਲ ਕੋਈ ਨਹੀਂ। ਐਜ਼ ਐਨ ਆਰਗੇਨਾਈਜੇਸ਼ਨ, ਐਜ਼ ਅ ਪੋਲੀਟੀਕਲ ਪਾਰਟੀ ਉਹਨਾਂ ਦੀ ਕੋਈ ਸਟ੍ਰੈਟਜੀ ਨਹੀਂ ਔਰ ਕੋਈ ਕੁਝ ਨਹੀਂ, ਕਿਉਂਕਿ ਉਹਨਾਂ ਨੂੰ ਕਦੀ ਦਿੱਲੀ ਦੇਖਣਾ ਪੈਂਦੀ ਹੈ, ਕਦੀ ਉਹਨਾਂ ਨੂੰ ਜਿਹੜੀ ਹੈ ਉਹ ਦੇਖਣੀ ਪੈਂਦੀ ਹੈ ਆਪਣਾ ਪੰਜਾਬ ਦੇਖਣਾ ਪੈਂਦਾ ਹੈ, ਕਦੀ ਉਹਨਾਂ ਨੂੰ ਲੱਗਦੇ ਨੇ ਹਰਿਆਣੇ ਦੀ ਇਲੈਕਸ਼ਨ ਲੜਨੀ ਹੈ, ਕਦੀ ਅਸੀਂ ਯੂਪੀ ਦੀ ਇਲੈਕਸ਼ਨ ਲੜਨੀ ਹੈ। ਸੋ ਉਹਨਾਂ ਦੀ ਕੋਈ ਨੈਸ਼ਨਲ ਪਾਲਿਸੀ ਬਣਾਈ ਕੋਈ ਨਹੀਂ। ਪੰਜਾਬ ਦੇ ਵਿੱਚ ਦਿੱਲੀ ਮਾਡਲ ਅਸੀਂ ਲਾਵਾਂਗੇ। ਦਿੱਲੀ ਮਾਡਲ ਕੀ ਹੈ? ਹਰ ਸਿਚੁਏਸ਼ਨ ਸਟੇਟ ਦੇ ਆਪਣੀਆਂ ਜਿਹੜੀਆਂ ਨੇ ਸੋਸ਼ੀਓ ਇਕਨੋਮਿਕ ਕੰਡੀਸ਼ਨ ਹੁੰਦੀਆਂ ਨੇ, ਉਹਨਾਂ ਨੂੰ ਛੱਡ ਕੇ ਤੁਸੀਂ ਜਿਹੜਾ ਕਹੋ ਜੀ ਅਸੀਂ ਜਿਹੜਾ ਉਹਦੇ 'ਚ ਕਰ ਲਾਂਗੇ, ਇਹ ਕੁਝ ਵੀ ਗੱਲ ਜਿਹੜੀ ਹੈ ਉਹ ਨਹੀਂ ਬਣਦੀ। ਸੋ ਇਸ ਕਰਕੇ ਇਹ ਮੰਨਣਾ ਪਏਗਾ ਕਿ ਆਪ ਪਾਰਟੀ ਜਿੰਨਾ ਚਿਰ, ਫॉर एग्जांपल ਜਿਸ ਵੇਲੇ ਨਵਜੋਤ ਸਿੱਧੂ ਦੀ ਖਬਰ ਆਈ ਕਿ ਉਹਨੇ ਬੀਜੇਪੀ ਛੱਡੀ ਹੈ, ਉਹ ਕਲੀਅਰ ਸੀ ਕਿ ਆਪ ਪਾਰਟੀ ਜਾਏਗਾ। ਤੇ ਅਸੀਂ ਕਲੀਅਰ ਉਸ ਵੇਲੇ ਬੈਠੇ, ਦੋਸਤ ਵੀ ਬੈਠੇ ਸੀ। ਤੇ ਜਦੋਂ ਗੱਲ ਸੀਰੀਅਸਲੀ ਹੋਈ ਤੇ ਉਦੋਂ ਆਇਆ ਕਿ ਹੁਣ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਬਣੇਗੀ। ਦੂਜੇ ਦਿਨ ਸਟੇਟਮੈਂਟ ਸ਼ੁਰੂ ਹੋ ਗਈਆਂ ਉਹਦੇ ਕਾਊਂਟਰ 'ਚ। ਸੁਖਪਾਲ ਤਰਲੇ ਕਰਦਾ ਕਿ ਮੈਨੂੰ ਲਾ ਲਓ, ਨਹੀਂ ਰੱਖਦੇ। ਜਗਮੀਤ ਬਰਾੜ ਆਉਣਾ ਚਾਹੁੰਦਾ, ਮੈਂ ਨਹੀਂ ਆਉਣਾ। ਸੁਖਦੇਵ ਸਿੰਘ ਢੀਂਡਸਾ ਨੂੰ ਤੁਸੀਂ ਐਕਸੈਪਟ ਕਰ ਲਓ, ਕੁਝ ਵੀ ਉਹ ਕਰਨ ਨੂੰ ਤਿਆਰ ਨਹੀਂ। ਕਿ ਭਗਵੰਤ ਮਾਨ ਤੇ ਚੀਮਾ ਤੀਜਾ ਬੰਦਾ ਸੀ ਅੰਦਰ ਆਉਣ ਨਹੀਂ ਦੇਣਾ। ਛੋਟੇਪੁਰ ਇੱਕ ਬੜਾ ਸੈਂਸੀਬਲ, ਇੱਕ ਬੜਾ ਇਮਾਨਦਾਰ ਉਹਦਾ ਇੱਕ ਇਮੇਜ ਸੀ ਔਰ ਉਹਦਾ ਜਿਹੜਾ ਉਹਨੂੰ ਵੀ ਬਾਹਰ ਜਿਹੜਾ ਉਹ ਕੱਢ ਦਿੱਤਾ। ਤੇ ਹੁਣ ਮਤਲਬ ਜਿਹੜਾ ਉਹ ਕੀ ਲੈ ਕੇ ਆ ਪਾਏਗੀ ਲੋਕਾਂ 'ਚ? ਜਿਹੜੀ ਲੋਕਲ ਲੀਡਰਸ਼ਿਪ ਸੀ ਵੱਖ-ਵੱਖ ਸ਼ਹਿਰਾਂ ਵਿੱਚ ਵੀ ਸੀ ਜਾਂ ਪਿੰਡਾਂ ਵਿੱਚ ਵੀ ਸੀ, ਉਹ ਹੌਲੀ ਜਾਂ ਤਾਂ ਲੀਡਰਸ਼ਿਪ ਦੀ ਚਮਚੀ ਬਣ ਗਈ ਤੇ ਜਾਂ ਮਤਲਬ ਜਿਹੜੀ ਹੈ ਉਹ ਡਿਮੋਰਲਾਈਜ਼ ਹੋ ਗਈ। ਹੁਣ ਪੰਜਾਬ ਦੇ ਵਿੱਚ ਆਪ ਦੀ ਉਹ ਉਭਾਰ ਜਿਹੜਾ ਉਹ ਮੂਵਮੈਂਟ ਜਿਹੜੀ ਹੈ ਉਹ ਨਹੀਂ ਹੈ ਜਿਸ ਮੂਵਮੈਂਟ ਦੇ ਸਿਰ ਤੇ ਅਸੀਂ ਜਿਹੜਾ ਸੀ ਉਹ ਕੋਈ ਗਿਣਦੇ ਸੀ ਇਹਦੇ 'ਚ। ਅੱਛਾ, ਮੈਨੂੰ ਡਾਕਟਰ ਸਾਹਿਬ ਇਹ ਜ਼ਰੂਰ ਦੱਸਦੇ ਜਾਇਓ ਕਿ ਜਦੋਂ ਅਕਾਲੀ ਦਲ ਸਪਲਿਟ ਹੁੰਦਾ, ਸਪਲਿਟ ਹੀ ਕਵਾਂਗੇ, ਜਦੋਂ 4-5 ਵੱਡੇ ਲੀਡਰ ਨਿਕਲ ਜਾਂਦੇ ਆ, 3 ਤਾਂ ਇਕੱਠੇ ਹੀ ਆ ਗਏ, ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਡਾਕਟਰ ਰਤਨ ਸਿੰਘ ਅਜਨਾਲਾ। ਉਹਨਾਂ ਤੋਂ ਪਹਿਲਾਂ ਢੀਂਡਸਾ ਸਾਹਿਬ ਪਹਿਲਾਂ ਵੱਖਰੇ ਬੈਠੇ ਸੀ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਦੇ ਵਿੱਚ ਜਿਸ ਤਰੀਕੇ ਨਾਲ ਸੁਖਬੀਰ ਨੂੰ ਚੁਣੌਤੀ ਦੇਣ ਦੀ ਇੱਕ ਗੱਲ ਹੋਈ ਔਰ ਉਹ ਗੱਲ ਅੱਗੇ ਵਧੀ ਵੀ, ਕਾਫੀ ਅੱਗੇ ਤੱਕ ਵਧੀ, ਇੱਕ ਤਰ੍ਹਾਂ ਨਾਲ ਸਮਾਨਾਂਤਰ ਦੋ ਧਿਰਾਂ ਤੁਰਨੀਆਂ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਕਰੋਨਾ ਤੋਂ ਬਾਅਦ ਕਿਸਾਨੀ ਮੂਵਮੈਂਟ, ਇਸ ਤੋਂ ਬਾਅਦ ਜਿਹੜੀ ਸੁਖਬੀਰ ਦੇ ਸ਼ਰੀਕ ਨੇ ਇਹ ਟਕਸਾਲੀਆਂ ਦੇ ਰੂਪ ਦੇ ਵਿੱਚ, ਇਹਨਾਂ ਦੀ ਹੋਂਦ ਹਸਤੀ ਨੂੰ ਤੁਸੀਂ ਕਿਵੇਂ ਆਂਕਦੇ ਹੋ? ਅਕਾਲੀ ਦਲ ਨੂੰ ਇਸ ਤਰ੍ਹਾਂ ਦੇ ਕਿਸੇ ਥ੍ਰੈਟ ਨਾਲ ਵੀ ਅੱਗੇ ਦੇਖਦੇ ਹੋ? ਔਰ ਇਹਨਾਂ ਦੀ ਭੂਮਿਕਾ, ਜਿਹੜੇ ਵੱਡੇ ਚਿਹਰੇ ਸੀ ਕਿਸੇ ਸਮੇਂ, ਇਹਨਾਂ ਦੀ ਭੂਮਿਕਾ ਦਾ ਵਿਸਥਾਰ ਹੁੰਦਾ ਵੀ ਕਿਤੇ ਤੁਹਾਨੂੰ ਲੱਗਦਾ? ਦੇਖੋ ਜਿਹੜੀ ਗੱਲ ਆਪਣਾ ਢੀਂਡਸਾ ਉਹਨਾਂ ਦਾ ਵੱਖਰਾ ਹੋਣਾ ਤੇ ਸੇਖਵਾਂ ਉਹਨਾਂ ਦਾ ਨਾਲ ਹੋਣਾ ਜਾਂ ਦੂਜਾ ਜਿਹੜਾ ਸਾਰੀ ਸਮੱਸਿਆ ਜਿਹੜੀ ਬਣਦੀ ਸੀ, ਉਹ ਅਕਾਲੀ ਦਲ ਦਾ ਜਿਹੜਾ ਸਟਰਕਚਰ ਸੀ, ਜਿਹਨੂੰ ਅਸੀਂ ਆਰਗੇਨਾਈਜੇਸ਼ਨਲ ਢਾਂਚਾ ਹੈ, ਉਹਨੂੰ ਟੱਚ ਨਹੀਂ ਕਰ ਸਕੇ। ਜੇਕਰ ਪੁਤਲੇ ਹੁੰਦਾ ਕਿ ਇਸ ਡਿਸਟ੍ਰਿਕਟ ਦੇ ਵਿੱਚੋਂ ਜਾਂ ਇਸ ਸਰਕਲ ਦੇ ਵਿੱਚੋਂ ਸਾਰਾ ਸਰਕਲ ਬਦਲ ਗਿਆ ਜਾਂ ਸੈਕੰਡ ਲਾਈਨ ਦੀ ਲੀਡਰਸ਼ਿਪ ਜਿਹੜੀ ਬਦਲ ਗਈ ਹੈ, ਕਿ ਜਿਹੜੇ ਟੁੱਟੇ ਫੁੱਟੇ ਜਿਹੜੇ ਸਨ ਉਹ ਲੀਡਰ ਸਨ,
ਜਿਹੜੇ ਆਪਣੀ ਥਾਂ ਤੇ ਡਿਸਕੰਟਡ ਸਨ ਜਾਂ ਜਿਨ੍ਹਾਂ ਨੂੰ ਕੋਈ ਗੱਲ ਥਾਂ ਨਹੀਂ ਸੀ ਮਿਲਦੀ, ਉਹ ਟੁੱਟ ਕੇ ਆਏ। ਲੇਕਿਨ ਉਹਨਾਂ ਨੂੰ ਕੰਸੋਲੀਡੇਟ ਕਰਨ ਦੀ ਜਾਂ ਆਪਣੀ ਕੌਨਸਟੀਟਿਊਂਸੀ ਦੇ ਵਿੱਚ ਕੰਮ ਕਰਨ ਦੀ ਜਿਹੜੀ ਹੈ ਉਹ ਨਹੀਂ ਸੀ ਉਹਨਾਂ ਦੀ ਪੋਜੀਸ਼ਨ ਬਣੀ। ਫਸਟ ਲੈਵਲ ਤੇ ਫਿਰ ਵੀ ਨਹੀਂ ਸਨ, ਜਿਸ ਕਰਕੇ ਜਿਹੜਾ ਉਹ ਪਾਰਟੀ ਜਿਹੜੀ ਹੈ ਉਹ ਆਪਣਾ ਇਨਫਲੂਐਂਸ ਜਿਹੜਾ ਉਹ ਨਹੀਂ ਬਣਾ ਸਕੀ। ਔਰ ਢੀਂਡਸਾ ਸਾਹਿਬ ਔਰ ਦੂਜਾ ਸਾਰਾ ਜਿਹੜਾ ਹੈ ਉਹ ਇਸ ਗੱਲ ਦੇ ਵਿੱਚ ਵੀ ਰੁਕਾਵਟ ਹੈ। ਪਰਮਿੰਦਰ ਢੀਂਡਸਾ ਨੇ ਜ਼ਰੂਰ ਕੰਮ ਕੀਤਾ, ਲੇਕਿਨ ਕਰੋਨਾ ਨੇ ਉਸ ਪਾਸੇ ਰੋਕ ਵੀ ਦਿੱਤਾ ਤੇ ਜੋੜ ਤੋੜ ਵਾਲੀ ਰਾਜਨੀਤੀ ਜਿਹੜੀ ਆ ਪਿੱਛੇ ਪੈ ਗਈ। ਤੇ ਇਹ ਜਿਹੜੀਆਂ ਨਗਰ ਪਾਲਿਕਾ ਜਾਂ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ, ਉਹਨੇ ਐਸਟੈਬਲਿਸ਼ ਕਰਤਾ ਕਿ ਜੇਕਰ ਸਿੱਖ ਰਾਜਨੀਤਿਕ ਪਾਰਟੀ 'ਚ ਅਕਾਲੀ ਦਲ ਦੇ ਨਾਂ ਥੱਲੇ ਕੋਈ ਹੋਣਾ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਰਿਹਾ ਹੈ। ਅਜੇ ਹੋਰ ਉਹਦੇ ਲਈ ਕੋਈ ਚੈਲੰਜ ਜਿਹੜਾ ਉਹ ਨਹੀਂ ਬਣਿਆ, ਕਿਉਂਕਿ ਕਿਤੇ ਵੀ ਇਹਨਾਂ ਦਾ ਉਹਦੇ ਵਿੱਚ ਪਾਰਟਿਸਿਪੇਟ ਨਾ ਕਰਨਾ ਵੀ ਇਹ ਗੱਲ ਕਹਿੰਦਾ ਹੈ ਕਿ ਅਜੇ ਇਹਨਾਂ ਦਾ ਬੇਸ ਜਿਹੜਾ ਡਿਵੈਲਪ ਨਹੀਂ ਹੋ ਸਕਿਆ। ਅੱਛਾ, ਮੈਨੂੰ ਸਰ ਹੁਣ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਤੇ ਇੱਕ ਝਾਤ ਪਵਾਉਂਦੇ ਜਾਇਓ। ਜਦੋਂ ਕੈਪਟਨ ਅਮਰਿੰਦਰ ਸਿੰਘ ਇਸ ਇਲੈਕਸ਼ਨ ਨੂੰ ਜਿੱਤ ਚੁੱਕੇ ਆ ਔਰ ਕੁਦਰਤੀ ਤੌਰ ਤੇ ਉਹ ਹਾਈ ਕਮਾਂਡ ਦੇ ਵਿੱਚ ਅੱਗੇ ਨਾਲੋਂ ਮਜ਼ਬੂਤ ਹੋਏ ਹੋਣਗੇ, ਕੁਦਰਤੀ ਇਹ ਦਾਅਵਾ ਤਾਂ ਰਹੂਗਾ। ਇਹਨਾਂ ਦਿਨਾਂ ਦੇ ਵਿੱਚ ਇੱਕ ਜੋ ਪਰਦੇ ਪਿੱਛੇ ਵਾਪਰਦੀਆਂ ਘਟਨਾਵਾਂ ਸੀ, ਉਹ ਚ ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਨੂੰ ਮਿਲਦੇ ਆ, ਪ੍ਰਿਯੰਕਾ ਗਾਂਧੀ ਨੂੰ ਮਿਲਦੇ ਆ, ਫਿਰ ਇੱਕ ਸਪੈਸ਼ਲ ਚੌਪਰ ਲੈ ਕੇ ਜਿਹੜੇ ਰਾਵਤ ਹੈ ਉਹ ਇੱਥੇ ਪਹੁੰਚਦੇ ਆ, ਕੈਪਟਨ ਅਮਰਿੰਦਰ ਸਿੰਘ ਨਾਲ ਡਿਨਰ ਕਰਦੇ ਆ। ਨਵਜੋਤ ਸਿੰਘ ਸਿੱਧੂ ਦੇ ਮੁੜ ਵਸੇਬੇ ਦੀ ਗੱਲ ਚੱਲਦੀ ਹੈ। ਉਸ ਮੁੜ ਵਸੇਬੇ ਤੋਂ ਬਾਅਦ ਹੁਣ ਜਿਹੜੀ ਗੱਲ ਇਸ ਜੇਤੂ ਅੰਦਾਜ਼ ਦੇ ਵਿੱਚ, ਕੀ ਉਹ ਕੈਪਟਨ ਅਮਰਿੰਦਰ ਸਿੰਘ ਹੁਣ ਹਾਈ ਕਮਾਂਡ ਦੀ ਗੱਲ ਮੰਨ ਲੈਣਗੇ? ਕਿ ਨਵਜੋਤ ਸਿੰਘ ਸਿੱਧੂ ਨੂੰ ਜਿੰਨਾ ਉਹਨਾਂ ਨੂੰ ਦੇਣਾ ਚਾਹੀਦਾ ਸੀ ਜਾਂ ਦੇਣਾ ਪੈਣਾ ਸੀ ਉਹਨਾਂ ਉਹ ਦੇ ਪਾਉਣਗੇ? ਕਾਂਗਰਸ ਦੀ ਪ੍ਰਧਾਨਗੀ ਲਈ ਮੈਨੂੰ ਨਹੀਂ ਲੱਗਦਾ ਉਹ ਮੰਨਣ ਲੱਗਿਆ। ਜੇ ਉਹਨਾਂ ਨੂੰ ਡਿਪਟੀ ਸੀਐਮ ਬਣਾਉਣ ਦੀ ਗੱਲ ਹੋਊਗੀ ਜਾਂ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਦੇ ਵਿੱਚ, ਮੈਨੂੰ ਇਹ ਜ਼ਰੂਰ ਦੱਸਿਓ, ਕੈਪਟਨ ਅਮਰਿੰਦਰ ਸਿੰਘ ਦਾ ਹੱਥ ਉੱਪਰ ਹੋ ਗਿਆ ਜਾਂ ਉਹਨਾਂ ਨੂੰ ਫਿਰ ਵੀ ਹਾਈ ਕਮਾਂਡ ਦੇ ਅੱਗੇ ਜਿਹੜਾ ਉਹ ਇਹ ਗੱਲਾਂ ਮੰਨਣੀਆਂ ਪੈਣਗੀਆਂ? ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਨਾ ਪਹਿਲਾਂ ਹਾਈ ਕਮਾਂਡ ਨੂੰ ਮੰਨਿਆ ਜੀ, ਨਾ ਉਹ ਹਾਈ ਕਮਾਂਡ ਨੂੰ ਮੰਨਣ ਨੂੰ ਤਿਆਰ ਨੇ। ਤੇ ਜਿਹੜੀ ਰਾਵਤ ਦੇ ਕਹਿਣ ਦੇ ਉੱਤੇ ਬਠਿੰਡਾ ਰੈਲੀ ਦੇ ਵਿੱਚ ਉਸ ਦਾ ਜਾਣਾ ਔਰ ਉਸ ਜਾਮ ਦੇ ਵਿੱਚ ਜਿਹੜੀ ਸਿਚੁਏਸ਼ਨ ਜਿਹੜੀ ਹੈ ਉਹ ਬਣੀ ਕਿ ਫਿਰ ਉਸ ਤੋਂ ਬਾਅਦ ਡਾਊਨ ਹੋ ਜਾਣਾ, ਕਿ ਪੋਲਿਟਿਕਸ ਦੇ ਵਿੱਚ ਕੁਝ ਗਿਵ ਐਂਡ ਟੇਕ ਵਾਲੀ ਸਿਚੁਏਸ਼ਨ ਜਿਹੜੀ ਹੈ ਉਹ ਹੁੰਦੀ ਹੈ। ਨਿਰੀ ਜਿਹੜੀ ਹੈ ਉਹ ਆਕੜ ਤੇ ਮੈਂ ਜੋ ਕੋਈ ਕਰਾਂ ਉਹੀ ਠੀਕ ਹੈ, ਇਸ ਗੱਲ ਕੋਈ ਸ਼ੱਕ ਨਹੀਂ ਕਿ ਜਿਹੜਾ ਤੁਹਾਡਾ ਤੇ ਸਿੱਧੂ ਹੈ, ਨਵਜੋਤ ਸਿੱਧੂ, ਇਹਦੀ ਫੋਲੋਇੰਗ ਵੀ ਹੈ, ਇਹਦੀ ਕੈਪੈਸਿਟੀ ਵੀ ਹੈ, ਸਭ ਕੁਝ ਹੈ। ਲੇਕਿਨ ਮੈਂ ਨਾ ਮਾਨੂ ਦੇ ਨਾਲ ਰਾਜਨੀਤੀ ਨਹੀਂ ਚੱਲਦੀ ਤੇ ਰੁੱਸ ਕੇ ਘਰ ਬਹਿ ਜਾਣਾ, ਆਪਣੀ ਐਕਟੀਵਿਟੀ ਵੀ ਪੂਰੀ ਨਾ ਰੱਖਣੀ। ਉਹਦੇ ਚ ਮੈਨੂੰ ਤੇ ਲੱਗਦਾ ਹੈ ਕਿ ਜਿਹੜਾ ਨਵਜੋਤ ਸਿੱਧੂ ਦਾ ਜਿਹੜਾ ਭਵਿੱਖ ਹੈ, ਰਾਜਨੀਤਿਕ ਭਵਿੱਖ, ਉਹ ਧੁੰਦਲਾ ਹੀ ਹੈ। ਔਰ ਇਸ ਕੈਪਟਨ ਦਾ ਇਹ ਚੋਣਾਂ ਜਿੱਤ ਜਾਣਾ ਔਰ ਸੁਨੀਲ ਜਾਖੜ ਨਾਲ ਵੱਧ ਘੱਟ ਹੋ ਕੇ ਵੀ ਜਿਹੜਾ ਲਗਾਤਾਰ ਨਿਭਣਾ, ਉਹ ਇਹ ਗੱਲ ਪ੍ਰੂਵ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਜਿਹੜੀ ਹੈ ਨਵਜੋਤ ਸਿੱਧੂ ਦੀ ਕੋਈ ਲੋੜ ਨਹੀਂ ਹੈ। ਹਾਂ, ਜੇਕਰ ਉਹ ਆਪ ਪਾਰਟੀ ਜਾਂਦਾ ਹੈ ਜਾਂ ਉਹ ਬੀਜੇਪੀ ਜਾਂਦਾ ਹੈ ਫਿਰ ਥੋੜਾ ਬਹੁਤਾ ਖਤਰਾ ਲੱਗ ਸਕਦਾ ਹੈ, ਲੇਕਿਨ ਉਹਦੇ ਕੋਲ ਚਾਂਸਸ ਨਹੀਂ। ਉਹ ਸਾਰੀਆਂ ਪਿੱਛੇ ਬੇੜੀਆਂ ਡੋਬਤੀਆਂ, ਅਗਲੀ ਬੇੜੀ 'ਚ ਜਿੱਥੇ ਸਵਾਰ ਹੈ ਉਹਦੇ 'ਚ ਬਹਿਣ ਨੂੰ ਤਿਆਰ ਨਹੀਂ। ਔਰ ਉਹਨੂੰ ਕੈਪਟਨ ਦੀ ਲੀਡਰਸ਼ਿਪ ਅਸੈਪਟ ਕਰਨੀ ਪਏਗੀ ਜੇਕਰ ਉਹ ਅਕਾਲੀ ਦਲ ਨੂੰ ਛੱਡ ਕੇ ਜਿਹੜਾ ਉਹ ਆਪਣਾ ਆਪ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਰਹਿਣਾ ਚਾਹੁੰਦਾ ਹੋਏਗਾ, ਔਰ ਉਸ ਵਿੱਚ ਉਹਦੇ ਲਈ ਉਹ ਤਿਆਰ ਨਹੀਂ ਜੀ। ਲੇਕਿਨ ਕੁੱਲ ਮਿਲਾ ਕੇ ਹੁਣ ਜੇ ਮੈਂ ਤੁਹਾਡੇ ਕੋਲ ਆਖਰੀ ਕੁਝ ਕਿਸਾਨੀ ਅੰਦੋਲਨ ਦੇ ਉੱਤੇ ਪੱਖ ਲੈ ਲਵਾਂ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਆਪਸੀ ਗੱਲਬਾਤ ਦਾ ਟੁੱਟ ਜਾਣਾ, ਇਹਨੂੰ ਹੁਣ ਤੁਸੀਂ ਅੱਗੇ ਕਿਵੇਂ ਵੇਖ ਰਹੇ ਹੋ ਕਿ ਗਵਰਨਮੈਂਟ ਕਿਸ ਪੋਜੀਸ਼ਨ 'ਚ ਹੈ? ਕੀ ਉਹ ਗੱਲਬਾਤ ਕਰੇਗੀ ਨਹੀਂ, ਉਹ ਇਹਨਾਂ ਨੂੰ ਹੋਰ ਅਜਮਾਏਗੀ? ਤੇ ਕਿਸਾਨੀ ਵਾਲੇ ਨਜ਼ਰੀਏ ਤੋਂ, ਲੀਡਰਸ਼ਿਪ ਦੇ ਨਜ਼ਰੀਏ ਤੋਂ ਹੁਣ ਕਿਸ ਤਰ੍ਹਾਂ ਦੇ ਪ੍ਰੋਗਰਾਮ ਦੇਣੇ ਪੈਣਗੇ ਤਾਂ ਕਿ ਸਰਕਾਰ ਇਹਨਾਂ ਦਾ ਦਬਾਅ ਮਹਿਸੂਸ ਕਰੇ? ਇਹ ਗੱਲ ਹੁਣ ਕਿੱਧਰ ਨੂੰ, ਦੋਨਾਂ ਧਿਰਾਂ ਤੋਂ ਕਿੱਧਰ ਨੂੰ ਤੁਰਦੀ ਵੇਖਦੇ ਹੋ? ਇਹ ਆਖਰੀ ਸਵਾਲ ਹੈ। ਦੇਖੋ, ਜਿੱਥੋਂ ਤੱਕ ਤੇ ਕਿਸਾਨੀ ਮੋਰਚੇ ਦੀ ਗੱਲ ਹੈ, ਅਜੇ ਤੱਕ ਤੇ ਜਿਸ ਢੰਗ ਦੇ ਨਾਲ ਕਿਸਾਨੀ ਜਿਹੜਾ ਮੋਰਚਾ ਹੈ ਔਰ ਜਿਵੇਂ ਉਹ ਆਪਰੇਟ ਕਰ ਰਹੇ ਨੇ, ਉਹ ਸਾਰੇ ਦੇ ਸਾਰੇ ਬੜੇ ਸਮਝ ਨਾਲ, ਬੜੇ ਸਿਸਟਮੈਟਿਕ ਕੰਮ ਨਾਲ ਜਿਹੜਾ ਕੰਮ ਕਰ ਰਹੇ ਨੇ, ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਾਂ ਬੀਜੇਪੀ ਵੱਲੋਂ ਜਿਹੜੀਆਂ ਚਾਲਾਂ ਜਿਹੜੀਆਂ ਨੇ ਚੱਲੀਆਂ ਜਾਂਦੀਆਂ ਨੇ, ਉਹਨੂੰ ਉਹ ਕਾਊਂਟਰ ਕਰਨ ਦੇ ਵਿੱਚ ਜਿਹੜਾ ਹੈ ਉਹ ਸਕਸੈਸਫੁਲ ਹੋ ਰਹੇ ਨੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਨ੍ਹਾਂ ਨੇ ਲਾਲ ਕਿਲੇ ਜਾ ਕੇ ਜਾਂ ਰਿੰਗ ਰੋਡ ਵਾਲਾ ਰੂਟ ਜਿਹੜਾ ਲਿਆ, ਉਹਨਾਂ ਨੂੰ 2 ਆਰਗੇਨਾਈਜੇਸ਼ਨ ਨੂੰ ਸਸਪੈਂਡ ਕਰਤਾ, ਦੀਪ ਸਿੱਧੂ ਔਰ ਦੋਨਾਂ ਬਾਰੇ ਜਿਹੜਾ ਕਰਦੇ, ਤਾਂ ਉਹਨਾਂ ਨੇ ਸਟ੍ਰੈਟਜੀਕਲੀ
ਇਸ ਗੱਲ 'ਚ ਵੀ ਕੋਈ ਸ਼ੱਕ ਨਹੀਂ ਕਿ ਹੁਣ ਲਹਿਰ ਜਿਹੜੀ ਹੈ ਇਹ ਪੰਜਾਬ ਹਰਿਆਣੇ ਤੱਕ ਵੀ ਨਹੀਂ, ਇਹ ਯੂਪੀ 'ਚ ਵੀ ਸਪਰੈਡ ਕਰ ਗਈ, ਮੱਧ ਪ੍ਰਦੇਸ਼ ਵਿੱਚ ਵੀ, ਕਰਨਾਟਕਾ ਵਿੱਚ ਵੀ, ਮਹਾਰਾਸ਼ਟਰ 'ਚ ਵੀ ਇਹਦਾ ਫੈਲਾਅ ਹੁੰਦਾ ਹੈ। ਜੇਕਰ ਬੀਜੇਪੀ ਨੂੰ ਜਾਂ ਕੇਂਦਰ ਸਰਕਾਰ ਨੂੰ ਲੱਗਾ ਕਿ ਇਹ ਫੈਲਾਅ ਜਿਹੜਾ ਹੈ ਉਹ ਵਧੀ ਜਾਏਗਾ ਔਰ ਸਾਡੀਆਂ ਜਿਹੜੀਆਂ ਜੀ ਤੋੜੋ ਤੇ ਰਾਜਨੀਤੀ ਵਾਲੀ ਜਿਹੜੀ ਗੱਲਾਂ ਨੇ, ਜਾਂ ਜਿਵੇਂ ਖਾਲਿਸਤਾਨੀ ਤੋਂ ਬਾਅਦ ਹੁਣ ਜਿਹੜਾ ਉਹ ਦੇਸ਼ ਧਰੋਹੀ ਵਾਲੀਆਂ ਦੂਜੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਿਰੇ ਨਾ ਚੜੀਆਂ ਤੇ ਸਮਝੌਤਾ ਜਿਹੜਾ ਉਹ ਕਰਨ ਨੂੰ ਤਿਆਰ ਹੋਣਗੇ। ਉਹਦੇ 'ਚ ਬਣਿਆ ਕਿ ਸਮਝੌਤਾ ਕਿਸ ਤਰ੍ਹਾਂ ਦਾ ਹੋ ਸਕਦਾ। ਮੇਰੇ ਹਿਸਾਬ ਦੇ ਨਾਲ ਬੈਕ ਚੈਨਲ ਵਰਕਿੰਗ ਹੈ ਨਾ, ਹਮੇਸ਼ਾ ਹਰ ਸਮਝੌਤੇ ਵਿੱਚ ਬੈਕ ਚੈਨਲ ਵਰਕ ਕਰਦੀਆਂ ਨੇ। ਇੱਥੇ ਪ੍ਰੋਬਲਮ ਇਹ ਹੈ ਕਿ 40 ਜਥੇਬੰਦੀਆਂ ਇਕੱਠੀਆਂ ਨੇ ਤੇ ਕੋਈ ਦਿਲ ਦੀ ਗੱਲ ਵੀ ਕਰਨ ਨੂੰ ਤਿਆਰ ਨਹੀਂ, ਜਦੋਂ ਕਿ ਇੱਕ ਆਮ ਰਾਜਨੀਤੀ ਦੇ ਤੌਰ ਤੇ ਹੈ ਕਿ ਕੁਝ ਨਾ ਕੁਝ ਛੱਡਣਾ ਵੀ ਪੈਂਦਾ ਹੈ। ਸਿਰਫ ਯੈਸ ਔਰ ਨੋ ਦੇ ਨਾਲ ਜਿਹੜੇ ਨੇ ਫੈਸਲੇ ਜਿਹੜੇ ਨੇ ਉਹ ਨਹੀਂ ਹੁੰਦੇ। ਉਹਦੇ ਲਈ ਕਿਸਾਨੀ ਲੀਡਰਸ਼ਿਪ ਇੰਡੀਵਿਜੂਅਲੀ ਭਾਵੇਂ ਸੋਚਦੀ ਹੋਵੇ, ਉੱਥੇ ਬੈਠ ਕੇ ਇਹ ਗੱਲ ਕਰਕੇ ਜਿਹੜਾ ਕਰੇਗਾ ਉਹ ਗਦਾਰ ਹੋਏਗਾ। ਇਸ ਕਰਕੇ ਉਹ ਗੱਲ ਉਹਨਾਂ ਨੇ ਨਹੀਂ ਕਰਨੀ। ਪਰ ਸਰਕਾਰ ਦੇ ਜੇ ਯਤਨ ਹੋਣ ਤੇ ਕੁਝ ਲੋਕ ਵੀ ਚੱਲਦੇ ਹੋਣ ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਇਹਨੂੰ ਪੋਸਟਪੋਨ ਕਰਨ ਵਾਲੀ ਜਿਹੜੀ ਸੀ ਪ੍ਰਪੋਜ਼ਲ ਸੀ, ਜਿਹੜੀ 1.5 ਸਾਲ ਵਾਲੀ ਸੀ, ਉਹਦੇ ਵਿੱਚ ਅਮੈਂਡਮੈਂਟ ਜਿਹੜੀਆਂ ਨੇ ਅੱਗੇ ਆ ਸਕਦੀਆਂ ਨੇ। ਜੇਕਰ ਤੁਸੀਂ ਕੋਈ ਮੈਨੂੰ ਪੁੱਛੇ ਕਿ ਕੀ ਹੋ ਸਕਦੀਆਂ ਨੇ ਤੇ ਮੈਂ ਕਹਾਂਗਾ ਕਿ ਇਨਡੈਫੀਨਿਟਲੀ ਇਹਨੂੰ ਪੋਸਟਪੋਨ ਕਰ ਦਿਓ ਔਰ ਕਮੇਟੀ ਜਿਹੜੀ ਆ ਬਣਾ ਕੇ ਜਿਹਦੇ ਵਿੱਚ 3 ਰਿਪਰੈਜ਼ੈਂਟੇਟਿਵ ਕਿਸਾਨੀ ਦੇ ਹੋਣ, 3 ਜਿਹੜੇ ਨੇ ਉਹ ਸਰਕਾਰ ਦੇ ਹੋਣ, ਇੱਕ ਜਿਹੜਾ ਕੋਈ ਸੁਪਰੀਮ ਕੋਰਟ ਦਾ, ਕੋਈ ਦੂਜਾ, ਤਿੰਨਾਂ 6 ਨੂੰ ਜਿਹੜਾ ਸਾਂਝਾ ਪ੍ਰਵਾਨ ਹੋਵੇ ਉਹ ਰੱਖ ਲੈਣ। ਜਿੰਨਾ ਚਿਰ ਇਹ ਆਪਣਾ ਫੈਸਲਾ ਸਾਂਝ ਦੇ ਨਾਲ ਯੂਨਾਨੀਮਸ ਵਿੱਚ ਨਹੀਂ ਦਿੰਦੇ ਉਹਨਾਂ ਚਿਰ ਜਿਹੜੇ ਨੇ ਇਹ ਕਾਨੂੰਨ ਜਿਹੜੇ ਨੇ ਸਸਪੈਂਡਡ ਰਹਿਣਗੇ। ਇਸ ਗੱਲ ਦੇ ਉੱਤੇ ਜੇ ਕਿਸਾਨੀ ਵੀ ਮੰਨ ਜਾਏ ਤੇ ਸ਼ਾਇਦ ਇਦੋਂ ਵਧੀਆ ਕੋਈ ਅਲਟਰਨੇਟਿਵ ਨਹੀਂ, ਤੇ ਜੇਕਰ ਸਰਕਾਰ ਮੰਨ ਲਏ ਤਾਂ ਸਰਕਾਰ ਦਾ ਵੀ ਫੇਸ ਜਿਹੜਾ ਕਿ ਅਸੀਂ ਰਿਪੀਲ ਨਹੀਂ ਕਰਨਾ, ਰਿਪੀਲ ਨਾ ਕਰੋ, ਇਹਨੂੰ ਸਸਪੈਂਡ ਕਰ ਦਿਓ, ਉਹ ਗੱਲ ਉਹਨਾਂ ਦੀ ਬਣੇਗੀ। ਹੁਣ ਤਾਂ ਲਫ਼ਜ਼ਾਂ ਦੀ ਖੇਡ 'ਚ ਫੈਸਲਾ ਹੋਣਾ ਹੈ, ਮੰਨੇ ਦੋਨੋਂ ਹੀ ਹੋਏ ਨੇ। ਜੇ ਮਤਲਬ ਮੈਂ ਇਹ ਗੱਲ ਕਹਾਂ ਕਿ ਸਰਕਾਰ ਨੂੰ ਹੀ ਲੱਗਦਾ ਹੈ ਕਿ ਇਸ ਝਗੜੇ 'ਚੋਂ ਨਿਕਲਣਾ ਕਿਵੇਂ ਹੈ, ਲੇਕਿਨ ਸਰਕਾਰ ਇੰਨੀ ਪਾਵਰਫੁਲ ਔਰ ਇੰਨੀ ਸਾਹਸੀ ਸਰਕਾਰ ਹੈ ਕਿ ਉਹ ਸਿੱਧੀ ਤਰ੍ਹਾਂ 100% ਆਪਣੇ ਆਪ ਨੂੰ ਜਿਹੜੇ ਹੈ ਉਹ ਚਿੱਤ ਹੋਇਆ ਨਹੀਂ ਸਮਝ ਸਕਦੇ ਜੀ। ਕਿਸਾਨੀ ਦੀ ਜਿਹੜੀ ਪ੍ਰਾਈਡ ਹੈ ਉਹ ਵੀ ਚਿੱਤ ਹੋਣ ਨੂੰ ਤਿਆਰ ਜਿਹੜਾ ਉਹ ਨਹੀਂ ਹੈ। ਤੇ ਇਹ ਦੋਨਾਂ ਦੇ ਵਿੱਚ ਇੱਕ ਸ਼ਬਦਾਂ ਦੀ ਫੇਰ ਦੇ ਨਾਲ ਇੱਕ ਸਟ੍ਰੈਟਜੀ ਹੈ ਜਿਹਦੇ ਵਿੱਚ ਇਹ ਲਾਗੂ ਨਾ ਹੋਣ। ਔਰ ਬਾਕੀ ਜਿਹੜੇ ਇਸ਼ੂ ਪੈਂਡਿੰਗ ਨੇ ਜਿਨ੍ਹਾਂ ਵਿੱਚ MSP ਹੈ, ਜਿਨ੍ਹਾਂ 'ਚ ਜਿਹੜੇ ਨੇ ਹੋਰ ਨਾਲ ਜਿਹੜੇ ਨੇ ਮਸਲੇ ਜਿਹੜੇ ਨੇ ਕਿਸਾਨੀ ਦੇ ਜੁੜਦੇ ਨੇ, ਉਹ ਵੀ ਉਸ ਕਮੇਟੀ ਨੂੰ ਜਿਹੜੇ ਰੈਫਰ ਹੋ ਜਾਣ ਤੇ ਇੱਕ ਤੇ ਹੋ ਸਕਦਾ। ਦੂਜਾ ਮੈਨੂੰ ਇਹ ਲੱਗਦਾ ਹੈ ਕਿ ਜੇਕਰ ਇਹ ਗੱਲ ਕਰ ਦੇਣ ਕਿ ਕਿਉਂਕਿ ਇਹ ਜਿਹੜਾ ਐਕਟ ਬਣਿਆ ਆਰਡੀਨੈਂਸ ਇਸ਼ੂ ਹੋਏ ਨੇ ਇਹ ਮਈ 'ਚ ਹੋਏ ਨੇ, ਮਈ 2020 'ਚ ਹੋਏ ਨੇ, ਤੇ ਉਹ ਇਹ ਗੱਲ ਕਰ ਲੈਣ ਕਿ 31 ਮਾਰਚ ਤੱਕ ਤੋਂ ਬਾਅਦ ਜਿੰਨੇ ਵੀ ਫੈਸਲੇ ਕਿਸਾਨੀ ਬਾਰੇ ਹੋਏ ਨੇ ਉਹ ਸਾਰੇ ਸਸਪੈਂਡਡ, ਬਾਅਦ 'ਚ ਗੱਲ ਜਿਹੜੀ ਅਸੀਂ ਕਰਾਂਗੇ ਤੇ ਸ਼ਾਇਦ ਫਿਰ ਵੀ ਗੱਲ ਜਿਹੜਾ ਉਹ ਮਸਲਾ ਜਿਹੜਾ ਹੈ ਉਹ ਸੋ ਅੱਛਾ ਮੈਨੂੰ ਤੁਸੀਂ ਸਰਦਾਰ ਬਲਬੀਰ ਸਿੰਘ ਰਾਜੇਵਾਲ ਨਾਲ ਤੁਹਾਡੇ ਤਾਲੁਕਾਤ ਵਧੀਆ ਰਹੇ ਆ। ਬਲਬੀਰ ਸਿੰਘ ਰਾਜੇਵਾਲ ਇੱਕ ਕਾਲਜ ਦੇ ਪ੍ਰਧਾਨ ਵੀ ਸੀ, ਤੁਸੀਂ ਸੈਮੀਨਾਰਸ ਦੇ ਵਿੱਚ ਵੀ ਇਕੱਠੇ ਹੁੰਦੇ ਰਹੇ ਹੋ ਕਿਉਂਕਿ ਤੁਸੀਂ ਬਹੁਤ ਸੋਸ਼ਲ ਹੋ ਔਰ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਸੱਦਿਆਂ ਤੇ ਵੀ ਜਾਂਦੇ ਹੋ ਤੇ ਲੋਕ ਤੁਹਾਡੇ ਕੋਲ ਆਉਂਦੇ ਆ। ਹੁਣ ਇਹਨਾਂ ਦਿਨਾਂ 'ਚ ਤੁਹਾਡੀ ਕੋਈ ਕਿਸਾਨ ਲੀਡਰਸ਼ਿਪ ਨਾਲ ਗੱਲ ਹੋਈ ਹੋਵੇ ਔਰ ਉਹਨਾਂ ਦਾ ਮਨ ਟੋਇਆ ਹੋਵੇ? ਦੇਖੋ ਜਿਵੇਂ ਟਕੈਤ ਵੀ ਕਹਿੰਦਾ ਕਿ ਕੋਈ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਕੋਈ ਲਿਗੇਮੈਂਟ ਇੱਕ ਹੈ, ਲੇਕਿਨ ਜਦੋਂ ਜਾ ਕੇ 40 ਬੈਠਦੇ ਨੇ ਉਦੋਂ ਗੱਲ ਜਿਹੜੀ ਨਹੀਂ ਹੁੰਦੀ। ਇੰਡੀਵਿਜੂਅਲੀ ਜਿਹਨੂੰ ਮਰਜ਼ੀ ਤੁਸੀਂ ਪੁੱਛੋ ਤੇ ਟ੍ਰੇਡ ਯੂਨੀਅਨ ਦਾ ਜਿਵੇਂ ਕਮਿਊਨਿਸਟ ਕਹਿੰਦੇ ਜੀ ਉਹਦੇ 'ਚ ਕਮਿਊਨਿਸਟ ਲੀਡਰ ਵੀ ਆ ਗਏ ਨੇ। ਹਰ ਗੱਲ ਦੇ ਮੂਵਮੈਂਟ ਦੇ ਵਿੱਚ ਇੱਕ ਗੱਲ ਹੁੰਦੀ ਹੈ ਜਿਹੜਾ ਕਹਿੰਦੇ ਨੇ 2 ਸਟੈਪ ਫਾਰਵਰਡ 1 ਸਟੈਪ ਬੈਕਵਰਡ, ਕਿ ਕੋਈ ਨਾ ਕੋਈ ਜਿਹੜਾ ਅੱਗੇ ਜਾਣਾ ਹੁੰਦਾ। ਕਿਸਾਨੀ ਮੋਰਚੇ ਨੇ ਮੈਕਸਿਮਮ ਜੋ ਗੇਨ ਕਰਨਾ, ਪ੍ਰੈਸ਼ਰ ਬਣਨਾ ਉਹ ਬਣਾ ਲਿਆ ਹੈ। ਇਹਦੇ ਵਿੱਚੋਂ ਜਿਹੜਾ ਹੈ ਜੇ ਮੇਰੇ ਹਿਸਾਬ ਦੇ ਨਾਲ ਜੇ 80% 90% ਗੱਲਾਂ ਮਨਵਾ ਲੈਂਦੇ ਨੇ ਤੇ ਉਹ ਆਪਣੇ ਆਪ 'ਚ ਬੜੀ ਵੱਡੀ ਪ੍ਰਾਪਤੀ ਹੋਏਗੀ। ਔਰ ਉਹ ਪ੍ਰਾਪਤੀ ਪੰਜਾਬ ਲਈ ਵੀ ਬਹੁਤ ਵੱਡੀ ਹੋਏਗੀ, ਸਿੱਖਾਂ ਲਈ ਵੀ ਬਹੁਤ ਵੱਡੀ ਹੋਏਗੀ ਔਰ ਇੰਟਰਨੈਸ਼ਨਲੀ ਵੀ ਜਿਹੜੀ ਹੈ ਉਹ ਸਿੱਖ ਪ੍ਰਾਈਡ ਜਿਹੜਾ ਉਹ ਮੇਨਟੇਨ ਹੋਏਗਾ। ਔਰ ਹੋਏਗਾ ਕਿ ਜਿਵੇਂ ਸੁਤੰਤਰਤਾ ਸੰਗਰਾਮ ਦੇ ਵਿੱਚ ਸਿੱਖਾਂ ਨੇ ਅਗਵਾਈ ਕਰਕੇ ਲੜਾਈ ਜਿੱਤ ਪ੍ਰਾਪਤ ਕੀਤੀ ਸੀ, ਫਾਂਸੀਆਂ ਵੀ ਕਬੂਲ ਕੀਤੀਆਂ, ਕਾਲੇ ਪਾਣੀ ਵੀ ਗਏ, ਹਰ ਮੂਵਮੈਂਟ ਦੇ ਵਿੱਚ ਅੱਗੇ ਰਹੇ, ਇਵੇਂ ਹੀ ਇਹਦੇ ਵਿੱਚ ਇਹ ਹੈ ਕਿ ਕਿਸਾਨੀ ਮੋਰਚੇ ਦੇ ਵਿੱਚ ਵੀ ਸਿੱਖ ਔਰ ਪੰਜਾਬ ਨੇ ਲੀਡ ਕਰਕੇ ਇੱਕ ਕਿਸਾਨੀ ਨੂੰ ਇੱਕ ਵੱਡੇ ਸੰਕਟ ਤੋਂ ਬਚਾਇਆ ਹੈ। ਇਹ ਜਿਹੜੀ ਹੈ ਸਿੱਖਾਂ ਲਈ ਔਰ ਪੰਜਾਬ ਲਈ ਬੜੀ ਵੱਡੀ ਗੱਲ ਹੋਏਗੀ ਔਰ ਕਿਸਾਨੀ ਦੇ ਲਈ ਸਾਰੇ ਭਾਰਤ ਲਈ ਵੀ ਇਹ ਚੰਗੀ ਗੱਲ ਹੋਏਗੀ। ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੀ BJP ਜਾਂ ਮੋਦੀ ਹੋਰਾਂ ਨੂੰ ਸੋਚਣਾ ਤੇ ਮਜਬੂਰ ਹੋ ਰਹੇ ਹੋਣਗੇ ਜ਼ਰੂਰ ਕਿ ਜਿਹੜੀ ਜ਼ਬਾਨ ਮੋਦੀ ਬਾਰੇ ਜਾਂ BJP ਬਾਰੇ ਖੋਲ੍ਹੀ ਨਹੀਂ ਸੀ ਜਾਂਦੀ, ਭਾਵੇਂ ਉਹ UP ਹੋਵੇ ਭਾਵੇਂ ਮੱਧ ਪ੍ਰਦੇਸ਼ ਹੋਵੇ, ਔਰ ਡਰ ਸੀ, ਇੱਕ ਮਾਹੌਲ ਸੀ ਜਿਸ ਪੱਧਰ ਦੇ ਉੱਤੇ ਉਹ ਹੁਣ ਜਿਹੜਾ ਹੈ ਉਹ
ਜ਼ਬਾਨ ਵਰਤੀ ਜਾ ਰਹੀ ਹੈ, ਹਰ ਸਧਾਰਨ ਬੰਦੇ ਤੋਂ ਲੈ ਕੇ ਦੂਜਿਆਂ ਤੱਕ, ਜਿਹੜੇ ਸਿੰਘੂ ਬਾਰਡਰ ਦੇ ਉੱਤੇ ਨੇ, ਜਿਹੜੇ ਟਿਕਰੀ ਬਾਰਡਰ ਦੇ ਉੱਤੇ ਨੇ, ਜਾਂ ਜਿਵੇਂ ਜਿਹੜਾ ਗਾਜ਼ੀਪੁਰ ਬਾਰਡਰ ਤੇ ਨੇ, ਉੱਥੇ ਲੋਕ ਇਸ ਤਰ੍ਹਾਂ ਬੋਲਦੇ ਨੇ ਜਿਹੜਾ ਕਿ ਸਰਕਾਰ ਲਈ ਵਿਰੋਧ, ਜਿਹੜੀ ਖਤਰੇ ਵਾਲੀ ਗੱਲ ਹੈ ਕਿ ਲੋਕਾਂ ਦਾ ਆਪਣੀ ਜਿਹੜੀ ਫਰੀडम ਆਫ ਸਪੀਚ ਜਿਹੜੀ ਹੈ ਉਹ ਬੇਖੌਫ ਜਿਹੜੀ ਆ ਵਰਤੀ ਜਾ ਰਹੀ ਹੈ। ਤੇ ਜੇ ਅੱਗੇ ਵੱਧਦੀ ਗਈ ਤੇ ਇਹ ਉਹੀ ਗੱਲ ਹੋਏਗੀ ਜਿਵੇਂ ਆਜ਼ਾਦੀ ਦੀ ਲੜਾਈ ਵਿੱਚ ਹੋਈ ਸੀ, ਜਾਂ ਜਿਵੇਂ ਜੈ ਪ੍ਰਕਾਸ਼ ਨਾਰਾਇਣ ਦੀ ਜਿਹੜੀ ਹੈ ਉਹ ਮੂਵਮੈਂਟ ਵੇਲੇ ਹੋਈ ਸੀ, ਕਿ ਉਹ ਲੋਕਾਂ ਨੂੰ ਪਹਿਲਾਂ ਤੇ ਸਭ ਤੋਂ ਵੱਧ ਬੋਲਣ ਤੇ ਲਾਉਣ ਵਾਲੀ ਗੱਲ ਸੀ, ਉਹ ਬੋਲਣ ਤੇ ਲੱਗ ਗਏ ਨੇ। ਔਰ ਇਸ ਗੱਲ 'ਚ ਕੇਂਦਰ ਸਰਕਾਰ ਦੀ ਅਗਲੀ ਪਾਰਲੀਮੈਂਟ ਇਲੈਕਸ਼ਨ ਦੇ ਉੱਤੇ ਵੀ ਕਈ ਕੁਐਸਚਨ ਮਾਰਕ ਲੱਗ ਜਾਣਗੇ, ਜਿਹਦੇ ਲਈ ਉਹ ਸੋਚ ਵੀ ਰਹੇ ਹੋਣਗੇ, ਔਰ ਸੋਚਣਾ ਵੀ ਜਿਹੜਾ ਉਹ ਚਾਹੀਦਾ ਹੈ। ਔਰ ਇਹਦੇ ਵਿੱਚ ਰਸਤਾ ਦੋਨਾਂ ਨੂੰ ਲੱਭਣ ਦੀ ਲੋੜ ਹੈ, ਵਿਚਕਾਰ ਇੱਕ ਛੋਟਾ ਜਿਹਾ ਸ਼ਬਦਾਂ ਦੇ ਹੇਰ ਫੇਰ ਵਿੱਚ, ਔਰ ਕੁਝ ਲੋਕ ਜਿਹੜੇ ਨੇ ਵਿੱਚ ਜਿਹੜੇ ਨੇ ਬੈਕ ਚੈਨਲ ਤੋਂ ਜੇ ਕੰਮ ਕਰ ਸਕਣਗੇ ਤੇ ਇਹ ਗੱਲ ਸਿਰੇ ਜਿਹੜੀ ਹੈ ਉਹ ਚੜ ਸਕਦੀ ਹੈ। ਇਹ ਜਿਹੜੀ ਹੈ, ਲੇਕਿਨ ਹੁਣ ਜਿਹੜਾ ਪੌਦਾ 'ਚ ਲਟਕਾਉਣਾ ਵੀ ਜਿਹੜਾ ਹੈ ਉਹ ਕਿਸਾਨੀਆਂ ਦੇ ਹੱਕ 'ਚ ਵੀ ਨਹੀਂ। ਇਹ ਵੱਖਰੀ ਗੱਲ ਹੈ ਕਿ ਕਿਸਾਨ ਜਿਹੜੀ ਹੈ ਉਹ ਉੱਥੇ ਸਿੰਘੂ ਬਾਰਡਰ ਤੇ ਮੈਂ ਦੇਖਿਆ ਵੀ ਹੈ, ਬੜੇ ਤਹੱਮਲ ਨਾਲ, ਸਬਰ ਨਾਲ, ਸਿਦਕ ਨਾਲ, ਸੰਤੋਖ ਨਾਲ ਉੱਥੇ ਬੈਠੇ ਨੇ, ਔਰ ਲੰਬੀਆਂ ਤਾਨੀਆਂ ਲਾ ਕੇ ਬੈਠੇ ਨੇ, ਕੋਈ ਫਰਕ ਨਹੀਂ ਪੈਂਦਾ। ਪਰ ਫਿਰ ਵੀ ਇੱਕ ਮੂਵਮੈਂਟ ਦਾ ਇੱਕ ਆਪਣਾ ਆਧਾਰ ਹੁੰਦਾ ਹੈ, ਇੱਕ ਉਹਦਾ ਆਪਣਾ ਚੜਾਅ ਹੁੰਦਾ ਹੈ, ਉਹਦੇ ਵਿੱਚੋਂ ਵੀ ਮੈਕਸਿਮਮ ਬੈਨੀਫਿਟ ਜਿਹੜੇ ਨੇ ਉਹ ਲੈਣੇ ਚਾਹੀਦੇ ਨੇ। ਡਾਕਟਰ ਸਾਹਿਬ ਇੱਕ ਸਵਾਲ ਜਿਹੜਾ ਬੜਾ ਵਾਜਬ ਹੈ ਕਿ ਕੀ ਅਸੀਂ ਲੀਡਰਸ਼ਿਪ ਸਿਰਫ ਤੇ ਸਿਰਫ ਸਰਕਾਰਾਂ ਹੰਡਾਉਣ ਲਈ ਹੀ ਪੈਦਾ ਕਰਦੇ ਹਾਂ? ਕਿ ਲੀਡਰਸ਼ਿਪ ਅਸੀਂ ਇਸੇ ਕਰਕੇ ਝੇਲਦੇ ਰਹਿੰਦੇ ਹਾਂ ਕਿ ਉਹ ਸਾਨੂੰ ਸਾਡੇ ਤੇ ਟੈਕਸ ਲਾਉਣ ਜਾਂ ਸਾਨੂੰ ਆਪਣੇ ਤਰੀਕੇ ਨਾਲ ਉਹ ਸ਼ੋਸ਼ਣ ਕਰਨ? ਔਖੇ ਵੇਲਿਆਂ 'ਚ ਲੀਡਰਸ਼ਿਪ ਦਾ ਮੂਹਰਿਓਂ ਅਗਵਾਈ ਨਾ ਦੇਣਾ ਕਿਵੇਂ ਆਂਕਦੇ ਹੋ? ਕਿਉਂਕਿ ਇਸ ਵੇਲੇ ਇੰਜ ਲੱਗਿਆ ਹੀ ਨਹੀਂ ਕਿ ਪੰਜਾਬ ਕੋਲ ਤੇ ਸਿੱਖਾਂ ਕੋਲ ਕੋਈ ਲੀਡਰਸ਼ਿਪ ਦੇ ਨਾਂ ਥੱਲੇ ਕੁਝ ਵੀ ਹੈਗਾ। ਇਹ ਵੱਖਰੀ ਗੱਲ ਹੈ ਕਿ ਇਤਿਹਾਸ ਵਿੱਚ ਵੀ ਲੀਡਰਸ਼ਿਪ ਨੇ ਬਹੁਤ ਜਗ੍ਹਾ ਗਲਤੀਆਂ ਕੀਤੀਆਂ ਤੇ ਅਸੀਂ ਖਮਿਆਜੇ ਭੁਗਤੇ, ਪੀੜ੍ਹੀਆਂ ਤੱਕ ਲੋਕ ਜਿਹੜੇ ਭੁਗਤਦੇ ਪਏ ਆ। ਹੁਣ ਇਸ ਮੌਕੇ ਦੇ ਉੱਤੇ ਕੇਂਦਰ ਨਾਲ, ਕਿਉਂਕਿ ਪੰਜਾਬ ਦਾ ਬੱਚਾ ਇਨਵੋਲਵ ਹੋ ਗਿਆ ਸੀਗਾ ਸ਼ੁਰੂਆਤ ਦੇ ਵਿੱਚ, ਤੇ ਅੰਦੋਲਨ ਹੀ ਪੰਜਾਬ ਦਾ ਲੱਗਦਾ ਸੀਗਾ, ਉਦੋਂ ਕਿਸੇ ਵੀ ਧਿਰ ਦਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰੀ ਮੁੱਖ ਮੰਤਰੀ ਬਣਾਇਆ, ਪੰਜਾਬੀਆਂ ਨੇ ਬਣਾਇਆ, ਕਿਸਾਨਾਂ ਨੇ ਬਣਾਇਆ, ਸਿੱਖਾਂ ਨੇ ਬਣਾਇਆ। ਕੈਪਟਨ ਅਮਰਿੰਦਰ ਸਿੰਘ ਜੱਟ ਵੋਟ ਤੇ ਪਲਦੇ ਰਹੇ, ਅੱਜ ਤੱਕ ਉਹਨਾਂ ਦੀ ਸਥਿਤੀ ਜਿਵੇਂ ਦੀ ਆ ਉਹ ਇੱਕ ਧਾਕੜ ਸਿੱਖ ਵਜੋਂ ਵੀ ਹੈ। ਲੇਕਿਨ ਇੱਥੋਂ ਤੱਕ ਆਉਂਦਿਆਂ ਜੇ ਇਹ ਕੇਂਦਰ ਨਾਲ ਕਿਸੇ ਵੀ ਚੈਨਲ ਦੇ ਉੱਤੇ ਅੱਗੇ ਵੱਧਦੇ, ਉਹ ਨਜ਼ਰ ਨਹੀਂ ਆਏ, ਆਪਣੀ ਸਕਿਨ, ਆਪਣੀ ਖਲੜੀ ਬਚਾਉਂਦੇ ਨਜ਼ਰ ਆਏ ਆ, ਫਿਰ ਤੁਸੀਂ ਦੱਸੋ ਪੰਜਾਬ ਕਿਹਨਾਂ ਰਾਹਾਂ ਤੇ ਨਿਕਲੇ? ਲੀਡਰਸ਼ਿਪ ਕਿੱਥੋਂ ਲਿਆਈਏ? ਕਿਹੋ ਜੀ ਹੋਵੇ? ਕਿਸ ਤਰ੍ਹਾਂ ਦੇ ਕਿਰਦਾਰ ਵਾਲੀ ਹੋਵੇ? ਸਾਡੇ ਆਦਰਸ਼ ਕਿਹੋ ਜਿਹੇ ਹੋਣ? ਦੇਖੋ, ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਇਸ ਕਿਸਾਨੀ ਮੂਵਮੈਂਟ ਦੇ ਵਿੱਚੋਂ ਇੱਕ ਨਵੀਂ ਰਾਜਨੀਤਿਕ ਸੋਚ ਵਾਲੀ ਇੱਕ ਨਵੀਂ ਲੀਡਰਸ਼ਿਪ ਜਿਹੜੀ ਹੈ ਨਾਲ ਆਏਗੀ। ਉਹ ਇਹਨਾਂ ਪਾਰਟੀਆਂ 'ਚ ਮਰਜ ਹੋ ਕੇ ਆਉਂਦੀ ਹੈ ਜਾਂ ਉਹ ਆਪਣੇ ਆਪ 'ਚ ਇੱਕ ਵੱਖਰੀ ਐਂਟੀਟੀ ਜਿਹੜੀ ਹੈ ਬਣਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਇੱਕ ਨਵੀਂ ਸੋਚ, ਇੱਕ ਨਵਾਂ ਆਧਾਰ ਜਿਹੜਾ ਪੈਦਾ ਹੋਇਆ ਹੈ, ਮੈਨੂੰ ਵੀ ਇਹ ਗੱਲ ਲੱਗਦੀ ਹੈ ਕਿ ਜਿਹੜੀ ਸਾਨੂੰ ਕਾਂਗਰਸ ਔਰ ਅਕਾਲੀਆਂ ਤੋਂ ਵੱਖਰੀ ਲੀਡਰਸ਼ਿਪ, ਵੱਖਰੀ ਤਰ੍ਹਾਂ ਦੀ ਸਰਕਾਰ ਦੀ ਜਿਹੜੀ ਆਸ ਜਿਹੜੀ ਸੀ, ਉਹ ਆਪ ਪਾਰਟੀ ਨੇ ਜਿਹੜੀ ਹੈ ਸਾਨੂੰ ਦਿੱਤੀ ਸੀ, ਉਹ ਸਾਡੀ ਜਿਹੜੀ ਹੈ ਉਹ ਅਸਫਲ ਹੋਈ ਹੈ। ਹੁਣ ਇੱਕ ਸਾਡੀ ਪੰਜਾਬੀਆਂ ਦੀ ਇੱਕ ਇੱਛਾ ਹੈ ਕਿ ਰਵਾਇਤੀ ਪਾਰਟੀਆਂ ਤੋਂ ਹਟ ਕੇ ਕੋਈ ਨਵੀਂ ਗੱਲ ਜਿਹੜੀ ਹੈ ਉਹ ਕਰਨ ਵਾਲਾ ਆਏ। ਉਹ ਕਿਸਾਨੀਆਂ ਨੇ, ਮੋਰਚੇ ਨੇ ਇਹ ਦੱਸਦਾ ਕਿ ਕਿਸਾਨ ਜਿਹੜਾ ਹੈ, ਔਰ ਸਪੈਸ਼ਲੀ ਕਿਸਾਨ ਦੀ ਜਿਹੜੀ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਸਿਆਣੀ ਵੀ ਹੈ, ਪੜ੍ਹੀ ਲਿਖੀ ਵੀ ਹੈ, ਪ੍ਰਬੰਧਕ ਦੇ ਤੌਰ ਤੇ ਉਹ ਕੁਸ਼ਲ ਵੀ ਨੇ। ਜਿਵੇਂ ਉਹਨਾਂ ਨੇ ਇਹ ਮੋਰਚੇ ਜਿਹੜੇ ਨੇ ਉਹਨਾਂ ਨੂੰ ਬੜੇ ਚੰਗੇ ਸੁਚੱਜੇ ਢੰਗ ਨਾਲ ਜਿਹੜੇ ਨੇ ਉਹ ਚਲਾ ਰਹੇ ਨੇ। ਇਸ ਹਾਲਤ ਦੇ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਪੰਜਾਬ ਵਿੱਚ ਰਾਜਨੀਤਿਕ ਉਥਲ ਪੁਥਲ ਹੋਏਗੀ, ਔਰ ਇੱਕ ਨਵੀਂ ਜਿਹੜੀ ਹੈ ਉਹ ਸੋਚ ਜਿਹੜੀ ਹੈ ਉਹ ਪੈਦਾ ਹੋਏਗੀ। ਔਰ ਇਸ ਦੇ ਵਿੱਚ ਵੀ ਜੇ ਤੁਸੀਂ ਦੂਜੀ ਤਰ੍ਹਾਂ ਦੇਖੋ ਤਾਂ ਕਿਸਾਨੀ ਲੀਡਰਸ਼ਿਪ ਨੇ ਸਭ ਤੋਂ ਵੱਡੀ ਸਿਆਣਪ ਵਾਲੀ ਗੱਲ ਇਹ ਕੀਤੀ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਝੰਡਾ, ਕਿਸੇ ਵੀ ਰਾਜਨੀਤਿਕ ਪਾਰਟੀ ਦਾ ਲੀਡਰ ਔਰ ਕੋਈ ਉਹਦਾ ਦਾ ਸਪੋਕਸ ਪਰਸਨ ਜਿਹੜਾ ਹੈ ਉਹਨੂੰ ਆਪਣੀਆਂ ਮੰਚ ਦੇ ਉੱਤੇ ਨਹੀਂ ਆਉਣ ਦਿੱਤਾ, ਔਰ ਇੱਕ ਸੁਰਤਾ ਜਿਹੜੀ ਆ ਉਹ ਕਾਇਮ ਰੱਖੀ। ਜੇਕਰ ਇਹੀ ਗੱਲ ਹੁੰਦੀ ਕਿ ਜੀ ਅਕਾਲੀ ਨੇ ਜੀ, ਇਹ ਕਾਂਗਰਸੀ ਨੇ ਜੀ, ਇਹ ਆਪ ਪਾਰਟੀ ਵਾਲੇ ਨੇ ਜੀ, ਇਹ ਕਮਿਊਨਿਸਟ ਨੇ ਜੀ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬਖਰੇਵੇਂ ਪੈਦਾ ਹੋਣੇ ਸਨ, ਕਿਉਂਕਿ ਉਹਦੇ 'ਚ ਰਾਜਨੀਤਿਕ ਅੰਬੀਸ਼ਨ ਜਿਹੜੀਆਂ ਸਨ ਪੈਦਾ ਹੋਣੀਆਂ ਸਨ। ਉਹ ਅੰਬੀਸ਼ਨ ਪੈਦਾ ਹੋਣ ਵਿੱਚ ਸਾਡੇ ਕਿਸਾਨਾਂ ਦੀ ਲੀਡਰਸ਼ਿਪ ਦੀ ਸਿਆਣਪ ਨਾਲ ਜਿਹੜਾ ਉਹਨੂੰ ਜੋੜਿਆ ਜਾ ਸਕਦਾ। ਇੱਕ ਜ਼ਰੂਰ ਇਸ਼ੂ ਜਿਹੜਾ ਰੇਜ਼ ਹੁੰਦਾ ਸੀ ਕਿ ਲੋਕ ਜੀ ਉੱਥੇ ਤੇ ਕਮਿਊਨਿਸਟ ਪਾਰਟੀਆਂ ਦੇ ਝੰਡੇ ਵੀ ਨੇ, ਉਹ ਦਰਅਸਲ ਕਮਿਊਨਿਸਟ ਪਾਰਟੀਆਂ ਦੇ ਝੰਡੇ ਨਹੀਂ, ਉਹ ਟ੍ਰੇਡ ਯੂਨੀਅਨ ਦੇ ਜਿਹੜੇ ਨੇ ਉਹ ਝੰਡੇ ਨੇ। ਔਰ ਟ੍ਰੇਡ ਯੂਨੀਅਨ ਲੈਫਟ ਹੈ, ਭਾਵੇਂ ਉਹ ਟ੍ਰੇਡ ਯੂਨੀਅਨ ਦੂਜੀ ਹੈ, ਉਹਨਾਂ ਦੇ ਝੰਡੇ ਨੇ। ਉਸ ਗੱਲ ਨੂੰ ਵੀ ਉਹਨਾਂ ਨੇ ਕਵਰ ਕਰ ਲਿਆ। ਅੱਜ
सरकार केंद्र सरकार को कहने का मौका नहीं है कि जी ये कांग्रेस करवा रही है, ये अकाली करवा रहे हैं, ये जी है जी ये समाजवादी पार्टी कर रही है, कुछ कर रही है, क्योंकि सब कुछ ही जड़ा है वो किसानों ने अपने हथ च रखा है और उन्होंने पुरानी लीडरशिप की इंक्लीनेशन जिमें मर्जी हो गया, लेकिन उन्होंने इस जी है वो मूवमेंट के विच वो सारिया राजनीतिक सोचां नूं पिछे रख के किसानी हित ते किसानी हितां की पूर्ति के लिए किस स्ट्रैटजी दे विच गल करनी है। मैनू जे मैं इत्थे दस दियां तुहानूं कि गुजरांवाला गुरु नानक इंस्टीट्यूट ऑफ मैनेजमेंट एंड टैक्नोलॉजी लुधियाने दे विच जिहड़ी है वो है, मैं भी उहदे नाल जुड़िया हाँ। इत्थों के मैनेजमेंट विभाग के अध्यापकों ने तो विद्यार्थियों ने सिंघू बॉर्डर पर जाके स्टडी करके केस स्टडी करके उन्होंने मैनेजरियल स्किल बारे जी है किताब जी है वो लिखी है और अच्छा। उस उन्होंने फिर इसका नाम उन्होंने देना पिया कि इत्थे कोई भी जड़ा MBA करदे ਜਿਹੜੇ मैनेजमेंट वाले फंडे ਜਿਹੜੇ पैदा किए जाते हैं उन्हों का कोई उत्थे थां नहीं, बल्कि एक फोक मैनेजमेंट जी पैदा हुई है जी आप ही इवॉल्व हुई है उत्थों दी लोड़ां मुताबक, उत्थों की जी जरूरतों मुताबक, उत्थों दी परिस्थितियां कारण, और एक नवी मैनेजमेंट पैदा करनी भी किसी किसानी मोर्चे लिए अपने वध की गल है। नहीं तो आम जड़ियाँ लड़ाइयां ने उन्होंने नवी मैनेजमेंट नहीं होंगी, बल्कि इधर उधर इकट्ठा जा करके होंगे ने। सो मैनू तो लगता है कि किसानी मोर्चे के नतीजे आने तक इहदा बड़े दूर असी प्रभाव होंगे, जिहदे विच सिख प्राइड की भी गल होएगी, पंजाब के प्राइड की भी गल होएगी, किसानों के प्राइड की भी गल होएगी, ते नाल ही आर्थिक समाजिक राजनीतिक प्रभाव जिहड़े ने वो भी तुहानूं देखण मिलणगे। पंजाब च एक वक्री तरह के, हरियाणे च वक्री तरह के, राजस्थान च होर तरह के। सो ये सारे प्रभाव जिहड़े ने देखण च मिलणगे और वो अपने आप च पंजाब की राजनीति विच और पंजाब के इतिहास विच एक नवां पैंतड़ा जिहड़ा वो वेखिया जा सकेगा। डॉक्टर साहब मैं मेरे लिए तो ये बड़ा मान सम्मान है कि मैं तुहाडे कोल पढ़िया भी हाँ। गुरु नानक देव यूनिवर्सिटी दे उस वेले दे जिहड़ी व्यवस्था सीगी उहदे विच जिस तरीके नाल तुसीं विदेशी ਸਾਹਿਤ ਤੋਂ ਲੈ ਕੇ और ਸੈਮੀਨਾਰਸ ਦਾ ਇੱਕ ਸਿਲਸਿਲਾ ਬਣਾ ਲੈਂਦੇ ਸੀ, ਇਹ ਤੁਹਾਡੀ ਖੂਬਸੂਰਤੀ ਹੈ ਕਿ ਤੁਸੀਂ ਵੱਖ-ਵੱਖ ਵਿਸ਼ਿਆਂ ਤੇ ਉਸੇ ਤਰ੍ਹਾਂ ਦੇ ਵਿਚਾਰ ਰੱਖਦੇ ਹੋ ਜਿਵੇਂ ਦੇ ਹੋਣੇ ਚਾਹੀਦੇ ਆ। ਪੱਖਪਾਤੀ ਨਹੀਂ ਹੋ, ਤੁਹਾਡੀ ਐਸੋਸੀਏਸ਼ਨ ਸਾਰਿਆਂ ਨਾਲ ਹੋ ਸਕਦੀ ਹੈ, ਲੇਕਿਨ ਤੁਸੀਂ ਗੱਲ ਕਰਨ ਲੱਗਿਆਂ ਵਿਵਾਕ ਰਹਿੰਦੇ ਹੋ। ਸਾਡੇ ਇਹਨਾਂ ਮੰਚਾਂ ਤੋਂ ਤੁਸੀਂ ਜਦੋਂ ਗੱਲ ਕਰਦੇ ਹੋ ਤੇ ਸਾਡੇ ਲਈ ਇਹ ਸਨਮਾਨ ਹੈ ਔਰ ਮੈਂ ਇਹ ਸਪੈਸ਼ਲ ਰਹਿਣੀ ਹੈ ਕਿ ਤੁਸੀਂ ਘੰਟੇ ਵਾਂਗ ਮੈਨੂੰ ਸਮਾਂ ਦਿੱਤਾ। ਸੋ ਕਾਈਂਡਲੀ ਤੁਸੀਂ ਸਾਡੇ ਨਾਲ ਜੁੜਦੇ ਰਹੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। शुक्रिया जी रंधावा जी, कुछ गल्लां करन दा मौका मिलिया खुल के, ते यही अपने आप बड़ी प्राप्ति हुंदी है। शुक्रिया। मिहरबानी।